बिस्मिल्लाहिर्रहमानिर्रहीम अस्सलाम वालेकुम मेरे सोहणिओ सज्जनों ते मित्रों ਤੁਹਾਡਾ ਮੇਜ਼ਬਾਨ ਮੁਹੰਮਦ ਅਰਹਮ ਨਈਮ ਤੁਹਾਨੂੰ ਖੁਸ਼ ਆਮਦੀਦ ਕਹਿੰਦਾ ਹੈ ਸਨ ਨਿਊਜ਼ ਦੀ ਸਪੈਸ਼ਲ ਟਰਾਂਸਮਿਸ਼ਨ ਮੁਹर्रम ਅਲ ਹਰਾਮ ਦੀ ਟਰਾਂਸਮਿਸ਼ਨ ਦੇ ਵਿੱਚ ਖਵਾਤੀਨੋ ਹਜ਼ਰਾਤ ਮੁਹर्रम ਇੱਕ ਪਾਕ ਤੇ ਬਾਬਰਕਤ ਮਹੀਨਾ ਇਸਲਾਮੀ ਤਾਰੀਖ ਦਾ ਜਿਹੜੇ ਮਹੀਨੇ ਦੇ ਵਿੱਚ ਬੜੇ ਬੜੇ ਵਾਕਿਆਤ ਹੋਏ ਤੇ ਇਸ ਮਹੀਨੇ ਦਾ ਪਾਰਟਿਕੂਲਰ ਜ਼ਿਕਰ ਬਹੁਤ ਵਾਰੀ ਕੀਤਾ ਵੀ ਜਾਂਦਾ ਹੈ ਅਹਦੀਸਾਂ ਦੇ ਵਿੱਚ ਅਹਦੀਸ ਨੇ ਤੁਹਾਡੇ ਕੋਲ ਮੌਜੂਦ ਨੇ ਕੁਰਾਨ ਦੇ ਵਿੱਚ ਬੜਾ ਜ਼ਿਕਰ ਕਰਿਆ ਗਿਆ ਤੇ ਲੋਕੀ ਦਾ ਬੜਾ ਇੱਕ ਇਹੋ ਜਿਹਾ ਮਹੀਨਾ ਕਿ ਜਿਹਦੇ ਵਿੱਚ ਤੁਸੀਂ ਜਿੰਨੀ ਇਬਾਦਤ ਕਰੋ ਉਨੀ ਘੱਟ ਤੇ ਇਹਦੇ ਨਾਲ ਨਾਲ ਮੁਹर्रम ਅੱਜ 10 ਮੁਹर्रम ਦਾ ਦਿਨ ਹੈ ਪਾਰਟਿਕੂਲਰਲੀ ਉਹ ਦਿਨ ਜਿਹੜਾ ਦਿਨ ਇਸਲਾਮੀ ਤਾਰੀਖ ਦੇ ਵਿੱਚ ਸਭ ਤੋਂ ਵੱਡੇ ਜ਼ੁਲਮ ਦੇ ਨਾਂ ਤੋਂ ਵੀ ਯਾਦ ਰੱਖਿਆ ਜਾਂਦਾ ਕਰਬਲਾ ਦਾ ਵਾਕਿਆ ਸਾਨੇਹਾਏ ਕਰਬਲਾ ਰੋਂਗਟੇ ਖਲੋਂਦੇ ਨੇ ਜਦੋਂ ਮੈਂ ਗੱਲ ਕਰਨਾ ਉਸ ਸਾਨਹੇ ਦੀ ਉਸ ਟੌਪਿਕ ਦੀ ਜਾਂ ਉਹ ਸਿਨੈਰੀਓਜ਼ ਜਿਨ੍ਹਾਂ ਨੇ ਉਸ ਟਾਈਮ ਜਿਹੜੇ ਨਮੂਦਾਰ ਹੋਏ ਤੇ ਉਸ ਮੈਦਾਨੇ ਜੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੇਰੇ ਤੇ ਤੁਹਾਡੇ ਸਾਹਮਣੇ ਹੈ ਬਟ ਦ ਥਿੰਗ ਇਜ਼ ਕਿ everything happens for a reason and we have to understand this ਅੱਲਾਹ ਸਾਰਾ ਕੁਝ ਲਿਖ ਦਿੰਦਾ ਤੇ ਇਵੈਂਚੁਅਲੀ ਹੋਇਆ ਹੈ ਕਿ ਜੋ ਵੀ ਮਾਮਲਾਤ ਉੱਥੇ ਹੋਏ ਉਦੋਂ ਬਾਅਦ ਮੇਰੇ ਨਬੀ ਦੀ ਸ਼ਾਨ ਮੇਰੀ ਨਬੀ ਦੀ ਆਲ ਔਲਾਦ ਇਮਾਮ ਹੁਸੈਨ ਦਾ ਨਾਂ ਜ਼ਿੰਦਾ ਹੈ ਅੱਜ ਤੱਕ ਮੇਰੇ ਦਿਲਾਂ ਤੇ ਵੱਜਦਾ ਤੁਹਾਡੇ ਦਿਲਾਂ ਦੇ ਵਿੱਚ ਰਹਿੰਦਾ ਤੇ ਅਸੀਂ ਮਾਸ਼ਾਅੱਲਾ ਖਾ ਪੀ ਰਹੇ ਹਾਂ ਉਹਨਾਂ ਦੇ ਸਦਕੇ ਅੱਜ ਮਾਸ਼ਾਅੱਲਾ ਤੇ ਇਹ ਸਭ ਤੋਂ ਪਹਿਲਾਂ ਤੇ ਦੁਆ ਕਰੋ ਸਭ ਤੋਂ ਪਹਿਲਾਂ ਆਪਣੇ ਆਪ ਵਾਸਤੇ ਬਲੈਸਿੰਗ ਮੰਗੋ ਰੱਬ ਕੋਲੋਂ ਕਿ ਤੁਸੀਂ ਇਹ ਸਾਰਾ ਜੋ ਕੁਝ ਵੀ ਹੋ ਰਿਹਾ ਹੈ ਮਤਲਬ ਕਿ ਤੁਹਾਡੇ ਕੋਲ ਅੱਜ ਜੋ ਕੁਝ ਵੀ ਹੈ ਇਹ ਉਹਨਾਂ ਦੀ ਆਲ ਔਲਾਦ ਦੇ ਸਦਕੇ ਕਰਕੇ ਤੁਹਾਡੇ ਕੋਲ ਹੈ ਖਵਾਤੀਨੋ ਹਜ਼ਰਾਤ 10 ਮੁਹर्रम ਦੇ ਇਸ ਦਿਨ ਤੇ ਮੈਂ ਸੋਚਿਆ ਕਿ ਕੁਝ ਸ਼ੈਵਾਂ ਤੁਹਾਡੀ ਵੀ ਹੋਣਗੀਆਂ ਕੁਝ ਕਨਸੈਪਟਸ ਤੁਹਾਡੇ ਕੋਲ ਵੀ ਹੋਣਗੇ ਕੁਝ ਸਵਾਲਾਤ ਮੇਰੇ ਕੋਲ ਵੀ ਸਨ ਕਿ ਅਸੀਂ ਕਿੱਦਾਂ ਇਸ ਦਿਨ ਨੂੰ ਬਿਹਤਰੀਨ ਤਰੀਕੇ ਨਾਲ ਸਪੈਂਡ ਕਰ ਸਕਨੇ ਆ ਹੁਣ 10 ਮੁਹर्रम ਦਾ 9 ਮੁਹर्रम ਦਾ ਇਹ ਮਤਲਬ ਨਹੀਂ ਤੁਸੀਂ ਗੱਡੀਆਂ ਕੱਢੀਆਂ ਤੇ ਤੁਸੀਂ ਮਰੀ ਤੁਰ ਗਏ ਹੋ ਤੁਸੀਂ ਨਥਿਆ ਗਲੀ ਤੁਰ ਗਏ ਹੋ ਆਪਾਂ ਛੁੱਟੀਆਂ ਮਨਾ ਰਹੇ ਹਾਂ ਨਾ ਯਾਰ ਇਹ ਬਹੁਤ ਵੱਡਾ ਦਿਨ ਹੈ 10 ਮੁਹर्रम ਪਾਰਟਿਕੂਲਰਲੀ ਤੇ ਤੁਹਾਨੂੰ ਇਹਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈ ਤੇ ਮੇਰੀ ਸੋਚ ਵਿਚਾਰ ਦੇ ਮੁਤਾਬਿਕ ਮੈਂ ਇੱਕ ਪਰਸਨੈਲਿਟੀ ਨੂੰ ਬੜਾ ਸਟੱਡੀ ਕੀਤਾ ਤੇ ਉਹਨਾਂ ਨੂੰ ਮੈਂ ਬੜਾ ਵੇਖਿਆ ਆਨਲਾਈਨ ਪਲੇਟਫਾਰਮਸ ਤੇ ਵੀ ਡਿਜੀਟਲ ਪਲੇਟਫਾਰਮਸ ਤੇ ਵੀ ਮੇਨ ਸਟ੍ਰੀਮ ਪਲੇਟਫਾਰਮਸ ਤੇ ਵੀ ਤੇ ਮੈਂ ਸੋਚਿਆ ਯਾਰ ਅੱਜ ਉਹਨਾਂ ਨੂੰ ਜ਼ਰਾ ਤਕਲੀਫ ਦਿਆਂ ਤੇ ਉਹਨਾਂ ਨੂੰ ਕਿਹਾ ਯਾਰ ਅੱਜ ਜ਼ਰਾ ਸੈੱਟ ਤੇ ਆਓ ਸਾਡੇ ਨਾਲ ਅੱਗੇ ਜ਼ਰਾ ਕੁਝ ਗੱਲਾਂ ਕਰੋ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਫਾਹਦ ਅਲੀ ਕਾਜ਼ਮੀ ਸਾਹਿਬ ਸੈਯਦ ਫਾਹਦ ਅਲੀ ਕਾਜ਼ਮੀ ਸਾਹਿਬ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਤੇ ਜ਼ਰਾ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 10 ਮੁਹर्रम ਦਾ ਜਿਹੜਾ ਦਿਨ ਹੈ ਇਹਨੂੰ ਆਪਾਂ ਕਿੱਦਾਂ ਮਨਾ ਸਕਦੇ ਹਾਂ ਤੇ ਕਿਹੜੀਆਂ ਸ਼ੈਵਾਂ ਨੇ which are associated with the particular days ਸਰ अस्सलाम वालेकुम ਕੀ ਹਾਲ ਚਾਲ ਹੈ ਵਾਲੇਕੁਮ अस्सलाम ਅਲਹਮਦੁਲਿਲਾ ਜੀ ਤੁਸੀਂ ਖੈਰ ਖੈਰੀਅਤ ਨਾਲ ਸਰ ਅਲਹਮਦੁਲਿਲਾ ਜਜ਼ਾਕੱਲਾ ਖੈਰ ਫॉर ਆਸਕਿੰਗ ਸਰ ਸਭ ਤੋਂ ਪਹਿਲਾਂ ਤੇ 10 ਮੁਹर्रम ਦਾ ਦਿਨ ਤੇ ਇਸਲਾਮੀ ਤਾਰੀਖ ਦੇ ਵਿੱਚ ਆਈ ਵੁੱਡ ਸੇ ਵਨ ਆਫ ਦ ਮੋਸਟ ਬਿਗੇਸਟ ਡੇਜ਼ ਬਿਕਾਜ਼ ਆਫ ਕਰਬਲਾ ਇੱਕ ਇਹੋ ਜਿਹਾ ਇਨਸੀਡੈਂਟ ਜਿਹੜਾ ਮੁਸਲਮਾਨਾਂ ਦੇ ਸੀਨਿਆਂ ਤੇ ਨਕਸ਼ ਹੋ ਗਿਆ ਇੱਕ ਮੋਹਰ ਲੱਗ ਗਈ ਕਿ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਕਰਬਲਾ ਦਾ ਜ਼ਿਕਰ ਆਉਂਦਾ ਸਰ ਮੈਂ ਜਾਣਨਾ ਹੈ ਚਾਹਨਾ ਸਭ ਤੋਂ ਪਹਿਲਾ ਮੇਰਾ ਸਵਾਲ ਇਟਸ ਫॉर ਦ ਮਾਡਰਨ ਪੀਪਲ ਆਊਟ देयर 10 ਮੁਹर्रम ਨੂੰ ਮਰੀ ਤੁਰ ਜਾਂਦੇ ਨੇ ਛੁੱਟੀਆਂ ਮਨਾਉਣ ਠੀਕ ਹੈ ਆਪਾਂ ਨਾਨੀ ਦੇ ਘਰ ਚੱਲੇ ਆ ਹੁਣ ਇਸ ਡੇ ਨੂੰ we have to understand this that particular day is associated with a lot of things which have happened in the past ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਛੁੱਟੀਆਂ ਮਨਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਬਿਸਮਿल्लाह रहमान रहीम देखो बड़ा ही तल्ख सवाल है और बड़ा ही अहम सवाल है कल भी जगह गल हो रही सी इमाम अली मकाम इमाम हुसैन अलैहिस्सलाम दा जड़ा गम है ना ए सब दा सांझा गम है ए मेरे नबी सल्लल्लाहु अलैहि वसल्लम दा गम है सही हदीस दे नातिक ने साडे अहले सुन्नत दे अंदर इनू रिकॉर्ड किया गया जनाब अब्दुल्ला इब्ने अब्बास रजी अल्लाह तआला अन्हु नबी अलैहिस्सलातु वस्सलाम दे फर्स्ट कज़न ने मौला अली दे फर्स्ट कज़न ने अजीम सहाबी रसूल ने 10 मुहर्रमुल हराम नू मक्कातुल मुकर्रमा दे अंदर मौजूद सन और आका अलैहिस्सलातु वस्सलाम दी ख्वाब च ज़ियारत इस हाल दे अंदर हुई कि आका अलैहिस्सलाम दे वाल मुबारक परेशान सन आप दे जिस्म अनवर ते गर्दो गुबार ना लटी हुई सी और जनाब अब्दुल्ला इब्ने अब्बास ने जो पूछा या रसूल अल्लाह सल्लल्लाहु अलैहि वसल्लम ए की हाल है तो फरमाया कि मेरे हुसैन नू शहीद कर दिता गया और फरमान लगे कि एक शीशी हाचे सी उहदे अंदर खून सी फरमाया कि अज मैं सवेर तो हून तक
ਇਮਾਮ ਅਲੀ ਮਕਾਮ ਹੁਸੈਨ ਇਬਨ ਅਲੀ ਤੇ ਉਹਦੇ ਰਫਕਾਤ ਦਾ ਖੂਨ ਜਿਹੜਾ ਹੈ ਉਹਨੂੰ ਮੈਂ ਜਮ੍ਹਾਂ ਕਰ ਰਿਹਾ। ਹਾਏ ਤੇ ਇਹ ਉਹ ਦਿਨ ਨੇ ਕਿ ਜਦੋਂ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜਿਹੜੀ ਹਯਾਤ ਬਰਜ਼ਖੀ ਹੈ ਉਹਦੇ ਅੰਦਰ ਗਮ ਦਾ ਇਜ਼ਹਾਰ ਫਰਮਾਇਆ ਔਰ ਉਸ ਗਮ ਨੂੰ ਇੰਡੀਕੇਟ ਕੀਤਾ ਹੈ। ਸਾਡੇ ਮੁਹੱਦਿਸੀਨ ਨੇ, ਸਾਡੇ ਸਕਾਲਰਸ ਨੇ ਇਨ ਰਵਾਇਤ ਨੂੰ ਨਕਲ ਫਰਮਾਇਆ। ਆਪ ਤੁਸੀਂ ਹਾਫਿਜ਼ ਇਮਾਦੁद्दीन ਕਸੀਰ ਨੂੰ ਚੁੱਕ ਲਵੋ, ਅਲਾਮਾ ਜਰੀਰ ਤਬਰੀ ਨੂੰ ਚੁੱਕ ਲਵੋ, ਅਲਾਮਾ ਜਲਾਲੁद्दीन ਸਯੂਤੀ ਨੂੰ ਚੁੱਕ ਲਵੋ। ਹਦੀਸ ਦੇ ਅੰਦਰ ਹੈ, ਇਮਾਮ ਅਹਿਮਦ ਬਿਨ ਹੰਬਲ ਇਹਨੂੰ ਰਵਾਇਤ ਕਰਦੇ ਨੇ, ਦੀਗਰ ਲੋਕਾਂ ਨੇ ਜਿਹੜੇ ਸਾਡੇ ਅਹਿਲੇ ਸੁन्नत ਦੇ ਵੱਡੇ ਲੂਮਿਨਰੀਜ਼। ਬੀਬੀ ਉਮੇ ਸਲਮਾ ਸਲਾਮੁੱਲਾਹ ਅਲੈਹਾ ਉਮੁਲ ਮੁਮਿਨੀਨ ਜਿਹੜੀ ਹਯਾਤ ਸਨ, ਔਰ ਇਹ ਉਹ ਬੀਬੀ ਨੇ ਕਿ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਇੱਕ ਉਹ ਵਕਤ ਆਇਆ, ਇਹਨੂੰ ਇਮਾਮ ਇਬਨ ਹਜਰ ਹੇਸਮੀ ਨੇ ਵੀ ਰਿਕਾਰਡ ਕੀਤਾ ਸਵਾਇਕਲ ਮੁਹਰਕਾ ਦੇ ਅੰਦਰ, ਕਿ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਲੈਪ ਦੇ ਅੰਦਰ ਜਨਾਬ ਮੌਲਾ ਹੁਸੈਨ ਮੌਜੂਦ ਸਨ। ਇੱਕ ਫਰਿਸ਼ਤਾ ਆਇਆ ਹੈ ਔਰ ਉਹ ਫਰਿਸ਼ਤਾ ਉਹ ਸੀ ਜਦੋਂ ਜੋ ਇਸ ਦੁਨੀਆ 'ਚ ਕਦੀ ਪਹਿਲੇ ਨਮੂਦਾਰ ਨਹੀਂ ਹੋਇਆ ਸੀ। ਰੱਬੁਲ ਇੱਜ਼ਤ ਨੇ ਉਹਨੂੰ ਇਜ਼ਨ ਦਿੱਤਾ ਔਰ ਉਹ ਆਕਾ ਦੀ ਜ਼ਿਆਰਤ ਲਈ ਆਇਆ। ਨੇ ਆਕਾ ਨੂੰ ਇਹ ਖਬਰ ਦਿੱਤੀ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਇਸ ਬੱਚੇ ਨਾਲ ਬੜੀ ਮੁਹੱਬਤ ਕਰਦੇ ਹੋ। ਫਰਮਾਇਆ ਬਹੁਤ ਮੁਹੱਬਤ ਕਰਨਾ। ਨੇ ਅਰਜ਼ ਕੀਤੀ, ਯਾ ਰਸੂਲ ਅੱਲਾਹ ਤੁਹਾਡੇ ਇਸ ਬੱਚੇ ਨੂੰ ਤੁਹਾਡੀ ਉਮਤ ਸ਼ਹੀਦ ਕਰੇਗੀ। ਹਾਏ ਔਰ ਜਿਬਰੀਲ ਅਮੀ ਉਸ ਜਗ੍ਹਾ ਦੀ ਮਕਤਲੇ ਹੁਸੈਨ ਦੀ ਮਿੱਟੀ ਲੈ ਕੇ ਆਏ ਔਰ ਸੈयद ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਬਾਰਗਾਹ ਦੇ ਅੰਦਰ ਉਹ ਪੇਸ਼ ਕੀਤੀ। ਸਰਕਾਰ ਨੇ ਉਹ ਮਿੱਟੀ ਜਨਾਬ ਉम्मे सलमा ਨੂੰ ਇਨਾਇਤ ਫਰਮਾਈ और अल्लाह रब्बुल इज़्ज़त दी मशीयत, अल्लाह रब्बुल इज़्ज़त दी डिवाइन स्कीम कि बीबी उम्मे सलमा वाक़े करबला दे वक्त हयात सन। शी वॉज दी ओनली वुमन, शी वॉज दी ओनली blessed wife of Prophet sallallahu alaihi wasallam who lived at that particular instant. बीबी उम्मे सलमा ने देखा कि जो मिट्टी सरकार दो आलम ने इनायत फरमाई है खून से तब्दील हो गई। तो यह साडे अहले सुन्नत दी रवायात ने, साडे अहले सुन्नत दा जिहड़ा हदीस कोरपस है, हिस्ट्री दा कोरपस है, हैरिटेज है, उहदे अंदर यह रवायात मौजूद ने। सवाल तुसी ते मैं हलाल हराम बिदत इस लेंस दे अंदर नहीं करना, असी एक ह्यूमन एक्सप्रैशन दे दर्जे ते यह सवाल करना है कि मेरे घर एक जनाजा होए तो क्या मैं उस दिन शादियाने बजाना? मेरा दादा मेरा परदादा जिन्हों मैं देखता भी नहीं है, मैनू पता लगता है कि वह फलाने दिन फौत होया सी, मैं उसकी बरसी नू ऑब्जर्व करना वा, ਉਹਦੀ बरसी के अंदर मैं अपनी ज़ाती मिसाल देना। मेरी वालदा का जो इंतकाल होया आज तो 6-7 साल पहले, अज भी जो दिन आता है तो मैनू गमनाक करता है। कोई उस दिन के अंदर मेरा गमनाक होना कोई दीन का मसदर या दीन का मसला नहीं है, एक ह्यूमन मसला है। It's a human nature. It's a human nature and it shows the pain that a real human feels at that time because I am associated with my mother. Exactly. लेकिन सरकार दो आलम ने तो फरमाया ना जनाब फ़ारूक आज़म रज़ी अल्लाह तआला अन्हु, उदों तक ताड़ा ईमान मुकम्मल नहीं हो सकता तो मैं मुहम्मद सल्लल्लाहु अलैहि वसल्लम ताड़े माँ बाप तो ताड़ी जाना तो ज़्यादा तुसी मैनू अजीज़ नहीं रखते। बेशक। ते हुण उस नबी दा कराना जिहड़ा ज़िबा कर दिता गया, तुसी इहदे ते आप फैसला करना है कि वो जो ज़िबा कीता है तो ये ते असी खुशियां मनानियां ने, छुट्टियां मनानियां ने, नाउज़ बिल्ला हॉलीडेज ते जाना है, असी इनू एक लॉन्ग वीकेंड समझना है, असी की समझना है? यह सवाल इंसानियत दा सवाल है, यह दीन तो अगे दी गल है। दीन ते बता ही रहा है, दीन ते दस ही रहा है कि आले रसूल दी तकरीम किन्नी है, कुरान दी आयात नातिक ने, हदीस मुस्तफ़ा नातिक ने, लेकिन एज अ ह्यूमन बीइंग क्या तुसी कातिलां दे नाल हो, तुसी मकतूल दे नाल हो? अज असी देखो गजा दे अंदर जुल्म हो रहा है, मिडल ईस्ट के अंदर जुल्म हो रहा है, मैं कुछ कर नहीं सकता तो मैं प्रोटेस्ट करना वा। Exactly. मैं अपनी सोशल मीडिया दे उत्ते या मतलब किसी अगर मैनू मौका मिले तो मैं वॉक दे दर्जे दे उत्ते बाहर निकलना वा, मैं एक प्रोटेस्ट रिकॉर्ड कराना वा कि मैं जालिम दे नाल नहीं, मैं मजलूम दे नाल। इस कायनात दा जिहड़ा मजलूम तरीन खानदान है वो नबी दा खानदान है अलैहिस्सलातु वस्सलाम। ते यह बहुत ही अनफॉर्चुनेट है कि असी इनू छुट्टियां दे हिसाब नाल मनाने आ। होना यह चाहिए कि जिक्र इमाम अली मकाम होए, उन्होंने मैसेज के उत्ते गल होए, वो अहादीस असी रिमाइंड कराइए जिहड़ी आका व मौला सरकार दो आलम सल्लल्लाहु अलैहि वसल्लम ने इरशाद फरमाइया ने इमाम अली मकाम के हवाले नाल, और वो सब लई है। इमाम जड़े ने वो किसी खास ग्रोह दे, किसी खास फिरके दे, किसी खास कौम दे नहीं है, वो हर उस शख्स दे अंदर ने जिदा दे अंदर शऊर है, जिहड़ी शऊर दी दौलत तो मुज़य्यन है। बिल्कुल
ਬਿਲਕੁਲ ਵਜ੍ਹਾ ਗੱਲ ਤੇ ਇਹ ਕੀਤੀ ਬਹੁਤ ਅਨਫੋਰਚੂਨੇਟ ਗੱਲ ਹੈ। ਸਰ। ਤੁਹਾਡੇ ਜਵਾਬ ਨੇ ਨਾ ਮੈਨੂੰ ਸੁਣ ਕਰਤਾ ਇੱਕ ਵਾਰੀ, ਲਾਈਕ ਆਮ ਫਰੀਜ਼ਡ। ਖਵਾਤੀਨੋ ਹਜ਼ਰਾਤ, ਹੁਣ ਤੁਸੀਂ ਇਹ ਗੱਲ ਅਬ ਸੋਚੋ, ਪ੍ਰੋਫੈਸਰ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਕਿ ਖੁਦਾ ਨਾ ਖਵਾਸਤਾ ਤੁਹਾਡੇ ਕਿਸੇ ਅਜ਼ੀਜ਼ ਦੀ ਫੋਰ ਐਗਜ਼ਾਮਪਲ ਬਰਸੀ ਹੈ ਤੇ ਆਪਾਂ ਉਹਦੀ ਬਰਸੀ ਨੂੰ ਗਮਨਾਕ ਹੋ ਕੇ ਮਨਾਉਣਾ, ਉਹ ਦਿਨ ਸਾਨੂੰ ਯਾਦ ਆਣਾ ਜਾਂ ਆਪਾਂ ਉੱਥੇ ਆਪਣੀ ਇੰਜੋਇਮੈਂਟ ਕਰਨੀ। ਤੇ ਇਸ ਤੋਂ ਵੱਡਾ ਤੇ ਜ਼ੁਲਮ ਹੋਇਆ ਹੀ ਨਹੀਂ ਹੈ ਤਾਰੀਖ ਦੇ ਵਿੱਚ ਕਿਥਾਂ ਵੀ। ਬੇਸ਼ੱਕ। ਹੋਏ 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 ਹੋਏ। ਅੱਛਾ, ਮੈਂ ਇੱਕ ਗੱਲ ਹੋਰ ਇਹਦੇ ਤੇ ਐਡ ਕਰਾਂ। ਸਾਡੇ ਸਾਹਮਣੇ 16 ਦਸੰਬਰ ਆਂਦਾ ਹੈ ਔਰ ਜਿਹੜਾ APS ਸਾਨਿਆ ਪਿਸ਼ਾਵਰ ਦਾ APS ਬਿਲਕੁਲ ਸਾਨਿਆ ਹੋਇਆ, ਉਹ ਜਦੋਂ 16 ਦਸੰਬਰ ਆਂਦਾ ਹੈ ਤੇ ਇੱਕ ਅਜੀਬ ਗਮ ਦੀ ਕੈਫੀਅਤ ਏਦਾਂ ਹੀ ਪੂਰਾ ਹੈ, ਮੁਲਕ ਫੀਲ ਬਿਲਕੁਲ ਕਰਦਾ ਹੈ। ਬਿਲਕੁਲ ਤੁਸੀਂ ਵਜ੍ਹਾ ਫਰਮਾ ਰਹੇ ਹੋ। ਬੇਗੁਨਾਹ ਬੱਚਿਆਂ ਨੂੰ ਸ਼ਹੀਦ ਕੀਤਾ ਬਿਲਕੁਲ। ਗਿਆ, ਜ਼ੁਲਮਨ ਸ਼ਹੀਦ ਕੀਤਾ ਗਿਆ, ਬਿਲਕੁਲ ਉਹ ਸਾਡੇ ਬੱਚੇ ਸਨ। ਔਰ ਫਿਰ ਕੌਮ ਦੇ ਅੰਦਰ ਇੱਕ ਸੋਲੀਡੈਰਿਟੀ ਪੈਦਾ ਹੋਈ। ਅੱਜ ਤੱਕ ਅਸੀਂ ਉਹਨੂੰ ਸੈਲੀਬ੍ਰੇਟ ਔਰ ਆਬਜ਼ਰਵ ਕਰਨੇ ਆ ਸੋਲੀਡੈਰਿਟੀ ਦੇ ਦਰਜੇ ਦੇ ਉੱਤੇ। ਬਿਲਕੁਲ। ਤੇ ਇਹ ਕੌਮੀ ਮਸਲਾ ਹੈ ਨਾ, ਇਹ ਕੋਈ ਦੀਨ ਦਾ ਮਸਲਾ ਨਹੀਂ ਹੈ, ਕੌਮੀ ਮਸਲਾ ਹੈ। ਤੇ ਉਸ ਤੋਂ ਵੱਧ ਕੇ ਸਾਨਿਆ ਕਰਬਲਾ ਹੈ, ਇਮਾਮੇ ਅਲੀ ਮੁਕਾਮ ਦੀ ਸ਼ਹਾਦਤ, ਇਮਾਮੇ ਅਲੀ ਮੁਕਾਮ ਦੇ ਖਾਨਦਾਨ ਦੀ ਸ਼ਹਾਦਤ। ਉਸ ਤੋਂ ਬਲਕਿ ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਮੈਂ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਵਾਕਿਆ ਤੁਹਾਡੇ ਸਾਹਮਣੇ ਰੱਖਿਆ। ਤੇ ਜ਼ਿੰਦਾ ਕੌਮਾਂ ਜਿਹੜੀਆਂ ਨੇ ਉਹ ਜਿਹੜੇ ਦਿਨ ਦੇ ਅੰਦਰ ਸਾਨਿਹਾਤ ਹੁੰਦੇ ਨੇ ਉਹਨੂੰ ਵੀ ਖਾਸ ਅੰਦਾਜ਼ ਨਾਲ ਆਬਜ਼ਰਵ ਕਰਦੀਆਂ ਨੇ। ਬਿਲਕੁਲ ਵਜ੍ਹਾ ਫਰਮਾ ਰਹੇ ਹੋ ਪ੍ਰੋਫੈਸਰ ਸਾਹਿਬ। 10 ਮੁਹर्रम ਦਾ ਦਿਨ, ਸਾਨਿਹਾ ਕਰਬਲਾ ਦਾ ਦਿਨ, ਇੱਕ ਬੰਦੇ ਬਾਰੇ ਬਹੁਤ ਗੱਲ ਕੀਤੀ ਜਾਂਦੀ, ਯਜ਼ੀਦ, ਤੇ ਯਜ਼ੀਦ ਦੇ ਨਾਲ ਸ਼ਿਮਰ, ਜਿਹਨੂੰ ਆਪਾਂ, ਜੇ ਮੈਂ ਆਪਣੀ ਗੱਲ ਕਰਾਂ ਤੇ ਆਵਾਮ ਵੀ ਜਿਹੜੇ ਵੇਖਣ ਵਾਲੇ ਨੇ, ਬਦਬਖਤ ਦਾ ਟੈਗ ਲਾਇਆ ਜਾਂਦਾ ਸ਼ਿਮਰ ਦੇ ਨਾਲ। ਸ਼ਿਮਰ ਦੀ ਪਰਸਨੈਲਿਟੀ ਤੇ ਮੈਂ ਚਾਹਨਾ ਕਿ ਕਿਉਂਕਿ ਅਸੀਂ ਫਜ਼ੀਲਤ ਸੁਣਦੇ ਆਏ ਹਾਂ ਸਾਰਿਆਂ ਕੋਲੋਂ ਕਿ ਮੁਹर्रम ਦੇ ਦਿਨ ਦੀ ਇਹ ਫਜ਼ੀਲਤ ਹੈ ਤੇ ਸਾਨਿਆ ਕਰਬਲਾ ਕੀ ਸੀ, ਸਾਰੀਆਂ ਸ਼ੈਵਾਂ ਅਸੀਂ ਸੁਣੀਆਂ। ਮੈਂ ਆਪਣੀ ਪਰਸਨਲ ਨੌਲੇਜ ਵਾਸਤੇ ਤੇ ਲੋਕਾਂ ਵਾਸਤੇ ਜਿਹੜੇ ਵੇਖ ਰਹੇ ਨੇ ਇਹਨਾਂ ਵਾਸਤੇ ਮੈਂ ਜਾਣਨਾ ਚਾਹਨਾ ਸ਼ਿਮਰ ਅ ਪਾਰਟਿਕੂਲਰ ਪਰਸਨੈਲਿਟੀ। ਜੇ ਸ਼ਿਮਰ ਨੂੰ ਡਿਸਕ੍ਰਾਈਬ ਕਰਨਾ ਹੋਏ, ਸ਼ਿਮਰ ਦੀ ਲਾਈਫ ਨੂੰ ਜਾਂ ਉਹਦੀ ਪਰਸਨੈਲਿਟੀ ਨੂੰ, ਮਤਲਬ ਕਿ ਬਹੁਤ ਸਾਰੇ ਲੋਕੀ ਇਹ ਆਂਦੇ ਨੇ ਕਿ ਯਜ਼ੀਦ ਦੇ ਆਰਡਰਸ ਐ ਸਨ ਕਿ ਇਮਾਮ ਹੁਸੈਨ ਨੂੰ ਉਦਾਂ ਹੀ ਲੈ ਕੇ ਆਇਆ ਜਾਏ। ਸ਼ਿਮਰ ਨੇ ਆਪਣੀ ਐਫੀਸ਼ੀਐਂਸੀ ਵਿਖਾਈ। ਇਹ ਸ਼ੈਵਾਂ ਆਪਾਂ ਸੁਣੀਆਂ ਨੇ, ਥੋੜੀ ਕੁਝ ਨਹੀਂ ਰੋਸ਼ਨੀ ਪਾਣਾ ਇਹਦੇ ਤੇ। ਜੀ ਇਹ ਗੱਲ ਅਸਲ 'ਚ ਦੇਖੋ, ਬਹੁਤ ਸੇ ਲੋਕ ਜਿਹੜੇ ਨੇ ਯਜ਼ੀਦ ਪਲੀਦ ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਨੇ। ਇਦਾਂ ਹੀ ਹੈ, ਆਵਾਮ ਕਹਿੰਦੀ ਹੈ ਕਿ ਜੀ ਅਮੂਮਨ ਮੁਸਲਮਾਨ ਸੀ ਤੇ ਜੰਨਤ 'ਚ ਜਾਏਗਾ ਆਪਣੀ ਸਜ਼ਾ ਪੂਰੀ ਕਰਕੇ। ਅਸਤਗਫੁਰੁल्लाह। I have heard such people stating this. ਜੰਨਤ ਇੰਨੀ ਸਸਤੀ ਹੈ ਤੇ ਫਿਰ ਅਸਤਗਫੁਰੁल्लाह। ਦੇਖੋ, ਅਗਰ ਤੇ ਮਤਲਬ ਇਹ ਜਿਹੜਾ ਤੁਸੀਂ ਇੱਕ ਸੈਂਟੀਮੈਂਟ ਦਾ ਇਜ਼ਹਾਰ ਕਰ ਰਹੇ ਹੋ, ਅਗਰ ਤੇ ਇਹ ਸੈਂਟੀਮੈਂਟ ਸਾਡੇ ਮੁਸਲਮਾਨਾਂ ਦੇ ਅੰਦਰ ਹੈ ਤੇ ਐਸੇ ਇਸਲਾਮ ਤੋਂ ਤੇ ਤੌਬਾ ਕਰਨੀ ਚਾਹੀਦੀ। ਅੱਲਾਹ ਰੱਬੁਲ ਇੱਜ਼ਤ ਨੇ ਇਹ ਕਾਇਨਾਤ ਜਿਹੜੀ ਹੈ ਅਦਲ ਦੇ ਪ੍ਰਿੰਸੀਪਲ ਦੇ ਅੰਦਰ ਪੈਦਾ ਕੀਤੀ ਹੈ। ਇਦਾਂ ਹੀ ਹੈ। ਔਰ ਫ੍ਰੀ ਵਿਲ ਇਹਦੇ ਅੰਦਰ ਹੈ। ਬੰਦਾ ਜਿਹੜਾ ਹੈ ਆਪਣੇ ਇਖਤਿਆਰ ਨਾਲ ਜੰਨਤ ਤੇ ਜਹਨਮ ਦਾ ਇਖਤਿਆਰ ਜਿਹੜਾ ਉਹ ਆਪ ਮੁੰਤਖਬ ਕਰਦਾ ਆਪਣੇ ਅਮਾਲ ਦੇ ਨਾਲ। ਦੇਖੋ, ਯਜ਼ੀਦ ਜਿਹੜਾ ਸੀ ਨਾ, ਯਜ਼ੀਦ ਪਲੀਦ ਨੂੰ ਜਦੋਂ ਇਹ ਮੁਤਮੱਕਨ ਹੋਇਆ ਹੈ, ਸਾਡੇ ਜਿਹੜੇ ਮੋਤਬਰ ਤਰੀਨ ਮਸਾਦਰ ਨੇ ਤਾਰੀਖ ਦੇ, ਉਹਦੇ ਅੰਦਰ ਇਹ ਬਿਆਨ ਹੈ ਕਿ ਉਹਨੇ ਪਹਿਲੇ ਖਤ ਲਿਖਿਆ ਮਦੀਨਾ ਦੇ ਗਵਰਨਰ ਨੂੰ। ਠੀਕ ਹੈ। ਔਰ ਉਹਨੇ ਉਸ ਖਤ ਦੇ ਅੰਦਰ ਲਿਖਿਆ ਹੈ ਕਿ ਹੁਸੈਨ ਇਬਨ ਅਲੀ ਤੋਂ ਜ਼ਬਰਦਸਤੀ ਬੈਤ ਲੋ, ਬਲਕਿ ਬਾਜ਼ ਰਵਾਇਤ ਦੇ ਅੰਦਰ ਇਹ ਅਲਫਾਜ਼ ਮੌਜੂਦ ਨੇ ਕਿ ਅਗਰ ਨਹੀਂ ਬੈਤ ਕਰਦਾ ਤੇ ਇਹਦੀ ਧੌਣ ਲਾ ਦਿਓ, ਇਹਨੂੰ ਕਤਲ ਕਰ ਦਿਓ। ਇਹ ਪਲਾਨ ਜਿਹੜਾ ਹੈ ਇਹ ਮਦੀਨੇ ਤੋਂ ਚੱਲ ਰਿਹਾ ਸੀ। ਠੀਕ ਹੈ। ਔਰ ਅੱਜ ਅਸੀਂ ਇੱਕ ਪ੍ਰੋਗਰਾਮ ਅੰਦਰ ਬੈਠੇ ਸਾਂ ਤਾਂ ਇੱਕ ਸਾਡੇ ਬੜੇ ਪਿਆਰੇ ਭਾਈ ਡਾਕਟਰ ਮੁਜਾਹਿਦ ਸਾਹਿਬ ਸਕਾਲਰ, ਉਹਨਾਂ ਨੇ ਬੜੀ ਮਜ਼ੇ ਦੀ ਗੱਲ ਕੀਤੀ ਔਰ ਮੈਂ ਉਹਨਾਂ ਦੇ ਰੈਫਰੈਂਸ ਨਾਲ ਇਹ ਗੱਲ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ। ਕੁਰਾਨ ਫਰਮਾਂਦਾ ਹੈ ਜਨਾਬੇ ਮੂਸਾ ਅਲੈਹਿਸਲਾਮ ਦਾ ਜਦੋਂ ਵਾਕਿਆ ਡਿਸਕ੍ਰਾਈਬ ਹੁੰਦਾ ਹੈ ਬਨੀ ਇਸਰਾਈਲ ਦਾ, ਤੇ ਆਇਤ ਕੁਰਾਨੀ ਨੇ ਕਿ ਫਿਰੌਨ ਜਿਹੜਾ ਹੈ ਬਨੀ ਇਸਰਾਈਲ ਦੇ ਜਨਾਬੇ ਮੂਸਾ ਅਲੈਹਿਸਲਾਮ ਦੀ ਕੌਮ ਦੇ ਬੱਚਿਆਂ ਨੂੰ ਜ਼ਿਬਾ ਕਰਦਾ ਸੀ, ਕੌਮ ਨੂੰ ਜ਼ਿਬਾ ਕਰਦਾ ਸੀ। ਹੁਣ ਤੁਸੀਂ ਸਵਾਲ ਕਰੋ ਕਿ ਜੀ ਫਿਰੌਨ ਨੇ ਤੇ ਇੱਕ ਵੀ ਬੰਦੇ ਨੂੰ ਕਤਲ ਨਹੀਂ ਕੀਤਾ ਕਦੀ। ਫਿਰੌਨ ਨੇ ਆਪ ਤੇ ਨਹੀਂ ਕਤਲ ਕੀਤਾ ਨਾ ਕਦੀ ਵੀ, ਤੇ ਲੇਕਿਨ ਕੁਰਾਨ ਕਹਿ ਰਿਹਾ ਕਿ ਫਿਰੌਨ ਕਤਲ ਕਰਦਾ ਸੀ। ਪਤਾ ਹੈ ਚੱਲਿਆ ਕਿ ਜਿਹੜਾ ਹੁਕਮ ਦਿੰਦਾ ਹੈ ਉਹ ਕਾਤਿਲ ਦੇ ਹੁਕਮ ਦੇ ਅੰਦਰ ਹੁੰਦਾ ਹੈ। ਉਹ ਕਾਤਿਲ ਦੀ ਕੈਟੇਗਰੀ ਹੁੰਦੀ ਹੈ। ਬਿਊਟੀਫੁਲ। ਕਾਤਿਲ ਦੀ ਕੈਟੇਗਰੀ ਹੈ ਨਾ। ਤੇ ਯਜ਼ੀਦ ਨੇ ਬਜ਼ਾਹਿਰ ਉਹ ਸਾਹਮਣੇ ਨਹੀਂ ਆਇਆ, ਮਗਰ ਯਜ਼ੀਦ ਦੀ ਜਿਹੜੀ ਪਾਲਿਸੀ ਸਨ ਉਹਨਾਂ ਦੀ ਐਗਜ਼ੀਕਿਊਸ਼ਨ ਇੱਕ ਪੂਰੀ ਬਿਊਰੋਕ੍ਰੇਸੀ ਕਰ ਰਹੀ ਹੈ। ਮੇਨ ਮਾਸਟਰਮਾਈਂਡ ਉਹ ਮਾਸਟਰਮਾਈਂਡ ਸੀ ਪਿੱਛੇ। ਤੇ ਮਦੀਨਾ ਕਿਉਂ ਛੱਡਣਾ ਪਿਆ ਇਮਾਮੇ ਅਲੀ ਮਕਾਮ ਨੂੰ? ਇਮਾਮੇ ਅਲੀ ਮਕਾਮ ਕਦੀ ਮਦੀਨਾ ਨਾ ਛੱਡਦੇ। ਜਦੋਂ ਬੈਤ ਤਲਬ ਕਰ ਰਹੇ ਹੋ ਔਰ ਇਮਾਮੇ ਅਲੀ ਮਕਾਮ ਇੱਕ ਐਸੇ ਨਿਜ਼ਾਮ ਨੂੰ ਜਿਹੜਾ ਅਨਜਸਟ ਨਿਜ਼ਾਮ ਹੈ ਉਹਦੀ ਬੈਤ ਨਹੀਂ ਕਰਨਗੇ। ਤੇ ਅਗਰ ਜਾਨ ਦਾ ਖਤਰਾ ਨਾ ਹੋਏ ਤੇ ਇਮਾਮ ਹਿਜਰਤ ਨਾ ਕਰਨ।
ਇਮਾਮ ਨੂੰ ਮਦੀਨੇ ਦੇ ਅੰਦਰ ਸ਼ਹੀਦ ਕਰਨਾ ਸੀ ਤੇ ਮਦੀਨੇ ਦੇ ਅੰਦਰ ਆਪ ਦੀ ਸ਼ਹਾਦਤ ਹੋਣੀ ਸੀ। ਇਮਾਮ ਨੇ ਮਦੀਨਾ ਛੱਡਿਆ, ਇਮਾਮ ਮੱਕਾਤੁਲ ਮੁਕਰਮਾ ਤਸ਼ਰੀਫ ਲਿਆਏ, ਉੱਥੇ ਹਾਜੀਆਂ ਦੇ ਭੇਸ ਦੇ ਅੰਦਰ ਕਿਲਰ ਸਨ। ਇਮਾਮ ਨੇ ਮੱਕਾਤੁਲ ਮੁਕਰਮਾ ਜਿਹੜਾ ਹੈ ਉਹਨੂੰ ਛੱਡਣਾ ਪਿਆ। ਹੁਣ ਜਿਹੜਾ ਮੇਨ ਕਮਾਂਡਰ ਹੈ ਨਾ, ਉਹ ਪਹਿਲੀ ਚੀਜ਼ ਸਾਨੂੰ ਅੰਡਰਸਟੈਂਡ ਕਰਨੀ ਹੈ, ਪੂਰੀ ਇੱਕ ਬਿਊਰੋਕ੍ਰੇਸੀ ਹੈ, ਹਾਇਰਾਰਕੀ ਹੈ। ਯਜ਼ੀਦ ਸਭ ਤੋਂ ਉੱਤੇ ਕੂਫੇ ਦਾ ਗਵਰਨਰ ਹੈ ਉਬੈਦੁੱਲਾ ਇਬਨ ਜ਼ਿਆਦ। ਉਬੈਦੁੱਲਾ ਇਬਨ ਜ਼ਿਆਦ ਨੇ ਥੱਲੇ ਕਮਾਂਡਰਸ ਕਾਇਮ ਕੀਤੇ ਨੇ। ਅਮਰ ਇਬਨ ਸਾਦ ਪਹਿਲਾ ਕਮਾਂਡਰ ਹੈ, शिमर दूसरा कमांडर है। ठीक हो गया। और ਇਹ ਸਾਰੇ ਲੋਕਾਂ ਨੇ ਮਿਲ ਕੇ ਹਿੱਸਾ ਪਾਇਆ ਹੈ ਇਸ ਸ਼ਹਾਦਤ ਔਰ ਇਸ ਕਤਲ ਦੇ ਅੰਦਰ। ਔਰ ਮੈਂ ਇੱਕ ਗੱਲ ਜਿਹੜੀ ਮੇਰਾ ਖਿਆਲ ਹੈ ਇਹਦੇ ਤੇ ਅਸੀਂ ਡਿਟੇਲ ਨਾਲ ਗੱਲ ਕਰ ਸਕਦੇ ਹਾਂ। ਇਨਸਾਨੀ ਜਿਹੜੀ ਕੰਡੀਸ਼ਨ ਹੈ ਨਾ, ਉਹ ਇੱਕ ਪੈਂਡੂਲਮ ਦੀ ਤਰ੍ਹਾਂ ਹੁੰਦੀ ਹੈ। ਕੁਝ ਲੋਕ ਨੇ ਜਿਹੜੇ ਅਜ਼ਲੀ ਬਦਬਖਤ ਨੇ ਔਰ ਕੁਝ ਲੋਕ ਨੇ ਜਿਹੜੀ ਅਜ਼ਲੀ ਖੁਸ਼ਬਖਤ ਨੇ। ਹਰ ਕੋਈ ਅਜ਼ਲੀ ਬਦਬਖਤ ਔਰ ਅਜ਼ਲੀ ਖੁਸ਼ਬਖਤ ਨਹੀਂ ਹੁੰਦਾ। ਅਜ਼ਲੀ ਖੁਸ਼ਬਖਤ ਉਹ ਨੇ ਜਿਨ੍ਹਾਂ ਨੂੰ ਅੱਲਾ ਨੇ ਖੁਸ਼ਬਖਤੀ ਲਈ ਚੁਣ ਲਿਆ ਹੈ। ਸਭ ਤੋਂ ਵੱਡੇ ਹਜ਼ਰਾਤ ਅੰਬੀਆ ਨੇ, ਅੱਲਾ ਦੇ ਚੁਣੇ ਹੋਏ ਨੇ, ਅੰਬੀਆ ਨੇ, ਮਾਸੂਮੀਨ ਨੇ। ਬੇਸ਼ੱਕ ਉਹਦੇ ਬਾਅਦ ਅਹਿਲੇ ਬੈਤ ਅਤਹਾਰ ਨੇ, ਸਾਲਿਹੀਨ ਨੇ, ਸਹਾਬਾ ਕਿਰਾਮ ਨੇ, ਸਾਰੀ ਕੈਟੇਗਰੀਜ਼ ਨੇ। ਇਹ ਮੁੰਤਖਬ ਲੋਕ ਨੇ। ਬੇਸ਼ੱਕ ਇਮਾਮ ਅਲੀ ਮਕਾਮ ਅੱਲਾ ਦੀ ਮਸ਼ੀਅਤ ਦੇ ਅੰਦਰ ਮੁੰਤਖਬ ਨੇ। ਉਹ ਜਵਾਨਾਨੇ ਜन्नत ਦੇ ਸਰਦਾਰ ਨੇ, ਉਹ ਤਾਹਿਰ ਹਸਤੀ ਨੇ, ਮੁਤਾਹਰ ਨੇ, ਉਹ ਆਪਣੀ ਜਗ੍ਹਾ ਤੇ ਕਾਇਮ ਨੇ। ਇसी ਤਰ੍ਹਾਂ ਫਿਰੌਨ ਹੈ, ਯਜ਼ੀਦ ਹੈ, ਬਦਬਖਤ ਤਰੀਨ ਲੋਕ ਨੇ। ਲੇਕਿਨ ਉਹਦੇ ਇਲਾਵਾ ਮੈਜੋਰਿਟੀ ਜਿਹੜੀ ਇਨਸਾਨਾਂ ਦੀ ਹੈ ਉਹ ਇੱਕ ਪੈਂਡੂਲਮ ਹੈ। ਸਾਡੀ ਜ਼ਿੰਦਗੀ ਦੇ ਅੰਦਰ ਕਮਜ਼ੋਰ ਲਮਹੇ ਵੀ ਹੁੰਦੇ ਨੇ, ਬਿਲਕੁਲ ਇਦਾਂ ਹੀ ਹੈ। ਸਾਡੀ ਜ਼ਿੰਦਗੀ ਦੇ ਅੰਦਰ ਸਈਦ ਲਮਹੇ ਵੀ ਹੁੰਦੇ ਨੇ, ਇਦਾਂ ਹੀ ਹੈ। ਅੱਛਾ ਇਨਸਾਨ ਉਹ ਹੈ ਜਿਹਦੇ ਸਈਦ ਲਮਹੇ ਜ਼ਿਆਦਾ ਹੋ ਜਾਣ, ਉਹ ਖਾਤਮਾ ਬਿਲ ਖੈਰ ਹੋ ਜਾਏ। ਬੇਸ਼ੱਕ। ਔਰ ਘਟੀਆ ਆਦਮੀ ਉਹ ਹੈ ਜਿਹੜੇ ਆਪਣੇ ਬੁਰੇ ਲਮਹਿਆਂ ਤੇ ਕਾਬੂ ਨਾ ਪਾ ਸਕੇ ਔਰ ਉਹਦਾ ਖਾਤਮਾ ਜਿਹੜਾ ਹੈ ਉਹ ਖੈਰ ਤੇ ਨਾ ਹੋਏ। ਹੁਣ शिमर ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਔਰ ਤੁਸੀਂ ਕਿਉਂਕਿ ਸਵਾਲ ਚੁੱਕਿਆ ਔਰ ਇਲਮੀ ਸਵਾਲ ਹੈ, ਇਸ ਕਰਕੇ ਮੈਂ ਇਹਦੇ ਤੇ ਗੱਲ ਵੀ ਕਰ ਰਿਹਾ ਕਿ शिमर ਉਹ ਸ਼ਖਸ ਸੀ, ਇੱਕ ਵਕਤ ਸੀ ਕਿ ਇਹ ਮੌਲਾ ਅਲੀ ਦੀ ਫੌਜ ਦੇ ਅੰਦਰ ਸੀ। शिमर ਲਾਈਨ ਯਾਨੀ ਇੱਕ ਸਈਦ ਰਸਤੇ ਦੇ ਉੱਤੇ ਸੀ। ਸਈਦ ਰਸਤੇ ਦੇ ਅੰਦਰ ਤਾਂ ਤਵਾਰੀਖ ਦੱਸਦੀਆਂ ਨੇ, ਯਾਨੀ ਮੌਲਾ ਅਲੀ ਜਦੋਂ ਖਲੀਫਾ ਸਨ, ਖਲੀਫਾ ਚਾਹਰਮ, ਇਹ ਮੌਲਾ ਦੀ ਫੌਜ ਦੇ ਅੰਦਰ ਸੀ, ਉੱਥੇ ਮੌਲਾ ਦੇ ਖਿਦਮਤਗਾਰਾਂ ਦੇ ਅੰਦਰ ਸੀ। ਲੇਕਿਨ ਜਦੋਂ ਬਦਬਖਤੀ ਦੀ ਤਰਫ ਗਿਆ ਤੇ ਯਜ਼ੀਦੀ ਹੋ ਗਿਆ, ਉਬੈਦੁੱਲਾ ਇਬਨ ਜ਼ਿਆਦ ਦੀ ਆਰਮੀ 'ਚ ਚਲਾ ਗਿਆ। ਔਰ ਫਿਰ ਐਸਾ ਬਦਬਖਤ ਹੋਇਆ ਕਿ ਇਹ ਉਹ ਸ਼ਖਸ ਸੀ ਕਿ ਅਗਰ ਕੋਈ ਪੈਚਅਪ ਦੀ ਕੋਈ ਸਿਚੁਏਸ਼ਨ ਪੈਦਾ ਵੀ ਹੋਣਾ ਚਾਹੁੰਦੀ ਸੀ ਤੇ ਇਹ ਵਿੱਚ ਪੈ ਕੇ ਕਹਿੰਦਾ ਸੀ ਕਿ ਨਹੀਂ, ਫੌਰੀ ਹੁਸੈਨ ਇਬਨ ਅਲੀ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਇਹ ਉਬੈਦੁੱਲਾ ਇਬਨ ਜ਼ਿਆਦ ਨੂੰ ਵੀ ਇਨਫਲੂਐਂਸ ਕਰਦਾ ਸੀ ਔਰ ਇਹ ਅਮਰ ਇਬਨ ਸਾਦ ਜਿਹੜਾ ਕਮਾਂਡਰ ਸੀ ਉਹਨੂੰ ਵੀ ਇਨਫਲੂਐਂਸ ਕਰਦਾ ਸੀ। ਔਰ ਮੇਨ ਕਿਲਰਸ ਆਫ ਇਮਾਮ ਅਲੀ ਮਕਾਮ ਦੇ ਅੰਦਰ ਸ਼ਾਮਿਲ ਸੀ। ਤੇ ਆ ਤੁਹਾਡੇ ਵਿਊਅਰਸ ਲਈ ਜਿਹੜੀ ਮੈਂ ਇੱਥੇ ਮੈਸੇਜ ਛੱਡਣਾ ਚਾਹਾਂਗਾ ਉਹ ਹੈ ਵੇ ਕਿ ਇੱਕ ਕਿਰਦਾਰ ਤੁਹਾਡੇ ਸਾਹਮਣੇ ਹੁਰ ਦਾ ਹੈ। ਹੁਰ ਵੀ ਪੈਂਡੂਲਮ ਦੇ ਅੰਦਰ ਹੈ। ਹੁਰ ਜਿਹੜਾ ਹੈ ਖਾਤਮਾ ਬਿਲ ਖੈਰ, ਉਹ ਯਜ਼ੀਦ ਦੀ ਆਰਮੀ ਨੂੰ ਛੱਡ ਕੇ ਇਮਾਮ ਹੁਸੈਨ ਦੀ ਆਰਮੀ 'ਚ ਆ ਗਿਆ। शिमर ਉਹ ਬਦਬਖਤ ਹੈ ਜਿਹੜਾ ਕਦੀ ਮੌਲਾ ਅਲੀ ਦੀ ਆਰਮੀ 'ਚ ਸੀ ਤੇ ਉਹ ਹੁਸੈਨ ਦੀ ਆਰਮੀ ਦੇ ਖਿਲਾਫ ਖੜਾ ਹੋ ਗਿਆ, ਉਹ ਯਜ਼ੀਦੀ ਹੋ ਗਿਆ। ਔਰ ਅਮਰ ਇਬਨ ਸਾਦ ਉਹ ਵੀ ਪੈਂਡੂਲਮ ਦੇ ਦੂਜੇ ਤਰਫ ਚਲਾ ਗਿਆ ਨਾ, ਕਿ ਇੱਕ ਅਜ਼ੀਮ ਹਸਤੀ ਦਾ ਬੇਟਾ ਹੈ। ਔਰ ਜਿਸ ਤਰ੍ਹਾਂ ਹਜ਼ਰਤ ਨੂਹ ਅਲੈਹਿ ਸਲਾਮ ਪਿਸਰੇ ਨੂਹ ਦੀ ਗੱਲ ਹੁੰਦੀ ਹੈ, ਤਾਂ ਉਹ ਵੀ ਪਿਸਰੇ ਨੂਹ ਦੀ ਤਰ੍ਹਾਂ ਜਹੰਨਮ ਦੇ ਅੰਦਰ ਚਲਾ ਗਿਆ। ਤੇ ਸਾਡੀ ਯੂਥ ਨੂੰ, ਸਾਡੇ ਜਵਾਨਾਂ ਨੂੰ ਇਹ ਸਮਝਣਾ ਹੈ ਕਿ ਇਹ ਜਿਹੜਾ ਪੈਂਡੂਲਮ ਹੈ ਲਾਈਫ ਦਾ, ਅਸੀਂ ਸਈਦ ਪਾਸੇ, ਸਾਦ ਪਾਸੇ, ਅਸੀਂ ਬਦਬਖਤੀ ਪਾਸੇ ਆਪਣਾ ਖਾਤਮਾ ਨਹੀਂ ਕਰਵਾਣਾ, ਅਸੀਂ ਸਈਦ ਪਾਸੇ अपना खात्मा करवाना है। वरना शिमर लाइन एक बदतरीन एग्जाम्पल है कि जेड़ा बंदा किसी तौर किसी लेवल दे उत्ते जन्नत दे रस्ते दी तरफ जा सकदा सी, उन्ने जहन्नुम खरीद ली, जहन्नुम मुंतखब। अल्लाह ने किहो जिहा कुफर लाता दिल ते हिदायत दित्ती ते वापस ले लई। हाँ ਯਕੀਨ ਕਰੋ ਮੈਂ शिमर ਦੇ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ शिमर ਮੇਨਲੀ ਇਨਵੋਲਵ ਸੀ। ਪ੍ਰੋਫੈਸਰ ਸਾਹਿਬ, ਬਾਜ਼ ਲੋਕੀ ਆਪਣੇ ਆਪਣੇ ਫਤਵੇ ਵੀ ਦਿੰਦੇ ਨੇ ਹੁਣ ਟੌਪਿਕਸ ਤੇ। ਹੁਣ ਮੈਂ ਸਵਾਲ ਐਸੇ ਹੀ ਸਵਾਲ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਮੈਂ ਇੱਕ ਗੱਲ ਕੀਤੀ ਕਿ ਯਜ਼ੀਦ ਬਾਰੇ ਬਹੁਤ ਸਾਰੇ ਮੌਲਵੀ ਇਹ ਕਹਿੰਦੇ ਨੇ ਕਿ ਜੀ ਯਜ਼ੀਦ ਵੀ ਮੁਸਲਮਾਨ ਸੀ। ਹੁਣ ਕਰਬਲਾ ਹੋ ਰਹੀ ਹੈ, ਇੱਥੇ ਵੀ ਅਜ਼ਾਨ, ਉੱਥੇ ਵੀ ਅਜ਼ਾਨ। ਯਜ਼ੀਦ ਮੁਸਲਮਾਨ ਸੀ ਤੇ ਮੁਸਲਮਾਨਾਂ ਵਾਸਤੇ ਹਮੇਸ਼ਾ ਇੱਕ ਹਦੀਸ ਉਹ ਕੋਟ ਕਰਦੇ ਨੇ ਕਿ ਜੀ ਮੁਸਲਮਾਨ ਨੇ ਆਪਣੀ ਸਜ਼ਾ ਪੂਰੀ ਕਰਕੇ ਤੇ ਜੰਨਤ ਦੇ ਵਿੱਚ ਜਾਣਾ। ਮੈਂ ਬੀਇੰਗ ਅ ਮੁਸਲਿਮ, ਕਿਉਂਕਿ ਅਮੂਮਨ ਲੋਕੀ ਆਂਦੇ ਨਾ ਕਿ ਅਸੀਂ ਸ਼ੀਆ, ਜਿਸ ਸ਼ੀਆ ਦਾ ਮਤਲਬ ਮੌਲਾ ਅਲੀ ਮੇਰੇ ਨਬੀ ਦੀ ਜ਼ਾਤ ਤੇ ਅਹਿਲੇ ਬੈਤ ਨਾਲ ਇਸ਼ਕ ਹੈ ਨਾ, ਤੇ ਮੈਂ ਸਭ ਤੋਂ ਵੱਡਾ ਸ਼ੀਆ। ਮੈਂ ਗੱਲ ਆਨਲਾਈਨ ਪਲੇਟਫਾਰਮ ਕਰਨਾ ਸਰ, ਲੇਕਿਨ
ਯਜ਼ੀਦ ਨੂੰ ਇਹ ਕਹਿਣਾ ਕਿ ਜੀ ਉਹ ਵੀ ਮੁਸਲਮਾਨ ਸੀ, ਉਹ ਆਪਣੀ ਸਜ਼ਾ ਪੂਰੀ ਕਰਕੇ ਤੇ ਉਹ ਜੰਨਤ ਦੇ ਵਿੱਚ ਜਾਏਗਾ, ਇਹ ਜਿਹੜੇ ਲੋਕੀ ਲਾਉਂਦੇ ਨੇ ਫਤਵਾ, ਇਹਨਾਂ ਨੂੰ ਤੁਸੀਂ ਦੀਨ ਦਾ ਠੇਕੇਦਾਰ ਕਹੋਗੇ, ਕੀ ਕਹੋਗੇ? ਦੇਖਿਓ, ਇਹ ਬਦਬਖਤੀ ਦਾ ਇੱਕ ਤਸਲਸਲ ਹੈ। ਇਸਲਾਮ ਕਿਹਨੂੰ ਕਹਿੰਦੇ ਹੋ ਤੁਸੀਂ? ਪਹਿਲੇ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ। ਵਾਟ ਇਜ਼ ਇਸਲਾਮ? ਠੀਕ ਹੈ, ਇਸਲਾਮ ਹੈ ਵੇ, ਇਸਲਾਮ ਦੇ ਜਦੋਂ ਅਸੀਂ ਅਕਾਇਦ ਪੇਸ਼ ਕਰਨੇ ਆ, ਤੁਸੀਂ ਅੱਲਾ ਨੂੰ ਇੱਕ ਮੰਨਦੇ ਹੋ, ਬੇਸ਼ੱਕ, ਠੀਕ ਹੈ, ਉਹਦੇ ਮਲਾਇਕਾ ਤੇ ਈਮਾਨ ਰੱਖਦੇ ਹੋ, ਬੇਸ਼ੱਕ, ਉਹਦੇ ਨਬੀਆਂ ਤੇ ਈਮਾਨ ਲਿਆਂਦੇ ਹੋ, ਬੇਸ਼ੱਕ, ਨਬੀਆਂ ਦੇ ਉੱਤੇ ਕਿਤਾਬਾਂ ਆਈਆਂ ਈਮਾਨ ਲਿਆਂਦੇ ਹੋ, ਰੋਜ਼ੇ ਕਿਆਮਤ ਤੇ ਈਮਾਨ ਲਿਆਂਦੇ ਹੋ, ਤਕਦੀਰ ਅੱਲਾ ਦੀ ਤਰਫੋਂ ਹੈ ਉਹਦੇ ਤੇ ਈਮਾਨ ਲਿਆਂਦੇ ਹੋ, ਖੈਰ ਸ਼ਰ ਅੱਲਾ ਦੀ ਤਰਫੋਂ ਤੇ ਈਮਾਨ। ਇਹ ਅਕਾਇਦ ਨੇ ਤੁਹਾਡੇ। ਈਮਾਨ ਦੀ ਇੱਕ ਇੰਪੋਰਟੈਂਟ ਕਸੌਟੀ ਹੈ ਨਬੀਆਂ ਤੇ ਈਮਾਨ। ਹਾਂ, ਬੇਸ਼ੱਕ। ਅਗਰ ਤੁਸੀਂ ਕਲਮਾ ਜ਼ਾਰੀ ਤੌਰ ਤੇ ਪੜਿਆ ਹੋਇਆ ਹੈ ਔਰ ਤੁਸੀਂ ਜਿਸ ਨਬੀ ਦਾ ਕਲਮਾ ਪੜ੍ਹ ਰਹੇ ਉਹਨੂੰ ਅਜ਼ੀਅਤ ਦਿੰਦੇ ਹੋ, ਤੇ ਤੁਹਾਡਾ ਇਸਲਾਮ ਬਾਕੀ ਰਹੇਗਾ? ਜ਼ਬਰਦਸਤ, ਸੁਭਾਨ ਅੱਲਾਹ, ਤੁਹਾਡਾ ਇਸਲਾਮ ਬਾਕੀ ਰਹੇਗਾ? ਇਹ ਸਵਾਲ ਹੈ। ਵਾਹ, ਬਿਲਕੁਲ ਨਹੀਂ। ਤੁਸੀਂ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਕੋਈ ਸ਼ਖਸ ਨਾਉਜ਼ ਬਿल्ला ਕੋਈ ਅਦਨਾ ਜੁਮਲਾ ਬੋਲਦੇ, ਉਹਦਾ ਈਮਾਨ ਚਲਾ ਜਾਂਦਾ ਹੈ, ਈਮਾਨ ਚਲਾ ਜਾਂਦਾ ਹੈ। ਸਰਕਾਰੇ ਦੋ ਆਲਮ ਦੀ ਹਦੀਸ ਹੈ ਸੱਲੱਲਾਹੁ ਅਲੈਹਿ ਵਸੱਲਮ, ਜਿਨਨੇ ਮਦੀਨੇ ਵਾਲਿਆਂ ਨੂੰ ਡਰਾਇਆ ਉਹ ਜਹੰਨਮ ਚ ਜਾਣਗੇ। ਹਾਏ ਹਾਏ ਹਾਏ। ਮੈਨੂੰ ਇੱਕ ਸਵਾਲ ਹੈ, ਉਲਮਾ ਤੋਂ ਜ਼ਰਾ ਪੁੱਛੋ ਜਿਹੜੇ ਆ ਯਜ਼ੀਦ ਦੇ ਬੜੇ ਡਿਫੈਂਡਰਸ ਨੇ, ਮਦੀਨਾ ਤੈਯਬਾ ਤੇ ਵਾਕਿਆ ਕਰਬਲਾ ਦੇ ਬਾਅਦ ਕਿੰਨੇ ਹਮਲਾ ਕੀਤਾ ਸੀ? ਵਾਕਿਆ ਹਰਰਾ ਕਿਹਨੂੰ ਕਹਿੰਦੇ ਨੇ? ਮਸਜਿਦ ਨਬਵੀ ਦੇ ਅੰਦਰ 3-3 ਦਿਨ ਰਿਆਜ਼ੁਲ ਜੰਨਾ ਦੇ ਅੰਦਰ ਘੋੜੇ ਬੰਦੇ ਗਏ, ਮਸਜਿਦ ਨਬਵੀ ਦੇ ਅੰਦਰ ਅਜ਼ਾਨ ਨਹੀਂ ਹੋਈ। ਯਜ਼ੀਦ ਪਲੀਤ ਦੀ ਆਰਮੀ ਮਸਜਿਦ ਨਬਵੀ ਦੀ ਸੇਕਰੇਡ ਨੇਚਰ ਨੂੰ ਬਰੀਚ ਕਰਦੀ ਰਹੀ। ਇਹ ਮੈਂ ਨਹੀਂ ਕਹਿ ਰਿਹਾ, ਹਾਫਿਜ਼ ਇਮਾਦੁਦੀਨ ਕਸੀਰ ਕਹਿ ਰਹੇ ਨੇ, ਅਲਾਮਾ ਜਰੀਰ ਤਬਰੀ ਕਹਿ ਰਹੇ ਨੇ, ਸਾਡੇ ਅਹਿਲੇ ਸੁन्नत ਦੇ तमाम ਮੁਰਖੀਨ ਕਹਿ ਰਹੇ ਨੇ। ਯਾਨੀ ਵਾਕਿਆ ਤੁਸੀਂ ਆਲੇ ਰਸੂਲ ਨੂੰ ਕਤਲ ਕਰਦੇ ਹੋ ਤੇ ਤੁਸੀਂ ਨਬੀ ਨੂੰ ਅਜ਼ੀਅਤ ਨਹੀਂ ਦਿੰਦੇ, ਤੁਸੀਂ ਮਦੀਨੇ ਤੇ ਹਮਲਾ ਆਵਰ ਹੋ ਜਾਓ, ਤੁਸੀਂ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਅਜ਼ੀਅਤ ਦੇ ਬਾਇਸ ਨਹੀਂ ਹੋ, ਤੁਸੀਂ ਮੱਕਾ ਦੇ ਉੱਤੇ ਚੜ੍ਹ ਦੌੜੋ, ਮੱਕਾ ਦੇ ਪਰਦੇ ਜਲਾ ਦਿਓ। ਜਾਂ ਤੀਸਰੇ ਸਾਲ ਇਹਨੇ ਇਹ ਵਾਕਿਆ ਕੀਤਾ ਤੇ ਕੁਛ ਨਹੀਂ, ਤੁਹਾਡਾ ਈਮਾਨ ਕਾਇਮ ਹੈ। ਕੈਸਾ ਈਮਾਨ ਹੈ? ਇਸ ਤੋਂ ਅੱਗੇ ਤੇ ਗੱਲ ਹੀ ਕੋਈ ਨਹੀਂ ਰਹੀ। ਯਾਨੀ ਤੁਸੀਂ ਖਾਨਾ ਕਾਬਾ ਨੂੰ ਕਿਤੇ ਪਰਦੇ ਜਲਾ ਦਿਓ, ਖਾਨਾ ਕਾਬਾ ਤੇ ਮੰਜਨੀਕਾ ਨਾਲ ਫਾਇਰਿੰਗ ਕਰਦੇ ਹੋ, ਤੁਹਾਡਾ ਈਮਾਨ ਹੀ ਨਹੀਂ ਜਾਂਦਾ। ਹਾਏ ਹਾਏ ਹਾਏ। ਮਨੀ ਇਹ ਤੁਸੀਂ ਕਹਿ ਰਹੇ ਹੋ ਜੀ ਆਲੇ ਰਸੂਲ ਨੂੰ ਕਤਲ ਕੀਤਾ, ਉਹਨੂੰ ਪਤਾ ਨਹੀਂ ਲੱਗਾ ਹੈ, ਤੇ ਅਮਰ ਇਬਨ ਸਾਦ ਨੇ ਤੇ ਉਬੈਦੁੱਲਾ ਇਬਨ ਜ਼ਿਆਦ ਨੇ ਤੇ ਸ਼ਿਮਰ ਨੇ ਕੀਤਾ, ਉਹਨੇ ਤੇ ਬਾਅਦ 'ਚ ਬੜੀ ਗੱਲ ਕੀਤੀ। ਤੇ ਜਿਹੜਾ ਉਹ ਛੜੀ ਮਾਰ ਰਿਹਾ ਸੀ ਇਮਾਮੇ ਪਾਕ ਦੇ ਸਰੇ ਅਨਵਰ ਨੂੰ, ਜਿਹੜੇ ਸਾਡੇ ਹਿਸਟੋਰੀਅਨਸ ਨੇ ਰਿਕਾਰਡ ਕੀਤਾ, ਔਰ ਸਾਹਬੀ ਰਸੂਲ ਹਜ਼ਰਤ ਬੁਰੈਜ਼ਾ ਅਸਲਮੀ ਖੜੇ ਹੋ ਕੇ ਉਹਨਾਂ ਨੇ ਕਿਹਾ, ਬਦਬਖਤ ਆਪਣੀ ਛੜੀ ਹਟਾ ਲੈ, ਇਹਨਾਂ ਲਬਾਂ ਤੇ ਮੈਂ ਸਰਕਾਰੇ ਦੋ ਆਲਮ ਨੂੰ ਚੁੰਮਦੇ ਦੇਖਿਆ ਸੱਲੱਲਾਹੁ ਅਲੈਹਿ ਵਸੱਲਮ। ਉਹ ਜਦੋਂ ਬਦਬਖਤ ਇਹ ਕਹਿ ਰਿਹਾ ਸੀ ਕਿ ਅੱਜ ਬਦਰ ਵਾਲੇ ਮੇਰੇ ਬਜ਼ੁਰਗ ਜ਼ਿੰਦਾ ਹੁੰਦੇ ਤੇ ਮੈਂ ਉਹਨਾਂ ਨੂੰ ਦੱਸਦਾ ਮੈਂ ਬਦਰ ਦਾ ਬਦਲਾ ਲੈ ਲਿਆ, ਇਹ ਬਨੂ ਹਾਸ਼ਿਮ ਨੇ ਡਰਾਮਾ ਕੀਤਾ ਸੀ, ਨਾ ਕੋਈ ਨਬੂਵਤ ਆਈ ਨਾ ਕੋਈ ਫਰਿਸ਼ਤਾ ਆਇਆ, ਅੱਜ ਬਨੂ ਉਮਈਆ ਜਿਹੜਾ ਵਾਪਸ ਆਪਣੀ ਪਾਵਰ ਦੇ ਅੰਦਰ ਆ ਗਿਆ। ਕਿਆ ਸਾਡੀ ਰਵਾਇਤਾਂ ਨਹੀਂ? ਤੇ ਈਮਾਨ ਬਾਕੀ ਰਹਿ ਗਿਆ ਉਹਦਾ। ਸਰਕਾਰੇ ਦੋ ਆਲਮ ਤੇ ਈਮਾਨ ਹੈ ਤੇ ਹਰਕਤਾਂ ਕਰ ਰਿਹਾ। ਸਰਕਾਰੇ ਦੋ ਆਲਮ ਤੇ ਈਮਾਨ ਦਾ ਇੱਕ ਜ਼ਰਰਾ ਹੁੰਦਾ ਤੇ ਆਲੇ ਰਸੂਲ ਦੇ ਕਿਲਰਸ ਨੂੰ ਗ੍ਰਿਫਤਾਰ ਕਰਦਾ, ਦੱਸਦਾ ਕਿ ਯਾਰ ਇਹਨਾਂ ਨੇ ਗਲਤ ਕੀਤਾ, ਮੈਂ ਇਸ ਕਤਲ ਦੇ ਅੰਦਰ ਸ਼ਾਮਿਲ ਨਹੀਂ ਹਾਂ। ਉਬੈਦੁੱਲਾ ਇਬਨ ਜ਼ਿਆਦ ਨੂੰ ਫੜਦਾ, ਅਮਰ ਇਬਨ ਸਾਦ ਨੂੰ ਫੜਦਾ, ਸ਼ਿਮਰ ਨੂੰ ਫੜਦਾ, ਉਹਨਾਂ ਕਿਲਰਸ ਨੂੰ ਸਜ਼ਾ ਦਿੰਦਾ, ਸਜ਼ਾ ਦਾ ਨਫਾਜ਼ ਕਰਦਾ, ਸਜ਼ਾ ਤੇ ਨਹੀਂ ਨਾਫਜ਼ ਹੋਈ। ਇਹ ਸਾਰਾ ਡਰਾਮਾ ਹੈ, ਸਾਰਾ ਝੋਲ ਹੈ। ਜਦੋਂ ਯਜ਼ੀਦ ਨੂੰ ਇਹ ਸਮਝ ਆਈ ਕਿ ਆਲੇ ਰਸੂਲ ਦੀ ਸ਼ਹਾਦਤ ਮੇਰੀ ਹਕੂਮਤ ਦਾ ਖਾਤਮਾ ਕਰ ਸਕਦੀ ਹੈ, ਤਾਂ ਫਿਰ ਉਹ ਹੈ ਡਬਲ, ਤੈਨੂੰ ਕਹਿੰਦੇ ਨੇ ਡਿਸੈਪਸ਼ਨ ਵਾਲੀ ਗੇਮ, ਡਿਸੈਪਸ਼ਨ ਵਾਲੀ ਗੇਮ ਹੈ। ਅੱਜ ਤੁਸੀਂ ਦੇਖੋ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਤੁਰਕੀ ਦੇ ਸਫਾਰਤਖਾਨੇ ਦੇ ਅੰਦਰ ਇੱਕ ਜਿਹੜਾ ਹੈ ਸਾਫੀ, ਉਹ ਅੱਜ ਤੋਂ ਕੁਝ ਸਾਲ ਪਹਿਲੇ ਉਹਦਾ ਕਤਲ ਹੋਇਆ। ਸਭ ਨੂੰ ਪਤਾ ਹੈ ਕਿ ਕੌਣ ਇਨਵੋਲਵ ਹੈ, ਕੌਣ ਹੈ ਨਹੀਂ ਹੈ। ਬਾਅਦ 'ਚ ਉਹੀ ਲੋਕ ਤਾਜ਼ੀਅਤ ਕਰਦੇ ਰਹੇ ਉਹਦੇ ਬੱਚਿਆਂ ਦੇ ਨਾਲ, ਕਹਿੰਦੇ ਰਹੇ ਬੜਾ ਅਫਸੋਸ ਹੋਇਆ। ਸਭ ਨੂੰ ਪਤਾ ਹੈ, ਸਭ ਨੂੰ ਪਤਾ ਹੈ ਕਿੰਨੇ ਕਤਲ ਕੀਤਾ, ਕਿੰਨੇ ਹੁਕਮ ਤੇ ਕੀਤਾ, ਇੰਟੈਲੀਜੈਂਸ ਏਜੰਸੀ ਦੇ ਪੂਰੇ ਨੈਟਵਰਕ ਨੂੰ ਪਤਾ ਹੈ ਕੀ ਮਾਮਲਾ ਹੋਇਆ ਸੀ। ਇਹ ਬਾਦਸ਼ਾਹਤਾਂ ਦੀ ਇਹ ਡਿਸੈਪਸ਼ਨ ਦੀ ਪਾਲਿਸੀ ਹੈ, ਧੋਖੇ ਦੀ, ਕਿ ਜਦੋਂ ਇੱਕ ਜ਼ੁਲਮ ਕਰ ਦਿੰਦੇ ਨੇ, ਜ਼ੁਲਮ ਨੂੰ ਕਵਰ ਕਰਨ ਲਈ ਉਹ ਫਿਰ ਕਿਤੇ ਜੀ ਉਹ ਜੀ ਸਾਨੂੰ ਤੇ ਪਤਾ ਨਹੀਂ ਲੱਗਾ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਯਜ਼ੀਦ ਇੱਕ ਮਕਰੂਹ ਤਰੀਨ ਕਿਰਦਾਰ ਹੈ। ਸਾਡੇ ਵੱਡੇ ਵੱਡੇ ਆਇਮਾ ਨੇ ਉਹ ਇਹਦੇ ਉੱਤੇ ਕਲਾਮ ਕੀਤਾ ਹੈ ਕਿ ਬਈ ਯਜ਼ੀਦ ਪਹਿਲੇ ਅਗਰ ਮੁਸਲਮਾਨ ਹੈਗਾ ਵੀ ਸੀ ਤੇ ਆਲੇ ਰਸੂਲ ਦਾ ਕਤਲ ਅਜ਼ੀਅਤ ਮੁਸਤਫਾ ਹੈ। ਅਜ਼ੀਅਤ ਮੁਸਤਫਾ ਜੋ ਸ਼ਖਸ ਦਿੰਦਾ ਹੈ ਸਰਕਾਰੇ ਪਾਕ ਦੀ ਜ਼ਾਤ ਨੂੰ, ਉਹਦਾ ਤੇ ਈਮਾਨ ਵੈਸੀ ਸਾਕਿਤ ਹੋ ਜਾਂਦਾ ਹੈ, ਅਬੋਰਟ ਹੋ ਜਾਂਦਾ ਹੈ, ਉਹ ਤੇ ਅਜ਼ਲੀ ਅਬਦੀ ਬਦਬਖਤ ਔਰ ਮਲੂਨ ਬਣ ਜਾਂਦਾ ਹੈ।
ਤੇ ਅੱਜ ਦੇ ਦਿਨ ਮੇਰਾ ਖਿਆਲ ਹੈ ਯਜ਼ੀਦ ਦੀ ਜਿਹੜੀ ਵਕਾਲਤ ਹੈ ਉਹ ਕੋਈ ਯਜ਼ੀਦੀ ਕਰ ਸਕਦਾ ਹੈ ਹਾਏ ਔਰ ਕੋਈ ਮੂਮਿਨ ਤੇ ਨਹੀਂ ਕਰ ਸਕਦਾ। ਅਸੀਂ ਤੇ ਆਲੇ ਰਸੂਲ ਦੇ ਝੰਡੇ ਥੱਲੇ ਕੱਲ ਵੀ ਇਨਸ਼ਾਅੱਲਾ ਰਹਿਣਾ ਹੈ ਔਰ ਬੇਸ਼ੱਕ ਇਨਸ਼ਾਅੱਲਾ ਹਮੇਸ਼ਾ ਸਾਡਾ ਖਾਤਮਾ ਹਮੇਸ਼ਾ ਰਹਿਣਗੇ। ਖਵਾਤੀਨੋ ਹਜ਼ਰਾਤ, ਪ੍ਰੋਫੈਸਰ ਸਾਹਿਬ ਇੰਨਾ ਮੌਜੂਦ ਨੇ ਤੇ ਹਿਸਟਰੀ ਤੇ ਬਰੀਫ ਰੋਸ਼ਨੀ ਮਾਸ਼ਾਅੱਲਾ ਪਾ ਰਹੇ ਨੇ। ਹੁਣ ਵੇਖੋ, ਅੰਡਰਸਟੈਂਡ ਕਰੋ ਇਸ ਸ਼ੈ ਨੂੰ ਕਿ ਡਿਫੈਂਡ ਤੁਸੀਂ ਕਰ ਰਹੇ ਕਿ ਇਹੋ ਜਿਹੇ ਬੰਦੇ ਨੂੰ ਜਿਹੜਾ, ਕਿੰਨੀ ਸੋਹਣੀ ਗੱਲ ਪ੍ਰੋਫੈਸਰ ਸਾਹਿਬ ਨੇ ਤੇ ਕੋਡ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਨਬੀ ਦਾ ਉਮਤ ਹੀ ਕਹਿੰਦੇ ਹੋ ਤੇ ਨਬੀ ਦੇ ਉਮਤੀਆਂ ਨੂੰ ਤੇ ਅਹਿਲੇ ਬੈਤ ਨੂੰ ਤਕਲੀਫ ਦਿੰਦੇ ਹੋ, ਮੇਰੇ ਨਬੀ ਨੂੰ ਤਕਲੀਫ ਦਿੰਦੇ ਹੋ ਤੇ ਆਂਦੇ ਹੋ ਜੀ ਈਮਾਨ ਬਰਕਰਾਰ ਹੈ ਤੇ ਉਹਨੇ ਜੰਨਤ ਦੇ ਵਿੱਚ ਜਾਣਾ। ਮੈਂ ਤਾਂ ਹੈਰਾਨ ਪਰੇਸ਼ਾਨ ਹੈ ਇੱਥੇ। ਇੱਕ ਬ੍ਰੇਕ ਦਾ ਟਾਈਮ ਹੋਇਆ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਤੁਸੀਂ ਵੇਖ ਰਹੇ ਹੋ ਸਨ ਨਿਊਜ਼, ਤੁਹਾਡਾ ਮੇਜ਼ਬਾਨ ਮੁਹੰਮਦ ਅਰਹਮ ਨੇ ਵੀ ਇੱਥੇ ਮੌਜੂਦ ਹੈ ਤੇ ਮੇਰੇ ਨਾਲ ਸੈਯਦ ਫਾਹਦ ਅਲੀ ਕਾਜ਼ਮੀ ਸਾਹਿਬ ਮੌਜੂਦ ਨੇ। ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਪ੍ਰੋਫੈਸਰ ਸਾਹਿਬ, ਇੱਕ ਸਵਾਲ ਮੇਰੇ ਦਿਲ ਦੇ ਵਿੱਚ ਆਉਂਦਾ ਹੈ, ਉਹ ਹੈ ਕਿ 10 ਮੁਹर्रम 9 ਮੁਹर्रम ਇਹ ਦੋ ਪਰਟੀਕੂਲਰ ਜਾਂ 8 ਮੁਹर्रम ਪਾਕਿਸਤਾਨ ਦੇ ਵਿੱਚ 3 ਦਿਨ ਬੜੇ ਇੰਪੋਰਟੈਂਟ ਨੇ ਤੇ ਇਹਨਾਂ 3 ਦਿਨਾਂ ਦੇ ਵਿੱਚ ਕਿਉਂਕਿ ਕਰਬਲਾ ਅਗੇਨ ਪਾਣੀ ਤੇ ਕਰਬਲਾ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਾਣੀ ਦਾ ਬਹੁਤ ਗਹਿਰਾ ਤਾਲੁਕ ਹੈ ਤੋਂ ਪੂਰੇ ਸਾਲੇ ਦੇ ਵਿੱਚ ਸਬੀਲਾਂ ਲਾਉਂਦੇ ਨੇ ਲੋਕ ਤੇ ਅੱਲਾ ਦੀ ਰਾਹ ਦੇ ਵਿੱਚ ਲੋਕਾਂ ਨੂੰ ਪਾਣੀ ਪਵਾਉਂਦੇ ਨੇ ਤੇ ਖਾਣ ਪੀਣ ਦਾ ਬੰਦੋਬਸਤ ਵੀ ਹੁੰਦਾ ਹੈ, ਲੰਗਰ ਵੀ ਕਰਾਇਆ ਜਾਂਦਾ। ਇਹ ਮੈਂ ਜਾਣਨਾ ਚਾਹਨਾ ਕਿ ਇਹ ਜਿਹੜੀਆਂ ਸਬੀਲਾਂ ਲਾਣਾ, ਲੰਗਰ ਲਾਣਾ ਆਰ ਦੇ ਆਥੈਂਟਿਕ, ਮਤਲਬ ਕਿ ਇਹ ਸਾਨੂੰ, ਮਤਲਬ ਇਹ ਤੇ ਅਸੀਂ ਆਮ ਦਿਨਾਂ ਦੇ ਵਿੱਚ ਵੀ ਕਰ ਸਕਦੇ ਹਾਂ, ਸਾਨੂੰ ਚੜ੍ਹ ਕੇ बढ़ ਕੇ ਵੱਧ ਕੇ ਕਰਨਾ ਚਾਹੀਦਾ। ਬਾਜ਼ ਔਕਾਤ ਬਾਜ਼ ਉਲਮਾ ਕਰਾਮ ਇਹ ਕਹਿੰਦੇ ਨੇ ਕਿ ਜੀ ਇਹ ਵੀ ਬਿਦਾਤ ਦੇ ਵਿੱਚ ਆਉਂਦਾ ਹੈ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਦੇਖੋ ਜੀ, ਮੈਂ ਕਿਸੇ ਉਲਮਾ ਨੂੰ ਤੇ ਮੈਂ ਉਹਨਾਂ ਨੂੰ ਕੀ ਕਨਫਰੰਟ ਕਰਨਾ, ਇੱਕ ਗੱਲ ਹੈ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਜਾਏ ਕਿ ਬਿਦਤ ਹੈ ਕੀ। ਇਹਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ। ਹਰ ਨਵੀਂ ਚੀਜ਼ ਬਿਦਤ ਦੇ ਲੈਂਸ ਦੇ ਅੰਦਰ ਨਹੀਂ ਹੁੰਦੀ। ਠੀਕ ਹੈ, ਠੀਕ ਹੈ, ਠੀਕ ਹੈ। ਬਿਦਤ ਇਹ ਵੇ ਕਿ ਅਗਰ ਮੈਂ ਕੋਈ ਨਵੀਂ ਰਸਮ ਇਜਾਦ ਕਰਾਂ ਔਰ ਇਹ ਕਹਾਂ ਕਿ ਇਹ ਰਸਮ ਕਰੋਗੇ ਤੇ ਇਹ ਸਵਾਬ ਮਿਲੇਗਾ, ਨਹੀਂ ਕਰੋਗੇ ਤੇ ਤੁਹਾਨੂੰ ਅਜ਼ਾਬ ਮਿਲੇਗਾ। ਠੀਕ ਹੈ, ਯਾਨੀ ਕੋਈ ਐਸਾ ਅਮਲ ਜਿਹੜਾ ਸਰਕਾਰੇ ਦੋ ਆਲਮ ਸੱਲੱਲਾਹੁ अलैहि वसल्लम ਨੇ ਜਾਂ ਸਹਾਬਾ ਨੇ ਜਾਂ ਅਹਿਲੇ ਬੈਤ ਨੇ ਨਹੀਂ ਕੀਤਾ ਔਰ ਅੱਜ ਮੈਂ ਕਰ ਰਿਹਾ ਔਰ ਉਹਨੂੰ ਦੀਨ ਦਾ ਪਾਰਟ ਸਮਝ ਕੇ ਕਰ ਰਿਹਾ। ਠੀਕ ਹੈ, ਦੀਨ ਦਾ ਪਾਰਟ ਸਮਝ ਕੇ ਕਰ ਰਹੇ ਹੋ। ਇਹਨੂੰ ਕਰਨਾ ਵਾਜਿਬ ਹੈ। ਠੀਕ ਹੈ, ਔਰ ਅਗਰ ਮੈਨੂੰ ਨਹੀਂ ਕਰਾਂਗਾ ਤੇ ਗੁਨਾਹ ਲੱਭੇਗਾ ਤੇ ਮੈਨੂੰ ਗੁਨਾਹ ਹੋਏਗਾ, ਇਹ ਬਿਦਤ ਹੋਏਗੀ। ਠੀਕ ਹੈ, ਠੀਕ ਹੈ। ਲੇਕਿਨ ਬਹੁਤ सी ਚੀਜ਼ਾਂ ਮੈਂ ਕਲਚਰਲੀ ਕਰਨਾ, man is a social animal। एग्जैक्टली, ठीक है, मेरा कल्चर है, मेरा सकाफत है, मेरी तहजीब है। मैं चीज़ां ਨੂੰ ਸੈਲੀਬ੍ਰੇਟ ਵੀ ਕਰਨਾ, ਮੈਂ ਚੀਜ਼ਾਂ ਨੂੰ ਆਬਜ਼ਰਵ ਵੀ ਕਰਨਾ। ਉਹ ਬਹੁਤ सी ਚੀਜ਼ਾਂ ਉਹ ਦੀਨ ਦੇ ਉਸ ਤਰ੍ਹਾਂ ਦੇ ਦਾਇਰੇ ਦੇ ਹਵਾਲੇ ਨਾਲ ਹੈ ਹੀ ਨਹੀਂ। ਮੈਂ ਹੁਣ ਕਿਸੇ ਨੂੰ ਖਾਣਾ ਖਿਲਾਣਾ ਵਾ ਤੇ ਇੱਕ ਹਿਊਮਨ ਲੈਵਲ ਦੇ ਉੱਤੇ ਵੀ ਖਾਣਾ ਖਿਲਾ ਸਕਣਾ। ਐਗਜ਼ੈਕਟਲੀ, ਬਿਲਕੁਲ ਠੀਕ ਹੈ। ਉਹ ਖਾਣਾ ਖਿਲਾਉਣ ਦਾ ਜੋ ਜਨਰਲ ਸਵਾਬ ਹੈ ਮੈਨੂੰ ਮਿਲ ਜਾਏਗਾ। ਹਮਦਰਦੀ ਹੈ, ਹਿਊਮਨ ਐਸੋਸੀਏਸ਼ਨ ਹੈ, ਸੈਂਸ ਆਫ ਕਮਿਊਨਿਟੀ ਹੈ, ਸੋ ਔਨ ਐਂਡ ਸੋ ਫੋਰਥ। ਤੇ ਹੁਣ ਅਗਰ ਕੋਈ ਸ਼ਖਸ ਇਮਾਮ ਅਲੀ ਮਕਾਮ ਇਮਾਮ ਹੁਸੈਨ अलैहिस्सलाम ਦੀ ਯਾਦ 'ਚ ਕਿ ਇਮਾਮ ਨੂੰ ਪਾਣੀ ਨਹੀਂ ਦਿੱਤਾ ਗਿਆ, ਹਾਏ ਹਾਏ, ਆਲੇ ਰਸੂਲ ਨੂੰ ਪਾਣੀ ਨਹੀਂ ਮਿਲਿਆ ਤੇ ਉਹ ਅਗਰ ਪਾਣੀ ਪਿਲਾਉਂਦਾ ਹੈ ਤੇ ਰੱਬੁਲ ਇੱਜ਼ਤ ਉਹਨੂੰ ਇੱਕ ਸੈਂਸ ਆਫ ਕਮਿਊਨਿਟੀ ਦੇ ਦਰਜੇ ਤੇ ਰਿਕਗਨਾਈਜ਼ ਕਰੇਗਾ। ਇਹਦਾ ਤਾਲੁਕ ਬਿਦਤ ਨਾਲ कैसे ਹੋ ਗਿਆ? ਪਾਣੀ ਪਿਲਾਣਾ ਜਾਂ ਸ਼ਰਬਤ ਪਿਲਾਣਾ ਜਾਂ ਕੋਈ ਲੋਕ ਜਿਹੜੇ ਨੇ ਗਰਮੀ ਦੇ ਅੰਦਰ ਜਾ ਰਹੇ ਨੇ ਉਹਨਾਂ ਨੂੰ ਅਗਰ ਮੈਂ ਪਾਣੀ ਪਿਲਾ ਰਿਹਾ, ਇਹਦੇ ਅੰਦਰ ਕੀ ਬਿਦਤ ਦਾ ਅਸੀਂ ਐਂਗਲ ਕੱਢ ਲਿਆ? ਹਰ ਚੀਜ਼ ਬਿਦਤ ਨਹੀਂ ਹੁੰਦੀ। ਅਗਰ ਕੋਈ ਲੰਗਰ ਖਿਲਾ ਰਿਹਾ ਹੈ, ਉਹ ਖਾਣਾ ਖਿਲਾ ਰਿਹਾ ਮਸਾਕੀਨ ਨੂੰ, ਤੁਸੀਂ ਆਮ ਦਿਨਾਂ 'ਚ ਵੀ ਖਿਲਾ ਸਕਦੇ ਹੋ। ਲੇਕਿਨ ਚਲੋ ਇੱਕ ਅਗਰ ਤੁਹਾਡੇ ਅੰਦਰ ਇੱਕ ਸੈਂਸ ਆਫ ਸੋਲੀਡੈਰਿਟੀ ਹੈ ਕਿ ਯਾਰ ਇਮਾਮ ਅਲੀ ਮਕਾਮ ਨੂੰ, ਆਲੇ ਰਸੂਲ ਨੂੰ अलैहिस्सलातु वस्सलाम, ਉਹਨਾਂ ਨੂੰ ਖਾਣਾ ਨਹੀਂ ਲੱਭਿਆ ਸੀ, ਉਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ ਸੀ, ਮੈਂ ਜਿਹੜਾ ਲੰਗਰ ਦਾ ਇਤਮਾਮ ਕਰ ਰਿਹਾ ਔਰ ਉਹਨਾਂ ਦੀ ਯਾਦ 'ਚ ਕਰ ਰਿਹਾ, ਇਹਦੇ 'ਚ ਕੋਈ ਹਰਜ ਨਹੀਂ। ਔਰ ਇੱਕ ਅਹਿਮ ਗੱਲ ਹੈ, ਇਸਾਲੇ ਸਵਾਬ ਇੱਕ ਪੂਰਾ ਤਸਵੁਰ ਰੱਖਦਾ ਹੈ ਦੀਨ ਦੇ ਅੰਦਰ। ਇਸਾਲੇ ਸਵਾਬ ਕੀ ਹੈ? ਹਰ ਉਹ ਅਮਲ ਜਿਹੜਾ ਜ਼ਾਤੀ ਤੌਰ ਤੇ ਮੈਨੂੰ ਸਵਾਬ ਦਿੰਦਾ ਹੈ। ਅਗਰ ਮੈਂ ਰੱਬੁਲ ਇੱਜ਼ਤ ਦੀ ਬਾਰਗਾਹ 'ਚ ਇਹ ਕਹਾਂ ਕਿ ਜਿਹੜਾ ਗੁਜ਼ਰ ਗਿਆ ਇਹ ਸਵਾਬ ਉਹਦੀ ਰੂਹ ਨੂੰ ਮੈਂ ਪੇਸ਼ ਕਰਨਾ ਵਾ, ਇਹ ਬਿਲਕੁਲ ਦੀਨ ਦੇ ਅੰਦਰ ਇਹਦੀ ਗੁੰਜਾਇਸ਼ ਹੈ। ਐਸੀ ਹਦੀਸ ਮੌਜੂਦ ਨੇ, ਸਰਕਾਰੇ ਦੋ ਆਲਮ ਕੋਲ ਸਾਹਬਾ ਆਏ, ਸਾਹਬਾ ਨੇ ਆਪਣੇ ਪੇਰੈਂਟਸ ਦੇ ਹਵਾਲੇ ਨਾਲ ਗੱਲ ਪੁੱਛੀ ਕਿ ਪੇਰੈਂਟਸ ਜਿਹੜੇ ਨੇ ਅੱਲਾ ਦੇ ਘਰ ਟੁਰ ਗਏ ਨੇ ਤੇ ਅਸੀਂ ਉਹਨਾਂ ਲਈ ਕੀ ਕਰੀਏ ਜਿਹੜਾ ਉਹਨਾਂ ਨੂੰ ਫਾਇਦਾ ਦੇਵੇ। ਆਪਨੇ ਫਰਮਾਇਆ ਤੁਸੀਂ ਜਿਹੜੇ ਕੂਏ ਖੋਦੋ, ਪਾਣੀ ਦਾ ਬੰਦੋਬਸਤ ਕਰੋ, ਇਹ ਸਦਕਾ ਜਾਰੀ ਹੈ। ਉਹਨਾਂ ਨੂੰ ਜਿਹੜਾ ਤੁਸੀਂ ਇਹ ਐਕਸ਼ਨ ਕਰ ਰਹੇ ਹੋ ਇਹਦਾ ਸਵਾਬ ਉਹਨਾਂ ਨੂੰ ਪਹੁੰਚੇਗਾ ਬੇਸ਼ੱਕ। ਤੇ ਇਹਦਾ ਤਾਲੁਕ ਬਿਦਤ ਨਾਲ ਤੇ ਨਹੀਂ ਹੈ, ਨਾਊਜ਼ ਬਿल्ला। ਹੁਣ ਅਗਰ ਮੈਂ ਇਮਾਮ ਅਲੀ ਮਕਾਮ ਨੂੰ ਆਪਣਾ ਸਮਝਣਾ ਵਾ ਔਰ ਮੈਂ
ਲੰਗਰ ਤਕਸੀਮ ਕਰਨਾ ਵਾ ਔਰ ਇਹ ਨੀਅਤ ਕਰਨਾ ਵਾ ਕਿ ਇਲਾਹੁਲ ਆਲਮੀਨ ਇਸ ਲੰਗਰ ਤੋਂ ਅਗਰ ਮੈਨੂੰ ਕੋਈ ਸਵਾਬ ਹਾਸਿਲ ਹੋ ਰਿਹਾ ਹੈ, ਮੈਂ ਖਾਲਿਸ ਨੀਅਤ ਤੇਰੇ ਲਈ ਕਰ ਰਿਹਾ, ਤੇਰੀ ਖੁਸ਼ਨੂਦੀ ਲਈ ਕਰ ਰਿਹਾ, ਤੇ ਸ਼ੌਦਾਏ ਕਰਬੋ ਬਲਾ ਨੂੰ ਮੈਂ ਇਹਦਾ ਸਵਾਬ ਜਿਹੜਾ ਹੈ ਬਤੌਰੇ ਹਦੀਆ ਇਸਾਲ ਕਰਨਾ ਵਾ, ਤੇ ਇਹਦੇ ਅੰਦਰ ਕੋਈ ਹਰਜ ਵਾਲੀ ਗੱਲ ਨਹੀਂ, ਇਹ ਕੋਈ ਬਿਦਅਤ ਨਹੀਂ ਹੈ ਇਹਦੇ ਅੰਦਰ। ਇਹ ਤਾਂ ਸਖੀ ਸਖਾਵਤ ਇਸਲਾਮ ਦੇ ਵਿੱਚ ਦੱਸੀ ਗਈ ਕਿ ਤੁਹਾਨੂੰ ਸਖੀ ਹੋਣਾ ਚਾਹੀਦਾ, ਆਵਾਮ ਨੂੰ ਖਵਾਣਾ ਪਵਾਉਣਾ ਚਾਹੀਦਾ। ਇਹ ਜਿਹੜਾ ਨੈਰੋ ਮਾਈਂਡਡ ਅਪਰੋਚ ਹੈ ਨਾ, ਬਾਜ਼ ਔਕਾਤ ਇਹ ਜਿਹੜੀ ਲਿਟਰਲਿਸਟ ਅਪਰੋਚ ਹੈ, ਸਰਫੇਸ ਲੈਵਲ ਸ਼ੈਲੋ ਅਪਰੋਚ, ਇਹਦੇ ਕੋਲੋਂ ਬਾਹਰ ਆਉਣਾ ਚਾਹੀਦਾ। ਪ੍ਰੋਫੈਸਰ ਸਾਹਿਬ ਇੱਕ ਗੱਲ ਮੈਂ ਹਮੇਸ਼ਾ ਕਰਨਾ, ਅਮੂਮਨ ਸ਼ਾਇਦ ਕਿਸੇ ਨੂੰ ਬੁਰੀ ਵੀ ਲੱਗੇ, ਕਿ ਨਾਊਅਡੇਜ਼ ਇਨ ਦੈਟ ਪਾਰਟਿਕੂਲਰ ਸੋਸਾਇਟੀ ਇਸਲਾਮ ਦਾ ਮੰਜਨ ਸਭ ਤੋਂ ਆਸਾਨ ਮੰਜਨ ਹੈ ਵੇਚਣ ਵਾਸਤੇ। ਜਿਹੜੇ ਪਾਸੇ ਬੰਦੇ ਨੂੰ ਲਾਣਾ ਉਹਨੇ ਲੱਗ ਜਾਣਾ, ਤੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੂੰ ਨੌਲੇਜ ਘੱਟ ਹੈ ਤੇ ਆਪਣਾ ਮੰਜਨ ਵੇਚਣ ਵਾਸਤੇ ਇਹੋ ਜਿਹੀਆਂ ਕਹਾਣੀਆਂ ਘੜਤੀਆਂ ਨੇ, ਆਵਾਮ ਨੂੰ ਸਾਨੂੰ ਅਕੰਮੇ ਕਰ ਨੌਲੇਜ ਰਹੇ ਘੱਟ ਨੇ। ਕਿਉਂ ਹੈ? ਇਹ ਵੀ ਤੇ ਸਵਾਲ ਹੈ ਨਾ। ਅੱਜ ਜਦੋਂ ਅਸੀਂ 10 ਮੁਹਰਮ ਉਲ ਹਰਾਮ ਦੇ ਅੰਦਰ ਬੈਠੇ ਹੋਏ ਹਾਂ, ਇਹ ਸਵਾਲ ਮੈਂ ਤੁਹਾਡੇ ਨਾਲ, ਤੁਸੀਂ ਮੇਰੇ ਨਾਲ ਤੁਹਾਨੂੰ ਕਰਨਾ ਚਾਹੀਦਾ ਹੈ, ਮੈਨੂੰ ਤੁਹਾਡੇ ਨਾਲ ਕਰਨਾ ਚਾਹੀਦਾ ਹੈ ਵੀ ਕਿਉਂ ਇਸਲਾਮ ਦਾ ਬੇਸਿਕ ਫਰੇਮਵਰਕ ਹੈ ਕਿ ਹਰ ਸ਼ਖਸ ਨੂੰ ਸਪਿਰਿਚੁਅਲੀ ਟੂ ਐਨ ਐਕਸਟੈਂਟ ਲਰਨਡ ਹੋਣਾ ਚਾਹੀਦਾ ਹੈ। ਜ਼ਬਰਦਸਤ, ਬਹੁਤ ਹਰ ਸ਼ਖਸ ਨੂੰ, ਹਰ ਸ਼ਖਸ ਜਿਹੜਾ ਹੈ, ਮੈਂ ਕਿਸੇ ਮੁਫਤੀ ਦਾ, ਆਲਿਮ ਦਾ ਮੁਹਤਾਜ ਨਹੀਂ ਆ। ਪੁਰਾਣੇ ਵਕਤਾਂ ਦੇ ਅੰਦਰ ਬੜੇ ਕੋਈ ਟੈਕਨੀਕਲ ਇਸ਼ੂਜ਼ ਹੁੰਦੇ ਸਨ ਫਿਕ ਦੇ, ਤੇ ਲੋਕੀ ਜਿਹੜੇ ਨੇ ਮੁਫਤੀਆਂ ਕੋਲ ਜਾਂਦੇ ਸਨ। ਇਹ ਬਹੁਤ ਟੈਕਨੀਕਲ ਇਸ਼ੂ ਹੈ ਜਿਹੜੇ ਅੰਦਰ ਕੋਈ ਖਾਸ ਕਿਸਮ ਦੀ ਸਪੈਸ਼ਲਿਟੀ ਇਨਵੋਲਵਡ ਹੈ, ਤੇ ਮੈਂ ਕਿਸੇ ਮੁਫਤੀ ਕੋਲ ਜਾਣਾ ਵਾ। ਆਮ ਤੌਰ ਤੇ ਜਿਹੜਾ ਮੇਰਾ ਰੋਜ਼ਮਰਾ ਦਾ ਮੈਨੂੰ ਇਸ ਅਹਿਕਾਮਾਤ ਦਾ ਦਾਇਰਾ ਹੈ, ਉਹ ਅਹਿਕਾਮਾਤ ਦਾ ਨੌਲੇਜ ਮੈਨੂੰ ਖੁਦ ਕਿਉਂ ਨਹੀਂ ਹੈ? ਮੈਨੂੰ ਖੁਦ ਸਰਕਾਰੇ ਦੋ ਆਲਮ ਦੀ ਸੀਰਤ ਮੈਂ ਕਿਉਂ ਨਹੀਂ ਪੜ੍ਹ ਸਕਦਾ? ਮੈਂ ਕਿਉਂ ਨਹੀਂ, ਜਿਸ ਨਬੀ ਨੂੰ ਮੈਂ ਮੰਨਣਾ ਵਾਂ, ਉਹਦੀ ਸੀਰਤ, ਉਹਨਾਂ ਦੇ ਸਹਾਬਾ ਦੀ ਸੀਰਤ, ਉਹਨਾਂ ਦੇ ਅਹਿਲੇ ਬੈਤ ਦੀ ਸੀਰਤ, who has stopped me from learning? ਔਰ ਖਾਸ ਤੌਰ ਤੇ ਇਸ ਡੇ ਐਂਡ ਏਜ ਦੇ ਅੰਦਰ ਜਦੋਂ ਇੱਕ ਕਲਿੱਕ ਦੇ ਉੱਤੇ ਤੁਹਾਨੂੰ ਇੰਨੀਆਂ ਕਿਤਾਬਾਂ, ਆਥੈਂਟਿਕ ਕਿਤਾਬਾਂ ਦਸਤਿਆਬ ਨੇ, ਲਾਇਬ੍ਰੇਰੀਜ਼ ਵੀ ਨਹੀਂ ਹੁਣ ਤੁਹਾਨੂੰ ਜਾਣੇ, ਐਸੇ ਸੌਫਟਵੇਅਰਸ ਆ ਗਏ ਨੇ, ਆਨਲਾਈਨ ਸਾਰੀ ਤਫਸੀਰਾਂ ਆ ਗਈਆਂ ਨੇ, ਆਨਲਾਈਨ ਸਹਾਸਤਾ ਦੀਆਂ ਕਿਤਾਬਾਂ, ਸੀਰਤ ਦੀਆਂ ਕਿਤਾਬਾਂ, ਮਸਾਦਰ, ਟ੍ਰਾਂਸਲੇਸ਼ਨਸ। ਹੁਣ ਤੇ ਮੇਰੇ ਕੋਲ ਇਹ ਐਕਸਕਿਊਜ਼ ਹੀ ਨਹੀਂ ਹੈ ਕਿ ਮੈਂ ਕਹਾਂ ਮੈਨੂੰ ਨੌਲੇਜ ਨਹੀਂ ਹੈ। ਤੇ ਗੱਲ ਇਹ ਵੇ ਕਿ ਤੁਹਾਨੂੰ, ਮੈਨੂੰ, ਸਾਨੂੰ ਨੌਲੇਜ ਇਖਤਿਆਰ ਕਰਨਾ ਹੈ, ਔਰ ਸਾਡੀ ਜਿੰਨੀ ਘੱਟ ਡਿਪੈਂਡੈਂਸ ਹੋਏਗੀ ਕਲੈਰਿਕਸ ਦੇ ਉੱਤੇ, ਕਲਰਜੀ ਦੇ ਉੱਤੇ, ਰਿਲੀਜੀਅਸ ਤਬਕੇ ਦੇ ਉੱਤੇ, ਉਹਨਾਂ ਅਸੀਂ ਇੱਕ ਖੁੱਲੇ ਦਿਲ ਨਾਲ, ਇੱਕ ਖੁੱਲੇ ਮਸ਼ਰਬ ਨਾਲ, ਕਿਉਂਕਿ ਸਾਡੇ ਹਾਂ ਹੋਇਆ ਹੈ ਵੇ ਕਿ ਫਿਰਕਾ ਵਾਰੀਅਤ ਦਾ ਜਿੰਨ ਜਿਹੜਾ ਹੈ ਉਹ ਬੋਤਲ ਤੋਂ ਬਾਹਰ ਨਹੀਂ ਆ ਰਿਹਾ, ਔਰ ਕਿਤੇ ਨਾ ਕਿਤੇ ਸਾਡਾ ਮਜ਼ਹਬੀ ਤਬਕਾ ਜ਼ਿੰਮੇਦਾਰ ਹੈ। ਅਸੀਂ ਸਹਾਬਾ ਤੇ ਅਹਿਲੇ ਬੈਤ ਦੇ ਨਾਂ ਤੇ ਤਕਸੀਮ ਹੋਏ ਆ, ਅਸੀਂ ਤੌਹੀਦ ਦੇ ਨਾਮ ਤੇ ਨਾਊਜ਼ ਬਿੱਲਾ ਬਦਮਜ਼ਹਬੀ ਦੇ ਨਾਮ ਦੇ ਉੱਤੇ ਅਸੀਂ ਤਕਸੀਮ ਹੋਏ ਆ। ਉਹ ਸਾਡੇ ਬੜੇ ਪਿਆਰੇ ਬਜ਼ੁਰਗ ਤੇ ਦੋਸਤ ਜਸਟਿਸ ਨਜ਼ੀਰ ਅਹਿਮਦ ਗਾਜ਼ੀ ਸਾਹਿਬ ਅਕਸਰ ਇਹ ਕੋਟ ਕਰਦੇ ਨੇ, ਫਾਰਮਰ ਜਸਟਿਸ ਲਾਹੌਰ ਹਾਈ ਕੋਰਟ, ਕਿ ਇਕਬਾਲ ਕੋਲ ਸਕਾਲਰਸ ਬੈਠੇ ਹੋਏ ਸਨ ਔਰ ਗੁਫ਼ਤਗੂ ਹੋ ਰਹੀ ਸੀ, ਤੇ ਉਹਨਾਂ ਨੇ ਕਿਹਾ ਜੀ ਇਸਲਾਮ ਤੇ ਬੜਾ ਸਖਤ ਵਕਤ ਹੈ, ਔਰ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਸੀ, ਤੇ ਕਿਸੇ ਨੇ ਕਿਹਾ ਉਲਮਾ ਕੀ ਕਰ ਰਹੇ ਨੇ? ਤੇ ਇਕਬਾਲ ਨੇ ਫਰਮਾਇਆ उलमा जो हैं वो मुसलमान काफिरों की तादाद में इजाफा कर रहे हैं। ओहो, ਅਸੀਂ ਫਤਵੇ ਦੇ ਰਹੇ ਹਾਂ, ਅਸੀਂ ਇਸਲਾਮੋਂ ਬਾਹਰ ਕੱਢੀ ਜਾ ਰਹੇ ਹਾਂ ਸਾਰਿਆਂ ਨੂੰ, ਜਿਹੜਾ ਸਾਨੂੰ ਪਸੰਦ ਨਹੀਂ ਹੈ ਵੀ ਕਾਫਰ ਹੈ, ਵੀ ਕਾਫਰ, ਨਿਕਲ ਜਾਓ ਸਾਰੇ। ਇੱਕ ਫਿਰਕੇ ਦੇ ਅੰਦਰ 600 ਅਸੀਂ ਡੇਢ ਇੱਟ ਦੀਆਂ ਮਸਜਿਦਾਂ ਬਣਾ ਲਈਆਂ। ਹਾਏ 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 ਹਾਏ। ਤੇ ਦੇਖੋ ਇਹ ਸਾਡਾ ਆਪਣਾ ਵੀ ਕੰਮ ਹੈ ਕਿ ਕੁਝ ਚੀਜ਼ਾਂ ਅਸੀਂ ਆਪ ਸਮਝੀਏ, ਅੰਡਰਸਟੈਂਡ ਕਰੀਏ, ਔਰ ਦੀਨ ਦਾ ਜਿਹੜਾ ਇੱਕ ਸਕਾਫਤੀ ਪਹਿਲੂ ਹੈ ਜਿਹਦੇ ਅੰਦਰ ਬੜੀ ਗੁੰਜਾਇਸ਼ ਹੈ, ਕਲਚਰਲ ਪਹਿਲੂ ਹੈ, ਬੜੀ ਗੁੰਜਾਇਸ਼ ਹੈ, ਉਹਨੂੰ ਵੀ ਸਮਝੀਏ। ਮੈਂ ਸਰਕਾਰੇ ਦੋ ਆਲਮ ਦਾ ਮਿਲਾਦ ਇਸ ਕਰਕੇ ਨਹੀਂ ਮਨਾਉਂਦਾ ਕਿ ਉਹ ਕੋਈ ਦੀਨ ਦਾ ਪਾਰਟ ਹੈ, ਮੈਂ ਆਪਣੀ ਮੁਹੱਬਤ ਦੇ ਇਜ਼ਹਾਰ ਲਈ ਮਨਾ ਰਿਹਾ। ਇਮਾਮੇ ਆਲੀ ਮਕਾਮ ਦੇ ਜ਼ਿਕਰ ਨੂੰ ਮੈਂ ਸਿਰਫ ਇਸ ਲਈ ਨਹੀਂ ਕਰ ਰਿਹਾ ਕਿ ਦੀਨ ਦਾ ਕੋਈ ਰੁਕਨ ਮਿਸ ਹੋ ਰਿਹਾ, ਨਹੀਂ, ਇਟ ਇਜ਼ ਅ ਹਿਊਮਨ ਸੋਲਿਡੈਰਿਟੀ ਵਿਦ ਦ ਮਜ਼ਲੂਮ। ਇਹ ਐਂਗਲਸ ਅਗਰ ਨਿਕਲ ਜਾਣਗੇ ਤਾਂ ਕੌਮਾਂ ਜਿਹੜੀਆਂ ਨੇ, ਕੌਮਾਂ ਉਹ ਬੰਦੀਆਂ ਨਹੀਂ। ਨਬੀ ਅਲੈਹਿ ਸਲਾਤੁ ਵਸਲਾਮ ਦੇ ਦੌਰ ਦੇ ਅੰਦਰ ਨਬੀ ਅਲੈਹਿ ਸਲਾਤੁ ਵਸਲਾਮ ਨੇ ਡੇਜ਼ ਨੂੰ ਅਬਜ਼ਰਵ ਕੀਤਾ, ਠੀਕ ਹੈ ਨਾ ਜੀ। ਯੌਮੇ ਬਦਰ ਜਿਸ ਦਿਨ ਲੜੀ ਗਈ ਉਹਨੂੰ ਯੌਮੇ ਫੁਰਕਾਨ ਕਿਹਾ ਗਿਆ, ਉਹ ਅਬਜ਼ਰਵ ਹੋਈ, ਉਹਨੂੰ ਯੌਮੇ ਫੁਰਕਾਨ ਦੇ ਦਰਜੇ ਦੇ ਉੱਤੇ ਯਾਦ ਰੱਖਿਆ ਗਿਆ। ਨਬੀ ਅਲੈਹਿ ਸਲਾਤੁ ਵਸਲਾਮ ਦੇ ਜਦੋਂ ਚੱਚਾ ਜਨਾਬ ਅਬੀ ਤਾਲਿਬ ਔਰ ਆਪਦੀ ਜ਼ੌਜਾ ਬੀਬੀ ਖਦੀਜਾ ਅਲ ਕੁਬਰਾ ਸਲਾਮੁੱਲਾਹ ਅਲੈਹਾ ਦਾ ਵਿਸਾਲ ਹੋਇਆ, ਆਪਣੇ ਪੂਰੇ ਸਾਲ ਨੂੰ ਆਮੁਲ ਹੁਜ਼ਨ ਡਿਕਲੇਅਰ ਕਰ ਦਿੱਤਾ, ਈਅਰ ਆਫ ਗ੍ਰੀਫ, ਈਅਰ ਆਫ ਸੈਡਨੈਸ। ਤੇ ਇਹ ਜਿਹੜੇ ਤਹਿਜ਼ੀਬੀ ਸਕਾਫਤੀ ਤਕਾਜ਼ੇ ਨੇ, ਦੀਨ ਉਹਨਾਂ ਨੂੰ ਵੀ ਰਿਕਗਨਾਈਜ਼ ਕਰਦਾ ਹੈ। ਤੇ ਇਹ ਜਿਹੜੀਆਂ ਮਾਮਲਾਤ ਨੇ, ਸਬੀਲਾਂ ਅਗਰ ਕੋਈ ਲਾਉਂਦਾ ਹੈ, ਬੜੀ ਅੱਛੀ ਗੱਲ ਹੈ।
ਇਮਾਮੇ ਅਲੀ ਮਕਾਮ ਦੀ ਯਾਦ 'ਚ ਇੱਕ ਸੋਲੀਡੈਰਿਟੀ ਹੈ, ਲੋਕਾਂ ਨੂੰ ਇਮਾਮ ਪਾਕ ਦੀ ਯਾਦ ਆਉਂਦੀ ਹੈ। at least we're recalling the incident and we're recalling the people ਜਿਹੜੇ ਸਾਡੇ ਇਹ ਅੱਛਾ ਅਜਦਾਦ ਤਰੀਕਾ ਹੈ, Exactly. ਮਤਲਬ ਅੱਛਾ ਤਰੀਕਾ ਹੈ, ਠੀਕ ਹੈ। ਇਹਦੇ ਤੇ ਬਿਲਕੁਲ। ਕੋਈ ਉਹ ਬਿਦਤ ਵਾਲਾ ਬੈਰੋਮੀਟਰ ਇਹਦੇ ਤੇ ਲੱਗਦਾ ਹੀ ਨਹੀਂ। ਇਹਨੂੰ ਕਿਉਂ ਅਸੀਂ ਬਿਦਤ ਕਵਾਂਗੇ? ਖੂਬਸੂਰਤ ਤੇ ਜ਼ਬਰਦਸਤ ਗੱਲ ਕੀਤੀ ਪ੍ਰੋਫੈਸਰ ਸਾਹਿਬ ਇੱਕ ਗੱਲ ਇੱਕ ਸ਼ੈ ਤੇ ਮੈਨੂੰ ਰੋਸ਼ਨੀ ਥੋੜੀ ਜੀ, ਜਿਹੀ ਜੀ। ਚਾਹੀਦੀ। ਇਹ ਜਿਹੜਾ ਆਪਾਂ ਪਾਰਟਿਕੂਲਰ ਵਰਡ ਯੂਜ਼ ਕਰਨੇ ਆ ਅਹਿਲੇ ਤਸ਼ਈ ਜਾਂ ਸ਼ੀਆ, ਇਹ ਵਰਡ ਬੇਸਿਕਲੀ ਇਹ ਇਜਾਦ ਕਿੱਥਾਂ ਦੀ ਹੈ? ਮਤਲਬ ਕਿ ਸ਼ੀਅਤ ਦਾ ਆਗਾਜ਼ ਕਿੱਥੋਂ ਹੋਇਆ? ਇਹ ਕੀ ਬੈਕਗ੍ਰਾਉਂਡ ਹੈ? ਦੇਖੋ ਇਹ ਤਾਰੀਖ ਦੀਆਂ ਬੜੀਆਂ ਬਾਰੀਕ ਬਹਿਸਾਂ ਨੇ, ਠੀਕ ਹੈ। ਸ਼ੀਆ ਦਾ ਮਤਲਬ ਹੁੰਦਾ ਹੈ ਗਰੋਹ, ਠੀਕ ਹੈ ਸ਼ੀਆ ਗਰੋਹ ਨੂੰ ਕਹਿੰਦੇ ਨੇ। ਠੀਕ ਸ਼ੀਆ ਹੈ। ਦਾ ਲਫ਼ਜ਼ ਜਿਹੜਾ ਹੈ ਕੁਰਾਨੇ ਕਰੀਮ ਦੇ ਅੰਦਰ ਵੀ ਮੌਜੂਦ ਹੈ, ਠੀਕ ਹੈ ਤੇ ਅਰਬ ਵਰਲਡ ਦੇ ਅੰਦਰ ਜੋ ਜਿਹਦੇ ਨਾਲ ਕੁਰਬਤ ਇਖਤਿਆਰ ਕਰਦਾ ਸੀ ਉਹਨੂੰ ਕਹਿੰਦੇ ਸਨ, ਜਾਂ ਮੁਹੱਬਤ ਕਰਦਾ ਸੀ ਉਹਨੂੰ ਕਹਿੰਦੇ ਸਨ ਫਲਾਣੇ ਬੰਦੇ ਦਾ ਸ਼ੀਆ, ਉਹਦਾ ਗਰੁੱਪ ਦਾ ਪਾਰਟ ਹੈ, ਓਕੇ ਠੀਕ ਹੈ। ਇੱਕ ਜਨਰਲ ਜੀ ਟਰਮ ਸੀ, ਠੀਕ ਹੈ। ਕੋਈ ਫਿਰਕਾ ਨਹੀਂ ਸੀ, ਫਿਕ ਨਹੀਂ ਸੀ ਉਸ ਦਰਜੇ ਠੀਕ ਦੇ ਹੈ ਅੰਦਰ। ਠੀਕ ਹੈ ਯਾਨੀ ਉਹ ਦੋ ਗਰੋਹ ਨੇ, ਤੇ ਮੌਲਾ ਅਲੀ ਨੂੰ ਅਗਰ ਕੋਈ ਫੋਲੋ ਕਰ ਰਿਹਾ ਹੈ ਜਾਂ ਉਹਨਾਂ ਦੀ ਫੌਜ ਦੇ ਅੰਦਰ ਸ਼ਾਮਿਲ ਹੈ ਤਾਂ ਕਹਿੰਦੇ ਨੇ ਸ਼ੀਆਤੇ ਅਲੀ। ਇਸੇ ਤਰ੍ਹਾਂ ਠੀਕ ਹੈ। ਕਿਸੇ ਨੂੰ ਕੋਈ ਹੋਰ ਸ਼ਖਸੀਅਤ ਪਸੰਦ ਤੀ ਤੇ ਕਹਿੰਦੇ ਨੇ ਸ਼ੀਆਤੇ ਫਲਾਨਾ, ਠੀਕ ਹੋ ਠੀਕ ਹੈ ਗਿਆ ਨਾ, ਇਹ ਉਹਦਾ ਪਾਰਟ ਹੈ। ਇਹ ਕੋਈ ਫਿਰਕਾ ਜਾਂ ਫਿਕ ਨਹੀਂ ਸੀ, ਠੀਕ ਹੈ ਔਰ ਇਹ ਜਿਹੜੀ ਸੁੰਨੀ ਟਰਮ ਹੈ, ਇਹ ਸੁੰਨੀ ਟਰਮ ਬਾਅਦ ਦੇ ਅੰਦਰ ਡਿਵੈਲਪ ਹੋਈ। ਠੀਕ ਅਗਰ ਅਸੀਂ ਹੈ। ਇਹਦੀ ਤਾਰੀਖ ਦੇ ਅੰਦਰ ਜਾਈਏ, ਠੀਕ ਹੈ ਬਨੂ ਅਬਾਸ ਦੀ ਜਦੋਂ ਹੁਕਮਰਾਨੀ ਸੀ, ਤੁਸੀਂ ਜਾਣਦੇ ਹੋ ਖਿਲਾਫਤੇ ਰਾਸ਼ਿਦਾ ਦੇ ਅੰਦਰ ਕੋਈ ਸ਼ੀਆ ਸੁੰਨੀ ਟਰਮ ਐਗਜ਼ਿਸਟ ਨਹੀਂ ਕਰਦੀ, ਨਹੀਂ ਕਰਦੀ ਸੀ। ਠੀਕ ਹੈ। ਸ਼ੀਆ ਦਾ ਇੱਕ ਵਰਡ ਜਿਹੜਾ ਹੈ ਟੁਵਰਡਸ ਦੀ ਐਂਡ, ਯਾਨੀ ਕਿਉਂਕਿ ਮੁਸਲਮਾਨਾਂ ਦੇ ਅੰਦਰ ਆਪਸ ਦੇ ਕੁਝ ਇਖਤਲਾਫਾਤ ਹੋਏ, ਮੁਸਲਮਾਨਾਂ ਦੀ ਆਪਸ ਦੇ ਅੰਦਰ ਜੰਗੋ ਜਦਲ ਹੋਈ, ਜਿਹੜੀ ਸਿਵਲ ਵਾਰਸ ਅਸੀਂ ਜਿਹਨੂੰ ਕਹਿੰਦੇ ਆ, ਬਿਲਕੁਲ ਤੇ ਉਹਦੇ ਅੰਦਰ ਫਿਰ ਇਹ ਮੁਖਤਲਿਫ ਸ਼ੀਆ ਫਲਾਨਾ ਇਹ ਟਰਮਸ ਇਸਤੇਮਾਲ ਹੋਈਆਂ, ਮਗਰ ਇਹ ਬਤੌਰ ਫਿਕ ਇਸਤੇਮਾਲ ਨਹੀਂ ਹੋਈ। ਠੀਕ ਹੈ ਬਨੂ ਉਮਈਆ ਦਾ ਦੌਰ ਅਹਿਲੇ ਬੈਤੇ ਰਸੂਲ ਲਈ ਬੜਾ ਮੁਸ਼ਕਿਲ ਦੌਰ ਸੀ, ਬਿਲਕੁਲ ਔਰ ਅਹਿਲੇ ਬੈਤੇ ਰਸੂਲ ਯਾਨੀ ਬਾਕੀ ਜਿਹੜੇ ਫਰਜ਼ੰਦਾਨੇ ਅਹਿਲੇ ਬੈਤ ਸਨ, ਇਮਾਮ ਜ਼ੈනුਲ ਆਬਦੀਨ ਦੀ ਔਲਾਦ ਔਰ ਦੀਗਰ, ਉਹਨਾਂ ਦੀ ਸ਼ਹਾਦਤਾਂ ਹੁੰਦੀਆਂ ਰਹੀਆਂ। ਇਹ 90 ਸਾਲ ਇਹ ਸਿਲਸਿਲਾ ਚੱਲਦਾ ਰਿਹਾ, ਔਰ ਫਿਰ ਬਨੂ ਅਬਾਸ ਜਿਹੜੇ ਨੇ ਖਲੀਫਾ ਉਹ ਖਿਲਾਫਤ ਇਕਤਦਾਰ ਦੇ ਉੱਤੇ ਮੁਤਮੱਕਨ ਹੋਏ। ਬਨੂ ਅਬਾਸ ਨੇ ਆਗਾਜ਼ ਦੇ ਅੰਦਰ ਉਹ ਅਹਿਲੇ ਬੈਤ ਦੇ ਮਿਸ਼ਨ ਦੇ ਨਾਲ ਸਨ ਕਿ ਅਸੀਂ ਅਹਿਲੇ ਬੈਤ ਤੇ ਬੜਾ ਜ਼ੁਲਮ ਹੋਇਆ ਠੀਕ ਹੈ ਤੇ ਅਸੀਂ ਅਹਿਲੇ ਬੈਤ ਦੇ ਨਾਲ ਆ, ਠੀਕ ਹੈ ਤੇ ਕਾਲੇ ਝੰਡੇ ਲੈ ਕੇ ਉਹਨਾਂ ਨੇ ਬਨੂ ਉਮਈਆ ਦੇ ਖਿਲਾਫ ਖਰੂਜ ਕੀਤਾ ਔਰ ਬਨੂ ਉਮਈਆ ਨੂੰ ਟੌਪਲ ਕਰਕੇ ਉਹ ਹੁਕਮਰਾਨ ਬਣ ਗਏ। ਠੀਕ ਹੈ ਲੇਕਿਨ ਬਨੂ ਅਬਾਸ ਵੀ ਬਾਅਦ 'ਚ ਜਿਹੜੇ ਬਨੂ ਫਾਤਿਮਾ ਸਨ ਜਾਂ ਮੌਲਾ ਅਲੀ ਦੀ ਔਲਾਦ ਸੀ, ਉਹਨਾਂ ਨਾਲ ਉਹ ਟਸਲ ਉਹਨਾਂ ਦੀ ਬਰਕਰਾਰ ਰਹੀ, ਔਰ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਇੱਕ ਐਸੀ ਰਿਲੀਜੀਅਸ ਆਈਡੀਓਲੋਜੀ ਵੀ ਚਾਹੀਦੀ ਹੈ, ਇੱਕ ਐਸੀ ਟਰਮ ਵੀ ਚਾਹੀਦੀ ਹੈ ਕਿ ਅਸੀਂ ਆਪਸ 'ਚ ਜਦੋਂ ਸਾਡਾ ਕਲੈਸ਼ ਦੁਨਿਆਵੀ ਹੋਏਗਾ ਤੇ ਅਸੀਂ ਉਹਨੂੰ ਇੱਕ ਮਜ਼ਹਬੀ ਰੰਗ ਵੀ ਦੇ ਸਕੀਏ। ਠੀਕ ਹੋ ਗਿਆ ਤੇ ਇੱਥੇ ਉਹ ਜ਼ਮਾਨਾ ਆਇਆ ਹੈ ਕਿ ਇਹ ਟਰਮਾਂ ਹੁਣ ਜਿਸ ਤਰ੍ਹਾਂ ਅੱਜ ਅਸੀਂ ਇਹ ਟਰਮ ਬੋਲਨੇ ਆ ਸੁੰਨੀ ਤੇ ਸ਼ੀਆ, ਇਹ ਟਰਮਾਂ ਫਿਰ ਡਿਵੈਲਪ ਹੋਈਆਂ ਨੇ, ਠੀਕ ਹੋ ਗਿਆ ਕਿਉਂਕਿ ਬਨੂ ਅਬਾਸ ਨੇ ਤੇ ਦੀਗਰ ਲੋਕਾਂ ਨੇ ਫਿਰ ਉਹ ਟਰਮ ਇਸਤੇਮਾਲ ਕੀਤੀ ਕਿ ਸੀ ਅਸੀਂ ਅਹਿਲੇ ਸੁਨਨਤ ਆ, ਅਸੀਂ ਪ੍ਰੋਫਿਟ ਦੀ ਸੁਨਨਤ ਨੂੰ ਮੰਨਦੇ ਆ। ਦੂਜਿਆਂ ਨੇ ਕਿਹਾ ਜੀ ਨਹੀਂ ਅਸੀਂ ਤੇ ਅਲੀ ਦੇ ਗਰੋਹ ਵਾਲੇ ਆ, ਤੇ ਉਹ ਫਿਰ ਇਹ ਟਰਮਾਂ ਫਿਰ ਇਸ ਤਰ੍ਹਾਂ ਬਣ ਗਈਆਂ। ਲੇਕਿਨ ਹੈਵਿੰਗ ਸੈਡ ਦੈਟ, ਮੈਂ ਅੱਜ ਕਵਾਂਗਾ ਕਿ ਇਹ ਟਰਮਾਂ ਐਗਜ਼ਿਸਟ ਕਰਦੀਆਂ ਨੇ, ਸਾਨੂੰ ਇਹ ਟਰਮਾਂ ਨੂੰ ਟੋਲਰੇਟ ਕਰਨਾ ਹੈ ਔਰ ਸਾਨੂੰ ਉਮਤ ਨੂੰ ਇਕੱਠੇ ਕਰਨਾ ਹੈ, ਯੂਨਾਈਟ ਕਰਨਾ ਹੈ। ਉਮਤ ਨੂੰ ਅਸੀਂ ਦੇਖੋ ਹਰ ਫਿਰਕੇ ਦੇ ਕੋਲ ਕੋਈ ਨਾ ਕੋਈ ਦਲਾਇਲ ਨੇ, ਐਗਜ਼ੈਕਟਲੀ ਉਹਨਾਂ ਕੋਲ ਆਰਗੂਮੈਂਟਸ ਨੇ, ਉਹਨਾਂ ਕੋਲ ਆਪਣੇ ਆਪਣੇ ਦਲਾਇਲ ਨੇ, ਰੀਜ਼ਨਿੰਗ ਹੈ। ਵਜਾ ਫਰਮਾ ਰਹੇ ਹੋ। ਅਹਿਲੇ ਸੁਨਨਤ ਦੇ ਆਪਣੇ ਬੜੇ ਮੁਹਕਮ ਦਲਾਇਲ ਨੇ, ਅਹਿਲੇ ਤਸ਼ਯੁ ਕੋਲ ਵੀ ਆਪਣੇ ਦਰਜੇ ਤੇ ਮੁਹਕਮ ਦਲਾਇਲ ਹੋਣਗੇ। ਹੁਣ ਅਸੀਂ ਇਖਤਲਾਫੀ ਬਿਆਨੀਏ ਨਹੀਂ ਫੈਲਾਣੇ। ਮੈਂ ਇੱਥੇ ਦਰਾੜ ਉਂਝੀ ਪਈ ਹੈ, ਹੋਰ ਮਜ਼ੀਦ ਫੈਲ ਜਾਣੀ। ਯਾਰ ਮੈਂ ਇੱਥੇ ਗੱਲ ਕਰਕੇ ਚਲਾ ਜਾਵਾਂ, ਮੈਂ ਵਾਇਰਲ ਤੇ ਹੋ ਜਾਵਾਂਗਾ, ਤੇ ਕੱਲ ਸਰਕਾਰ ਦੀ ਵਾਰਗਾਹ ਦੇ ਅੰਦਰ ਹਾਜ਼ਰ ਹੋਵਾਂ ਤੇ ਕਹੋਗੇ ਮੇਰੀ ਉਮਤ ਨੂੰ ਤੋੜ ਕੇ ਆਏ, ਕੀ ਫਾਇਦਾ ਹੈ ਚੰਦ ਟਕਿਆਂ ਲਈ? ਅੱਲਾਹ ਰੱਬੁਲ ਇੱਜ਼ਤ ਹੈ ਮੈਨੂੰ ਕਹਿਣ ਕਿ ਯਾਰ ਮੇਰੇ ਨਬੀ ਦੀ ਉਮਤ ਨੂੰ ਤੋੜ ਕੇ ਆਏ। ਤੇ ਹੁਣ ਠੀਕ ਹੈ, ਐਜੂਕੇਟਿਡ ਅੰਦਾਜ਼ ਦੇ ਅੰਦਰ ਅਗਰ ਕਨਵਰਸੇਸ਼ਨ ਕਰ ਸਕਦੇ ਹੋ ਤਾਂ ਕਰ ਲਵੋ, ਔਰ ਅਗਰ ਲੋਕ ਆਫੈਂਸ ਲੈਂਦੇ ਨੇ ਤੇ ਨਾ ਕਰੋ, ਇਖਤਲਾਫੀ ਮੌਜ਼ੂਆਤ ਨਾ ਛੇੜੋ। ਇਹ ਮੈਂ ਦਿਲੋਂ ਕਹਿ ਰਿਹਾ ਤੁਹਾਨੂੰ। ਮੈਂ ਰਮਜ਼ਾਨ ਟ੍ਰਾਂਸਮਿਸ਼ਨਾਂ ਦੇਖਣਾ ਵਾ ਤੇ ਇਖਤਲਾਫੀ ਮੌਜ਼ੂਆਤ ਦੇ ਉੱਤੇ ਐਂਕਰ ਇੱਕ ਮੌਲਵੀਆਂ ਦੀ ਕੁਸ਼ਤੀ ਕਰਾ ਰਹੇ ਨੇ, ਫਿਰਕੇ ਦਾ ਮੌਲਵੀ ਦੂਜੇ ਫਿਰਕੇ ਦਾ ਮੌਲਵੀ ਇੱਕ ਮਸਲਾ ਦੇ ਦਿੰਦੇ ਨੇ ਤੇ ਉੱਥੇ ਇਹਦੇ ਤੇ ਬਾਹਰ ਆ ਜਾਓ। ਤੁਹਾਨੂੰ ਜੋ ਮਸਲਾ ਪਸੰਦ ਹੈ, ਦੇਖੋ ਹਰ ਕਿਸੇ ਨੂੰ ਕਿਸੇ ਨਾ ਕਿਸੇ ਫਿਕ ਨੂੰ ਉਹ ਫੋਲੋ ਕਰਦਾ, ਮੈਂ ਵੀ ਫੋਲੋ ਕਰਨਾ, ਤੁਸੀਂ ਵੀ ਕਰਦੇ ਹੋ, ਸਭ ਕਰਦੇ। ਤੁਹਾਡਾ ਦਿਲ ਜਿੱਥੇ ਲੱਗ ਗਿਆ ਉਹਨੂੰ ਫੋਲੋ ਕਰੋ, ਇਖਤਲਾਫੀ ਮਸਾਇਲ ਨੂੰ ਪਬਲਿਕ ਮਤ ਕਰੋ, ਜ਼ਬਰਦਸਤ ਇਤਿਹਾਦ ਵਾਲੀ ਗੱਲ ਕਰੋ, ਕਿਉਂਕਿ ਉਮਤ ਨੂੰ ਹੁਣ ਜਿਹੜਾ ਚੈਲੰਜ ਹੈ ਨਾ, ਉਹ ਚੈਲੰਜ ਇਹ ਨਹੀਂ ਹੈ। ਚੈਲੰਜ ਮਿਡਲ ਈਸਟ ਦੇ ਅੰਦਰ ਦੇਖੋ, ਉਹਨਾਂ ਨੇ ਜਿਨ੍ਹਾਂ ਨੂੰ ਮਾਰਿਆ ਜਾਂ ਜਿਨ੍ਹਾਂ ਨੂੰ ਉਹ ਮਾਰ ਰਹੇ ਨੇ, ਉਹ ਸ਼ੀਆ ਸੁੰਨੀ ਦੀ ਤਫਰੀਕ ਨਹੀਂ ਕਰਦੇ,
ਉਹ ਬਰੇਲਵੀ ਦਿਓਬੰਦੀ ਦੀ ਗੱਲ ਨਹੀਂ ਕਰਦੇ, ਹਾਏ ਹਾਏ ਉਹ ਸਲਵੀ ਅਹਿਲੁਲ ਹਦੀਸ ਦੀ ਗੱਲ ਨਹੀਂ ਕਰਦੇ, ਉਹ ਤੁਹਾਨੂੰ ਮੁਸਲਮਾਨ ਸਮਝਦੇ। ਹਾਏ ਸੋਹਣੀ ਗੱਲ, ਸੋਹਣੀ ਗੱਲ। ਖਵਾਤੀਨੋ ਹਜ਼ਰਾਤ, ਇਹ ਤਫਰਕੇ ਫੈਲਾਣਾ, ਇਹ ਡਿਫਰੈਂਸ ਕ੍ਰੀਏਟ ਕਰਨਾ, ਇਹ ਆਪਸ ਦੇ ਵਿੱਚ ਫੱਡੇ ਕਰਨਾ, ਪ੍ਰੋਫੈਸਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ। ਆਪਾਂ ਇਹਨਾਂ ਨੂੰ ਖਤਮ ਕਰਨਾ। ਵੀ ਆਰ ਅ ਯੂਨਾਈਟਿਡ ਨੇਸ਼ਨ, ਆਪਾਂ ਇੱਦਾਂ ਰਹਿਣਾ। ਕਿਉਂਕਿ ਜਦੋਂ ਕਿਆਮਤ ਆਉਣ ਵਾਲੀ ਹੋਏਗੀ ਨਾ, ਜਾਂ ਕਿਆਮਤ ਨੇ ਆਉਣਾ, ਤੁਸੀਂ ਵੇਖ ਲਓ ਗਜ਼ਾ ਫਲਸਤੀਨ ਦੇ ਵਿੱਚ ਕੀ ਹੋ ਰਿਹਾ, ਉੱਥੇ ਕੀ ਵਾਕਿਆਤ ਨੇ ਜਿਹੜੇ ਰੋਨਵਾ ਹੋ ਰਹੇ ਨੇ। ਤੁਸੀਂ ਬੜੀ ਸੋਹਣੀ ਗੱਲ ਕੀਤੀ ਇਸ ਟਾਈਮ, ਤੇ ਆਥੈਂਟਿਕ ਗੱਲ ਕੀਤੀ ਕਿ ਗਾਜਰ ਮੂਲੀ ਕੰਸੀਡਰ ਕਰਿਆ ਜਾਂਦਾ ਮੁਸਲਮਾਨ ਨੂੰ। ਉਹਦੇ ਕੋਲ ਇਹ ਨਹੀਂ ਪੁੱਛਿਆ ਜਾਂਦਾ ਕਿ ਤੇਰਾ ਫਿਰਕਾ ਕੀ ਹੈ, ਤੂੰ ਕਿਹੜੇ ਸੈਕਟ ਨੂੰ ਫੋਲੋ ਕਰਨਾ। ਉਹਨੂੰ ਸਿਰਫ ਇਹ ਵੇਖਿਆ ਜਾਂਦਾ ਇਹ ਮੁਸਲਮਾਨ ਹੈ, ਚਲੋ ਬਈ। ਸਰ ਜੀ ਤੁਸੀਂ ਅੱਜ ਮੇਰੇ ਪਲੇਟਫਾਰਮ ਤੇ ਆਏ ਹੋ, ਹੁਣ ਥੋੜਾ ਜਿਹਾ ਮੈਂ ਆਫ ਟਰੈਕ ਹੋਣ ਲੱਗਾ, ਲੇਕਿਨ there was something in my heart which I always wanted to ask you. ਸਰ ਜੀ, ਇੱਕ ਸਾਡੇ ਬੜੇ ਪੋਪੂਲਰ ਸ਼ਖਸੀਅਤ, ਉਹ ਵੀ ਪੋਪੂਲਰ ਸ਼ਖਸੀਅਤ ਨੇ, ਸਮਝ ਗਏ ਤੁਸੀਂ ਮੈਂ ਕਿੰਨਾ ਧਿਆਨ ਲੱਗਾ। ਪੋਪੂਲਰ ਸ਼ਖਸੀਅਤ ਨੇ ਇੰਜੀਨੀਅਰ ਮਿਰਜ਼ਾ ਸਾਹਿਬ। ਇੰਜੀਨੀਅਰ ਮਿਰਜ਼ਾ ਸਾਹਿਬ ਦਾ ਤੇ ਤੁਹਾਡਾ ਕੁਝ ਸਹਿਮਤ ਇਖਤਲਾਫ ਰਹਿੰਦਾ। ਇਹ ਇਖਤਲਾਫ ਦੀ ਵਜ੍ਹਾ ਕੀ ਹੈ? ਮਤਲਬ ਕਿ ਉਹ ਆਪਣੇ ਦਲਾਈਲ ਦਿੰਦੇ ਨੇ, ਤੁਸੀਂ ਆਪਣੇ ਦਲਾਈਲ ਦਿੰਦੇ ਹੋ, ਤੇ ਉਹ ਮੈਂ ਵੇਖਣਾ ਕਿ ਜ਼ਰਾ ਚਪਕਲਿਸ਼ ਚੱਲਦੀ ਰਹਿੰਦੀ। ਉਹ ਜ਼ਾਹਿਰ ਸੀ ਗੱਲ ਹੈ, ਚਪਕਲਿਸ਼ ਕੋਈ ਪਰਸਨਲ ਤੇ ਨਹੀਂ ਹੈ, ਆਪਣੇ ਇਟਸ ਰਿਲੀਜੀਅਸ ਥਿੰਗ ਨਾ, ਕਿ ਤੁਹਾਨੂੰ ਇਹ ਹੁੰਦਾ ਕਿ ਯਾਰ ਮੈਂ ਇੱਕ ਗੱਲ ਪਰਟੀਕੂਲਰ ਕਰ ਰਿਹਾ, ਉਹ ਇੱਕ ਗੱਲ ਪਰਟੀਕੂਲਰ ਕਰ ਰਹੇ ਨੇ, ਹੁਣ ਇੱਥੇ ਡਿਫਰੈਂਸ ਆ ਰਿਹਾ। ਇਹ ਕੀ ਮਾਜਰਾ ਕੀ ਹੈ? ਦੇਖੋ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਹਾਫਿਜ਼ਾਹੁੱਲਾ, ਅੱਲਾ ਉਹਨਾਂ ਦੇ ਹਸਨਾਤ ਨੂੰ ਕਬੂਲ ਕਰੇ, ਜਿਹੜੇ ਅੱਛੇ ਕੰਮ ਉਹ ਕਰਦੇ ਨੇ, ਅੱਲਾ ਉਹਨਾਂ ਨੂੰ ਕਬੂਲ ਕਰੇ, ਔਰ ਬਹੁਤ ਦੀਨ ਦੀ ਜਿਹੜੀ ਖਿਦਮਤ ਕਰ ਰਹੇ ਨੇ, ਅੱਛੇ ਕੰਮ ਵੀ ਕਰਦੇ ਨੇ। ਸਾਡਾ ਇਖਤਲਾਫ ਨਜ਼ਰੀਆਤੀ ਇਖਤਲਾਫ ਹੈ, ਠੀਕ ਹੈ, ਇੰਟੈਲੈਕਚੁਅਲ ਡਿਫਰੈਂਸ ਹੈ, ਠੀਕ ਹੈ। ਔਰ ਬੁਨਿਆਦੀ ਗੱਲ ਜਿਹੜੀ ਮੈਨੂੰ ਇੰਜੀਨੀਅਰ ਸਾਹਿਬ ਦੀ ਨਾਪਸੰਦ ਹੈ, ਉਹ ਉਹਨਾਂ ਦਾ ਉਹ ਅੰਦਾਜ਼ ਹੈ, ਜਿਸ ਅੰਦਾਜ਼ ਨਾਲ ਉਹ ਉਮਤ ਦੇ ਇਕਾਬਰ ਹਸਤੀਆਂ ਨੂੰ, ਸ਼ਖਸੀਆਤ ਨੂੰ ਮੁਖਾਤਬ ਕਰਦੇ ਨੇ, ਔਰ ਉਹਨਾਂ ਨੂੰ ਚੈਲੰਜ ਕਰਦੇ ਨੇ, ਉਹਨਾਂ ਨੂੰ ਰਿਫਿਊਟ ਰਿਬਟ ਕਰਦੇ ਨੇ। ਔਰ ਤਸਵੁਫ ਦੇ ਮਾਮਲੇ ਦੇ ਅੰਦਰ ਜਨਾਬ ਦੀ ਜਿਹੜੀ ਰੀਡਿੰਗ ਹੈ, ਜਨਾਬ ਦੀ ਜਿਹੜੀ ਅੰਡਰਸਟੈਂਡਿੰਗ ਹੈ, ਬਹੁਤ ਐਲੀਮੈਂਟਰੀ ਲੈਵਲ ਦੀ ਹੈ, ਠੀਕ ਹੈ। ਔਰ ਓਵਰਆਲ ਵੀ ਮੈਨੂੰ ਐਟ ਟਾਈਮਸ ਲੱਗਦਾ ਹੈ ਕਿ ਬਹੁਤ ਐਲੀਮੈਂਟਰੀ ਕਨਵਰਸੇਸ਼ਨ ਕਰ ਰਹੇ ਨੇ। ਲੇਕਿਨ ਬਹਰਹਾਲ ਇਹ ਵੀ ਲੱਗਦਾ ਹੈ ਕਿ ਯਾਰ ਪਾਕਿਸਤਾਨ ਦੇ ਉੱਤਰ ਇਬਤਲਾ ਦਾ ਇੱਕ ਜ਼ਮਾਨਾ ਹੈ, ਔਰ ਇਬਤਲਾ ਦਾ ਜ਼ਮਾਨਾ ਇਸ ਕਰਕੇ ਵੀ ਹੈ ਕਿ ਇੱਕ ਕਹਿਤਰ ਰਜਾਲ ਦੀ ਕੈਫੀਅਤ ਹੈ। ਹਰ ਬੰਦਾ ਮੇਰੇ ਵਰਗਾ ਜਿਹੜਾ ਮਾਈਕ ਫੜਦਾ ਹੈ, ਉੱਚੀ ਆਵਾਜ਼ ਨਾਲ ਗੁਫ਼ਤਗੂ ਕਰਕੇ, ਉਹ ਸਮਝਦਾ ਹੈ ਕਿ ਉਹ ਦੀਨ ਦਾ ਬਹੁਤ ਬੜਾ ਸਕਾਲਰ ਹੈ, ਉਹ ਦੀਨ ਦਾ ਇੱਕ ਬਹੁਤ ਬੜਾ ਆਲਿਮ ਹੈ। ਤੇ ਬੁਨਿਆਦੀ ਤੌਰ ਤੇ ਤਸਵੁਫ ਦੇ ਉੱਤੇ ਗੱਲ ਕਰਨ ਲਈ ਤੁਹਾਨੂੰ ਬਰਸਾ ਬਰਸ ਦੀ ਰਿਆਜ਼ਤ ਚਾਹੀਦੀ, ਬਰਸਾ ਬਰਸ ਦਾ ਇਲਮ ਚਾਹੀਦਾ, ਠੀਕ ਹੈ। ਇਹਨਾਂ ਸ਼ਖਸੀਆਤ ਨੂੰ ਸਮਝਣ ਲਈ, ਇਹਨਾਂ ਤੇ ਕਮੈਂਟ ਕਰਨ ਲਈ ਮੈਨੂੰ ਦੁੱਖ ਇਸ ਕਰਕੇ ਹੁੰਦਾ ਹੈ ਕਿ ਤਸਵੁਫ ਦੇ ਉੱਤੇ ਇਸ ਵਕਤ ਦੁਨੀਆ ਭਰ ਦੇ ਅੰਦਰ, ਯੂਨੀਵਰਸਿਟੀਜ਼ ਦੇ ਅੰਦਰ, ਐਕੈਡੈਮਿਕ ਇੰਸਟੀਟਿਊਸ਼ਨਸ ਦੇ ਅੰਦਰ, ਕੈਂਬਰਿਜ, ਹਾਰਵਰਡ, ਐਡਨਬਰਾ, ਯੂ ਨੇਮ ਇਟ, ਜਰਮਨੀ, ਫਰਾਂਸ, ਉੱਥੇ ਬੜੀ ਬੜੀ ਤਹਿਕੀਕ ਹੋ ਰਹੀ ਹੈ। ਇਸਲਾਮ ਨੂੰ ਗਾਈ ਈਟਨ ਇੱਕ ਬਹੁਤ ਵੱਡਾ ਸਕਾਲਰ ਹੈ, ਉਹ ਕਹਿੰਦਾ ਹੈ ਕਿ ਜਿਹੜਾ ਇਸਲਾਮ ਯੂਰਪ ਦੇ ਅੰਦਰ ਫੈਲ ਰਿਹਾ ਹੈ, ਉਹ ਤਸਵੁਫ ਵਾਲਾ ਬ੍ਰਾਂਡ ਹੈ, ਤਸਵੁਫ ਵਾਲਾ ਬ੍ਰਾਂਡ ਹੈ ਜਿਹੜਾ ਇੰਬਰੇਸ ਹੋ ਰਿਹਾ ਹੈ, ਔਰ ਹਿਸਟੋਰਿਕਲੀ ਵੀ ਹੁੰਦਾ ਰਿਹਾ ਹੈ। ਤਾਂ ਜਦੋਂ ਤੁਸੀਂ ਇਹਨਾਂ ਹਸਤੀਆਂ ਨੂੰ ਟਾਰਗੇਟ ਕਰਦੇ ਹੋ, ਤੁਸੀਂ ਖਾਜਾ ਸਾਹਿਬ ਮੋਇਨੁੱਦੀਨ ਚਿਸ਼ਤੀ ਅਜਮੇਰੀ ਨੂੰ ਟਾਰਗੇਟ ਕਰ ਦਿੰਦੇ ਹੋ, ਸ਼ੇਖ ਅਲੀ ਬਿਨ ਉਸਮਾਨ ਅਜਮੇਰੀ ਦਾਤਾ ਸਾਹਿਬ ਨੂੰ ਟਾਰਗੇਟ ਕਰਦੇ ਹੋ, ਸ਼ੇਖ ਅਬਦੁਲ ਕਾਦਰ ਜਿਲਾਨੀ, ਗੌਸੇ ਆਜ਼ਮ ਨੂੰ, ਹੁਜ਼ੂਰ ਗੌਸ ਸਕਲੈਨ ਨੂੰ ਟਾਰਗੇਟ ਕਰਦੇ ਹੋ, ਔਰ ਟਾਰਗੇਟ ਵੀ ਕਰਦੇ ਹੋ ਇਲਹਾਕੀ ਰਵਾਇਤ ਦੇ ਉੱਤੇ। ਇਹ ਬਜ਼ਾਤੇ ਖੁਦ ਇੱਕ ਪੂਰਾ ਪੋਡਕਾਸਟ ਹੈ, ਅਸੀਂ ਇਹਦੇ ਉੱਤੇ ਮਲਟੀਪਲ ਪਲੇਟਫਾਰਮਸ ਉੱਤੇ ਗੁਫ਼ਤਗੂ ਕਰ ਚੁੱਕੇ ਹਾਂ ਕਿ ਇੰਜੀਨੀਅਰ ਸਾਹਿਬ ਦੇ ਜਿੰਨੇ ਇਤਰਾਜ਼ਾਤ ਨੇ, ਉਹ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚਰਸ 1989 ਦੇ ਅੰਦਰ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਰਿਸਰਚਰ 1978 ਦੇ ਅੰਦਰ, ਅਲੀਗੜ੍ਹ ਯੂਨੀਵਰਸਿਟੀ 1950s ਦੇ ਅੰਦਰ, ਉਹ ਸਾਰੇ ਇਤਰਾਜ਼ਾਤ ਤਸਵੁਫ ਦੇ ਉੱਤੇ ਜੋ ਚੁੱਕਦੇ ਨੇ, ਉਹ ਆਲਰੇਡੀ ਆਨਸਰਡ ਨੇ, ਉਹ ਲਿਖੀ ਹੋਈ ਇਬਾਰਤਾਂ ਨੇ, ਐਕੈਡੈਮਿਕਸ ਦੱਸ ਚੁੱਕੀਆਂ ਨੇ। ਇੰਜੀਨੀਅਰ ਸਾਹਿਬ ਮਾਸ਼ਾਅੱਲਾ, ਅੱਲਾ ਉਹਨਾਂ ਦੇ ਹਸਨਾਤ ਨੂੰ ਕਬੂਲ ਕਰੇ, ਤਸਵੁਫ ਦੇ ਉੱਤੇ ਉਹਨਾਂ ਦੀ ਜਿਹੜੀ ਆਮੀਆਨਾ ਸੋਚ ਹੈ, ਐਲੀਮੈਂਟਰੀ ਲੈਵਲ ਹੈ ਉਹਨਾਂ ਦਾ, ਉਹ ਮੈਨੂੰ ਬੜਾ ਹਰਟ ਕਰਦਾ। ਸਾਹਿਬ ਆਖਰੀ ਸ਼ੈ ਜੀ, ਮੁਕਾਲਮਾ ਜਾਂ ਡਿਬੇਟ, ਕਿਉਂਕਿ ਜ਼ਾਹਿਰ ਜੀ ਗੱਲ ਹੈ ਜਿੱਦਾਂ ਦੀ ਰਾਏ ਤੁਹਾਡੀ ਉਹਨਾਂ ਦੇ ਬਾਰੇ, ਇਹੋ ਜਿਹੀਆਂ ਕੁਝ ਸ਼ੈਵਾਂ ਤੇ ਰਾਏ ਉਹ ਵੀ ਆਪਣੀ ਇੰਪੋਜ਼ ਕਰਦੇ ਨੇ। ਮਤਲਬ ਕਿ ਇੱਕ ਡਿਬੇਟ ਜਾਂ ਇੱਕ ਕਨਫਰੰਟੇਸ਼ਨ ਜੇ ਹੋ ਜਾਏ ਤੇ ਤੁਸੀਂ ਕਾਲ ਆਊਟ ਕਰਦੇ ਇੰਜੀਨੀਅਰ ਸਾਹਿਬ ਨੂੰ? ਨਹੀਂ, ਮੈਂ ਤੇ ਅਲਹਮਦੁਲਿਲਾ, ਦੇਖੋ ਮੇਰਾ ਮਕਸਦ ਇੰਜੀਨੀਅਰ ਸਾਹਿਬ ਜਦੋਂ ਬੁਲਾਉਣਗੇ ਅਸੀਂ ਹਾਜ਼ਰ ਹਾਂ। ਮੇਰੇ ਲਈ ਕੈਮਰਾ ਮੈਟਰ ਨਹੀਂ ਕਰਦਾ, ਕੈਮਰਾ ਨਾ ਵੀ ਹੋਏ, ਮੈਂ 1-to-1 ਕਨਵਰਸੇਸ਼ਨ ਕਰਨ ਦੇ ਅੰਦਰ ਵੀ ਇੰਟਰਸਟਿਡ ਹਾਂ। ਮੇਰਾ ਕੋਈ YouTube ਪਲੇਟਫਾਰਮ ਨਹੀਂ ਹੈ, ਮੇਰਾ ਕੋਈ ਆਨਲਾਈਨ ਫਿਲ ਵਕਤ ਹੈ ਹੀ ਨਹੀਂ, ਨਾ ਮੈਂ ਕੋਈ ਆਪਣਾ ਡਿਜੀਟਲ ਫੁੱਟਪ੍ਰਿੰਟ ਲਿਆ ਕਰ ਰਿਹਾ।
ਮੈਨੂੰ ਸੂਫੀਆ ਨਾਲ ਜੈਨੂਇਨਲੀ ਮੁਹੱਬਤ ਹੈ। ਮੈਂ ਜੈਨੂਇਨਲੀ ਸਮਝਦਾ ਕਿ ਉਹ ਨਬੀ अलैहिस्सलातु वस्सलाम ਦੇ ਖਾਦਮ ਨੇ, ਇਸਲਾਮ ਦੇ ਬਹੁਤ ਵੱਡੇ ਮੁਜਾਹਿਦ ਨੇ, ਔਰ ਉਹਨਾਂ ਦੇ ਖਿਲਾਫ ਜਿਹੜੇ ਨਜ਼ਰੀਆਤ ਨੂੰ ਫੈਲਾਇਆ ਗਿਆ ਹੈ, ਯੂਥ ਨੂੰ ਕੰਟੈਮੀਨੇਟ ਕੀਤਾ ਗਿਆ ਹੈ, ਇਹ ਇੱਕ ਡਿਸਸਰਵਿਸ ਹੈ। ਔਰ ਅਗਰ ਇਲਮੀ ਤੌਰ ਤੇ ਇੰਜੀਨੀਅਰ ਸਾਹਿਬ ਦੇ ਸਾਹਮਣੇ ਅਸੀਂ ਆਪਣਾ ਮਵਾਦ ਰੱਖੀਏ ਔਰ ਉਹਨੂੰ ਇਲਮੀ ਤੌਰ ਤੇ ਦੇਖਣਗੇ ਤਾਂ ਸ਼ਾਇਦ ਉਹ ਵੀ ਰੁਜੂ ਕਰਨਗੇ। ਤੇ ਕਨਫਰੰਟ ਕੀ ਕਰਨਾ ਹੈ, ਅੱਲਾਹ ਤਾਲਾ ਉਹਨਾਂ ਦੇ ਹਸਨਾਤ ਕਬੂਲ ਕਰਨ। ਅਸੀਂ ਇਹ ਕਹੀਏ ਕਿ ਜੀ ਮੈਂ ਆ ਰਿਹਾ ਜੀ, ਮੈਂ ਮਨਾਜ਼ਰਾ ਕਰਾਂਗਾ, ਇਹ ਕਰਾਂਗਾ, ਫਲਾਣਾ ਕਰਾਂਗਾ, ਇਹ ਕੋਈ ਸਾਡਾ ਉਹ ਜਾਰਹਾਨਾ ਹੋ ਜਾਂਦੇ ਨੇ ਜ਼ਰਾ ਬੋਲਣ ਦੇ ਵਿੱਚ ਨਾ, ਉਹਨਾਂ ਦਾ ਖਤਰਨਾਕ ਲਹਿਜਾ ਹੋ ਜਾਂਦਾ ਬੋਲਣ। ਨਹੀਂ ਉਹ ਸਾਡਾ ਵੀ ਦੇਖੋ ਖਤਰਨਾਕ ਲਹਿਜਾ ਹਰ ਕੋਈ ਕਰ ਸਕਦਾ ਹੈ, ਤੇ ਖਤਰਨਾਕ ਲਹਿਜਾ ਆਵਾਜ਼ ਹੀ ਉੱਚੀ ਕਰਨੀ ਉਹਦਾ ਕੀ ਹੈ। ਲੇਕਿਨ ਅਗਰ ਤੁਸੀਂ ਇੱਕ ਡੱਬੇ ਦੇ ਅੰਦਰ ਬੰਦ ਹੋ, ਕਿਸੇ ਦੇ ਨਾਲ ਤੁਸੀਂ ਗੁਫ਼ਤਗੂ ਕਰਨ ਲਈ ਤਿਆਰ ਨਹੀਂ ਹੋ, ਤੇ ਇਹ ਤਾਂ ਵੈਸੇ ਹੀ ਦੱਸਦਾ ਕਿ ਯੂ ਆਰ ਅੱਛਾ ਜੇਲ੍ਹ ਤੋਂ ਬਾਹਰ ਵੀ ਨਹੀਂ ਆਉਂਦੇ, ਜੇਲ੍ਹ ਤੋਂ ਬਾਹਰ ਵੀ ਨਹੀਂ ਆਉਂਦੇ। ਹਾਂ ਐਬਸੋਲੂਟਲੀ ਇਜ਼ ਅ ਕਾਵਰਡ ਲਾਈਕ ਦੈਟ। ਔਰ ਮਤਲਬ ਇਹ ਕਹਿਣਾ ਕਿ ਜੀ ਤੁਸੀਂ ਮੈਂ ਡਿਬੇਟ ਉਦੋਂ ਕਰਾਂਗਾ, ਤੁਸੀਂ ਆਪਣੇ ਵੱਡੇ ਕੋਲੋਂ ਲਿਖਵਾ ਕੇ ਲੈ ਆਓ, ਤੇ ਭਾਈ ਇਹ ਕੋਈ ਕ੍ਰਿਕਟ ਬੋਰਡ ਥੋੜੀ ਹੈ। ਮੁਫਤੀ ਤਾਰਿਕ ਮਸੂਦ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਕਿ ਜੀ ਮੈਂ ਡਿਬੇਟ ਕਰਨਾ, ਤੇ ਉਹਨਾਂ ਨੇ ਮੁਫਤੀ ਸਾਹਿਬ ਨਾਲ ਵੀ ਨਹੀਂ ਕੀਤੀ। ਮੁਫਤੀ ਤਾਰਿਕ ਮਸੂਦ ਨਾਲ ਭੱਜ ਗਏ, ਮੁਫਤੀ ਹਨੀਫ ਕੁਰੈਸ਼ੀ ਸਾਹਿਬ ਗਏ, ਉਹਨਾਂ ਕੋਲੋਂ ਨਸ ਗਏ। ਤੇ ਮਤਲਬ ਅਗਰ ਇਫ ਆਈ ਐਮ ਕੌਨਫੀਡੈਂਟ ਦੈਨ ਸੋ ਬੀ ਇਟ। ਅਗਰ ਕੋਈ ਮੈਨੂੰ ਕਹੇ ਕਿ ਔਰ ਮੈਂ ਕਿਸੇ ਲੈਵਲ ਦੇ ਉੱਤੇ ਸਪੈਸ਼ਲਿਟੀ ਜਾਂ ਕੌਨਫੀਡੈਂਸ ਹੈ ਮੈਨੂੰ ਆਪਣੀ ਇੰਟੈਲੈਕਚੁਅਲਿਟੀ ਦੇ ਉੱਤੇ, ਮੈਂ ਕਹਾਂਗਾ ਸਰ ਕੱਲ ਨਹੀਂ ਅੱਜ ਆਓ, ਮੇਰੇ ਘਰ ਨਾ ਆਓ, ਆਨਲਾਈਨ ਆ ਜਾਓ, ਭਾਵੇਂ ਮੈਂ ਤਿਆਰ ਹਾਂ, ਕੋਈ ਡਰ ਖੌਫ ਦੀ ਗੱਲ ਨਹੀਂ। ਇਹ ਜਿਹੜਾ ਲਿਖਵਾਉਣ ਵਾਲਾ ਮਸਲਾ ਹੈ ਨਾ, ਇਹ ਉਹਨਾਂ ਦੀ ਜਿਹੜੀ ਉਹ ਲੈਕ ਆਫ ਬਰੇਵਰੀ ਹੈ, ਲੈਕ ਆਫ ਕਰੇਜ ਹੈ, ਇਹਨੂੰ ਜਿਹੜਾ ਹੈ ਉਹ ਐਕਸਪੋਜ਼ ਕਰਦਾ ਹੈ। ਤੇ ਇੰਜੀਨੀਅਰ ਸਾਹਿਬ ਦੇ ਉੱਤੇ ਇਨਸ਼ਾਅੱਲਾ ਅਸੀਂ ਡੀਟੇਲ ਨਾਲ ਕਦੀ ਗੁਫ਼ਤਗੂ ਜ਼ਰੂਰ ਕਰ ਸਕਦੇ ਹਾਂ ਇਨਸ਼ਾਅੱਲਾ। ਪ੍ਰੋਫੈਸਰ ਸਾਹਿਬ ਤੁਸੀਂ ਵਕਤ ਦਿੱਤਾ, ਤਸ਼ਰੀਫ ਲੈ ਕੇ ਆਏ, ਤੇ ਇੱਕ ਇਹੋ ਜਿਹੇ ਟੌਪਿਕ ਤੋਂ ਰੋਸ਼ਨੀ ਪਾਈ ਜਿਹਦੇ ਤੇ ਮੈਂ ਵੀ ਜਾਣਨਾ ਚਾਹੁੰਦਾ ਸੀ ਬਹੁਤ ਸਾਰੀਆਂ ਸ਼ੈਵਾਂ, ਤੇ ਆਮ ਸ਼ੋਰ ਆਡੀਅנס ਵੀ ਜਾਣਨਾ ਚਾਹੀਦੀ ਹੋਏਗੀ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਹਣੇ ਆਦਮੀ ਹੋ, ਬਿਹਤਰੀਨ ਬੰਦੇ ਹੋ, ਤੇ ਅੱਲਾਹ ਤੁਹਾਨੂੰ ਜਜ਼ਾਏ ਖੈਰ ਦੇਵੇ। ਬਹੁਤ ਨਵਾਜ਼ੀ ਸਰ, ਬਹੁਤ ਨਵਾਜ਼ੀ। ਖਵਾਤੀਨੋ ਹਜ਼ਰਾਤ, ਹੁਣ 2 ਮਿੰਟ ਮੈਂ ਤੁਹਾਡੇ ਲਈ ਆਂਗਾ। ਵੇਖੋ ਇਹ ਜਿਹੜਾ ਸਾਨੇਹਾ ਗੁਜ਼ਰਿਆ ਨਾ, ਜ਼ੁਲਮ ਦੀ ਇੰਤਹਾ ਗੁਜ਼ਰੀ ਕਰਬਲਾ ਦੀ, ਇਹ ਦਰਦ ਤੇ ਤਕਲੀਫ ਸਾਂਝਾ ਹੈ, ਮੇਰਾ ਵੀ ਹੈ, ਤੁਹਾਡਾ ਵੀ ਹੈ, ਆਪਾਂ ਸਾਰਿਆਂ ਦਾ। ਕਿਉਂਕਿ ਉਸ ਜੰਗ ਦੇ ਵਿੱਚ ਇਹ ਨਹੀਂ ਸੀ ਪੁੱਛਿਆ ਗਿਆ ਕਿ ਫਿਰਕਾ ਕੀ ਹੈ, ਇਹ ਨਹੀਂ ਸੀ ਪੁੱਛਿਆ ਗਿਆ ਤਾਲੁਕ ਕਿੱਥੋਂ ਤੋਂ। ਸਿਰਫ ਇਹ ਸ਼ੈ ਪਤਾ ਸੀ ਕਿ ਬਈ ਮੁਸਲਮਾਨ ਨੇ ਇਕਤਦਾਰ ਤੇ ਤਖਤ ਤੇ। ਹਾਏ 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 ਹਾਏ, ਇਸ ਸ਼ੈ ਨੂੰ ਅੰਡਰਸਟੈਂਡ ਕਰੋ। ਮਤਲਬ ਮੈਂ ਗੱਲ ਕਰ ਰਹਾ ਤੇ ਮੇਰੇ I'm having goosebumps at the moment। ਅੰਡਰਸਟੈਂਡ ਕਰੋ, ਆਪਾਂ ਯੂਨਾਈਟ ਹੋਣਾ, ਤਫਰਕੇਬਾਜ਼ੀ ਨਹੀਂ ਕਰਨੀ। ਮੈਂ ਚਾਹੁੰਦਾ, ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਸਵਾਲਾਤ ਸਨ, ਮੈਨੂੰ ਰੇਟਿੰਗ ਆ ਜਾਂਦੀ, ਠੀਕ ਹੈ, ਤੁਹਾਨੂੰ ਮਸਾਲਾ ਲੱਭ ਜਾਂਦਾ, ਲੇਕਿਨ ਇਹੋ ਜਿਹੀ ਮੈਂ ਗੱਲ ਕੋਈ ਕਿਉਂ ਨਹੀਂ ਕੀਤੀ, ਜਾਂ ਪ੍ਰੋਫੈਸਰ ਸਾਹਿਬ ਨੇ ਇਹੋ ਜਿਹੀ ਕਿਸੇ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਕਿਉਂਕਿ ਵੀ ਡੋਂਟ ਵਾਂਟ ਟੂ ਸਪਰੈਡ ਨੈਗੇਟਿਵਿਟੀ। ਆਪਾਂ ਚਾਹੁੰਦੇ ਹਾਂ ਆਪਾਂ ਨੇਸ਼ਨ ਨੂੰ ਯੂਨਾਈਟ ਕਰੀਏ, ਬਿਕਾਜ਼ ਅੱਗੇ ਆਉਣ ਵਾਲਾ ਜਿਹੜਾ ਵਕਤ ਹੈ ਨਾ, ਉਹਨੇ ਐ ਨਹੀਂ ਪੁੱਛਣਾ ਕਿਹੜੇ ਫਿਰਕੇ ਤੋਂ ਤਾਲੁਕ। ਅੱਗੇ ਆਉਣ ਵਾਲਾ ਵਕਤ ਜਾਂ ਤੇ ਮੋਮਿਨ ਦੀ ਸਟੈਂਪ ਲੱਗਣੀ ਜਾਂ ਕਾਫਰ ਦੀ ਸਟੈਂਪ ਲੱਗਣੀ ਬੰਦੇ ਤੇ। ਇਹ ਗੱਲ ਯਾਦ ਰੱਖਣਾ। ਢੇਰ ਸਾਰੀ ਦੁਆਵਾਂ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਤੇ ਆਪਣੇ ਮੇਜ਼ਬਾਨ ਮੁਹੰਮਦ ਅਰਹਮ ਨਈਮ ਨੂੰ ਦਿਓ ਇਜਾਜ਼ਤ, ਅੱਲਾਹ ਨੇ ਨਿਗਹਿਬਾਨ। ਤੁਸੀਂ ਵੇਖ ਰਹੇ ਹੋ ਸਨ ਨਿਊਜ਼, ਤੁਹਾਡਾ ਮੇਜ਼ਬਾਨ ਮੁਹੰਮਦ ਅਰਹਮ ਨਈਮ ਇੱਥੇ ਮੌਜੂਦ ਹੈ, ਤੇ ਮੇਰੇ ਨਾਲ ਸੈਯਦ ਫਾਹਦ ਅਲੀ ਕਾਜ਼ਮੀ ਸਾਹਿਬ ਮੌਜੂਦ ਨੇ। ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਪ੍ਰੋਫੈਸਰ ਸਾਹਿਬ, ਇੱਕ ਸਵਾਲ ਮੇਰੇ ਦਿਲ ਦੇ ਵਿੱਚ ਆਉਂਦਾ ਹੈ, ਉਹ ਹੈ ਕਿ 10 ਮੁਹਰਮ, 9 ਮੁਹਰਮ, ਇਹ 2 ਪਾਰਟੀਕੂਲਰ ਜਾਂ 8 ਮੁਹਰਮ ਪਾਕਿਸਤਾਨ ਦੇ ਵਿੱਚ 3 ਦਿਨ ਬੜੇ ਇੰਪੋਰਟੈਂਟ ਨੇ। ਤੇ ਇਹਨਾਂ 3 ਦਿਨਾਂ ਦੇ ਵਿੱਚ ਕਿਉਂਕਿ ਕਰਬਲਾ ਅਗੇਨ ਪਾਣੀ ਤੇ ਕਰਬਲਾ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਾਣੀ ਦਾ ਬਹੁਤ ਗਹਿਰਾ ਤਾਲੁਕ ਹੈ ਇਸ ਪੂਰੇ ਸਾਲੇ ਦੇ ਵਿੱਚ। ਸਬੀਲਾਂ ਲਾਉਂਦੇ ਨੇ ਲੋਕ, ਤੇ ਅੱਲਾ ਦੀ ਰਾਹ ਦੇ ਵਿੱਚ ਲੋਕਾਂ ਨੂੰ ਪਾਣੀ ਪਵਾਉਂਦੇ ਨੇ, ਤੇ ਖਾਣ ਪੀਣ ਦਾ ਬੰਦੋਬਸਤ ਵੀ ਹੁੰਦਾ ਹੈ, ਲੰਗਰ ਵੀ ਕਰਾਇਆ ਜਾਂਦਾ। ਇਹ ਮੈਂ ਜਾਣਨਾ ਚਾਹੁੰਦਾ ਕਿ ਇਹ ਜਿਹੜੀਆਂ ਸਬੀਲਾਂ ਲਾਣਾ, ਲੰਗਰ ਲਾਣਾ, ਆਰ ਦੇ ਆਥੈਂਟਿਕ? ਮਤਲਬ ਕਿ ਇਹ ਸਾਨੂੰ, ਮਤਲਬ ਇਹ ਤੇ ਅਸੀਂ ਆਮ ਦਿਨਾਂ ਦੇ ਵਿੱਚ ਵੀ ਕਰ ਸਕਦੇ ਹਾਂ, ਸਾਨੂੰ ਚੜ੍ਹ ਕੇ, ਵੱਧ ਕੇ ਕਰਨਾ ਚਾਹੀਦਾ। ਬਾਜ਼ ਔਕਾਤ ਬਾਜ਼ ਉਲਮਾ ਕਰਾਮ ਇਹ ਕਹਿੰਦੇ ਨੇ ਕਿ ਜੀ ਇਹ ਵੀ ਬਿਦਾਤ ਦੇ ਵਿੱਚ ਆਉਂਦਾ ਹੈ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਦੇਖੋ ਜੀ, ਮੈਂ ਕਿਸੇ ਉਲਮਾ ਨੂੰ ਤੇ ਮੈਂ ਉਹਨਾਂ ਨੂੰ ਕੀ ਕਨਫਰੰਟ ਕਰਨਾ, ਇੱਕ ਗੱਲ ਹੈ, ਇਸ ਗੱਲ ਨੂੰ ਅੰਡਰਸਟੈਂਡ ਕੀਤਾ ਜਾਏ ਕਿ ਬਿਦਤ ਹੈ ਕੀ। ਇਹਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ। ਹਰ ਨਵੀਂ ਚੀਜ਼ ਬਿਦਤ ਦੇ ਲੈਂਸ ਦੇ ਅੰਦਰ ਨਹੀਂ ਹੁੰਦੀ। ਠੀਕ ਹੈ। ਬਿਦਤ ਇਹ ਵੇ ਕਿ ਅਗਰ ਮੈਂ ਕੋਈ ਨਵੀਂ ਰਸਮ ਇਜਾਦ ਕਰਾਂ ਔਰ ਇਹ ਕਹਾਂ ਕਿ ਇਹ ਰਸਮ ਕਰੋਗੇ ਤੇ ਇਹ ਸਵਾਬ ਮਿਲੇਗਾ, ਨਹੀਂ ਕਰੋਗੇ ਤੇ ਤੁਹਾਨੂੰ ਅਜ਼ਾਬ ਮਿਲੇਗਾ। ਠੀਕ ਹੈ। ਯਾਨੀ ਕੋਈ ਐਸਾ ਅਮਲ
ਜਿਹੜਾ ਸਰਕਾਰੇ ਦੋ ਆਲਮ ਸੱਲੱਲਾਹੁ ਅਲੈहि ਵਸੱਲਮ ਨੇ ਜਾਂ ਸਾਹਬਾ ਨੇ ਜਾਂ ਅਹਿਲੇ ਬੈਤ ਨੇ ਨਹੀਂ ਕੀਤਾ ਔਰ ਅੱਜ ਮੈਂ ਕਰ ਰਿਹਾ ਔਰ ਉਹਨੂੰ ਦੀਨ ਦਾ ਪਾਰਟ ਸਮਝ ਕੇ ਕਰ ਰਿਹਾ। ਠੀਕ ਹੈ, ਦੀਨ ਦਾ ਪਾਰਟ ਸਮਝ ਕੇ ਕਰ ਰਹੇ ਹੋ। ਇਹਨੂੰ ਕਰਨਾ ਵਾਜਿਬ ਹੈ, ਠੀਕ ਹੈ, ਔਰ ਅਗਰ ਮੈਨੂੰ ਨਹੀਂ ਤੇ ਕਰਾਂਗਾ ਗੁਨਾਹ ਲੱਭੇਗਾ, ਤੇ ਮੈਨੂੰ ਗੁਨਾਹ ਹੋਏਗਾ, ਇਹ ਬਿਦਤ ਹੋਏਗੀ। ਠੀਕ ਹੈ, ਠੀਕ ਹੈ, ਠੀਕ ਹੈ। ਲੇਕਿਨ ਬਹੁਤ सी ਚੀਜ਼ਾਂ ਮੈਂ ਕਲਚਰਲੀ ਕਰਨਾ। मैन इज अ सोशल एनिमल। एग्जैक्टली। ठीक है, मेरा कल्चर है, मेरा सकाफत है, मेरी तहजीब है। मैं चीज़ां नू सैलीब्रेट भी करना, मैं चीज़ां नू ऑब्जर्व भी करना। वो बहुत सी चीज़ां वो दीन दे उस तरह दे दायरे दे हवाले नाल है ही नहीं। मैं उन किसी नू खाना खिलाना वा एक ह्यूमन लेवल दे उत्ते भी खाना खिला सकना। एग्जैक्टली, बिल्कुल। ठीक है, एक खाना खिलाने दा जो जनरल सवाब है मैनू मिल जाएगा। हमदर्दी है, ह्यूमन एसोसिएशन है, सेंस ऑफ कम्युनिटी है, सो ऑन एंड सो फोर्थ। ਤੇ ਹੁਣ ਅਗਰ ਕੋਈ ਸ਼ਖਸ ਇਮਾਮ ਅਲੀ ਮਕਾਮ ਇਮਾਮ ਹੁਸੈਨ ਅਲੈਹਿਸਲਾਮ ਦੀ ਯਾਦ 'ਚ ਕਿ ਇਮਾਮ ਨੂੰ ਪਾਣੀ ਨਹੀਂ ਦਿੱਤਾ ਗਿਆ, ਹਾਏ ਹਾਏ, ਆਲੇ ਰਸੂਲ ਨੂੰ ਪਾਣੀ ਨਹੀਂ ਮਿਲਿਆ, ਤੇ ਉਹ ਅਗਰ ਪਾਣੀ ਪਿਲਾਉਂਦਾ ਹੈ ਤੇ ਰੱਬੁਲ ਇੱਜ਼ਤ ਉਹਨੂੰ ਇੱਕ ਸੈਂਸ ਆਫ ਕਮਿਊਨਿਟੀ ਦੇ ਦਰਜੇ ਤੇ ਰਿਕਗਨਾਈਜ਼ ਕਰੇਗਾ। ਇਹਦਾ ਤਾਲੁਕ ਬਿਦਤ ਨਾਲ कैसे ਹੋ ਗਿਆ? ਪਾਣੀ ਪਿਲਾਣਾ ਜਾਂ ਸ਼ਰਬਤ ਪਿਲਾਣਾ ਜਾਂ ਕੋਈ ਲੋਕ ਜਿਹੜੇ ਨੇ ਗਰਮੀ ਦੇ ਅੰਦਰ ਜਾ ਰਹੇ ਨੇ ਉਹਨਾਂ ਨੂੰ ਅਗਰ ਮੈਂ ਪਾਣੀ ਪਿਲਾ ਰਿਹਾ ਇਹਦੇ ਅੰਦਰ ਕੀ ਬਿਦਤ ਦਾ ਅਸੀਂ ਐਂਗਲ ਕੱਢ ਲਿਆ? हर चीज़ बिदत नहीं होती। अगर कोई लंगर खिला रहा है, वो खाना खिला रहा मसाकीन नूं, तुसीं आम दिनां च भी खिला सकते हो, लेकिन चलो एक अगर तुहाडे अंदर एक सेंस ऑफ सॉलिडैरिटी है कि यार इमाम अली मकाम नूं आले रसूल नूं अलैहिस्सलातु वस्सलाम उन्हां नूं खाना नहीं लभ्या सी, उन्हां नूं पानी नहीं दिता गया सी, मैं जिहड़ा लंगर दा एहतमाम कर रहा और उन्हां दी याद च कर रहा, इहदे च कोई हर्ज नहीं है। और एक अहम गल है, इसाले सवाब एक पूरा तसव्वुर रखता है दीन दे अंदर। इसाले सवाब की है? हर वो अमल जेड़ा जाती तौर ते मैनू सवाब देंदा है, अगर मैं रब्बुल इज्जत दी बारगाह च यह कवां कि जेड़ा गुजर गया है यह सवाब दी रूह नूं मैं पेश करना वा, यह बिल्कुल दीन दे अंदर इहदी गुंजाइश है। ऐसी हदीस मौजूद ने, सरकारे दो आलम कोल साहबा आए, साहबा ने अपने पेरेंट्स दे हवाले नाल गल पूछी कि पेरेंट्स जेड़े ने अल्लाह दे घर टुर गए ने ਤੇ ਅਸੀਂ ਉਹਨਾਂ ਲਈ ਕੀ ਕਰੀਏ ਜਿਹੜਾ ਉਹਨਾਂ ਨੂੰ ਫਾਇਦਾ ਦੇਵੇ। ਆਪਨੇ ਫਰਮਾਇਆ ਤੁਸੀਂ ਜਿਹੜੇ ਕੂਏ ਖੋਦੋ, ਪਾਣੀ ਦਾ ਬੰਦੋਬਸਤ ਕਰੋ, ਇਹ ਸਦਕਾ ਜਾਰੀ ਹੈ, ਉਹਨਾਂ ਨੂੰ ਜਿਹੜਾ ਤੁਸੀਂ ਇਹ ਐਕਸ਼ਨ ਕਰ ਰਹੇ ਹੋ ਇਹਦਾ ਸਵਾਬ ਉਹਨਾਂ ਨੂੰ ਪਹੁੰਚੇਗਾ। ਬੇਸ਼ੱਕ। ਤੇ ਇਹਦਾ ਤਾਲੁਕ ਬਿਦਤ ਨਾਲ ਤੇ ਨਹੀਂ ਹੈ, ਨਾਉਜ਼ ਬਿल्ला। ਹੁਣ ਅਗਰ ਮੈਂ ਇਮਾਮ ਅਲੀ ਮਕਾਮ ਨੂੰ ਆਪਣਾ ਸਮਝਣਾ ਵਾ ਔਰ ਮੈਂ ਲੰਗਰ ਤਕਸੀਮ ਕਰਨਾ ਵਾ ਔਰ ਇਹ ਨੀਅਤ ਕਰਨਾ ਵਾ ਕਿ ਇਲਾਹੁਲ ਆਲਮੀਨ ਇਸ ਲੰਗਰ ਤੋਂ ਅਗਰ ਮੈਨੂੰ ਕੋਈ ਸਵਾਬ ਹਾਸਿਲ ਹੋ ਰਿਹਾ ਹੈ, मैं खालिस नीयत तेरे लिए कर रहे हैं, तेरी खुशनुदी लिए कर रहे हैं, तो शौदाए करबो बला नू मैं दा सवाब जेड़ा है बतौर हदिया इसाल करना वा, ते इहदे अंदर कोई हर्ज वाली गल नहीं है, कोई बिदत नहीं है। इहदे अंदर तो सखी सखावत इस्लाम दे विच दसी गई कि तुहानू सखी होना चाहिदा, आवाम नू खवाना पवाना चाहिदा। ये जेड़ा नैरो माइंडेड अप्रोच है ना, बाज़ औकात ये जेड़ी लिटरलिस्ट अप्रोच है, सरफेस लेवल शैलो अप्रोच है, इहदे कोलों बाहर आना चाहिए। प्रोफेसर साहब एक गल मैं हमेशा करना, अमूमन शायद किसी नू बुरी भी लगे कि nowadays in that particular society ਇਸਲਾਮ ਦਾ ਮੰਜਨ ਸਭ ਤੋਂ ਆਸਾਨ ਮੰਜਨ ਹੈ ਵੇਚਣ ਵਾਸਤੇ। ਜਿਹੜੇ ਪਾਸੇ ਬੰਦੇ ਨੂੰ ਲਾਣਾ ਉਹਨੇ ਲੱਗ ਜਾਣਾ, ਤੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੂੰ ਨੌਲੇਜ ਘੱਟ ਹੈ ਤੇ ਆਪਣਾ ਮੰਜਨ ਵੇਚਣ ਵਾਸਤੇ ਇਹੋ ਜਿਹੀਆਂ ਕਹਾਣੀਆਂ ਘੜਤੀਆਂ ਨੇ, ਆਵਾਮ ਨੂੰ ਸਾਨੂੰ ਨੌਲੇਜ ਘੱਟ ਕਿਉਂ ਹੈ? ਇਹ ਵੀ ਤੇ ਸਵਾਲ ਹੈ ਨਾ। ਅੱਜ ਜਦੋਂ ਅਸੀਂ 10 ਮੁਹਰਮ ਉਲ ਹਰਾਮ ਦੇ ਅੰਦਰ ਬੈਠੇ ਹੋਏ ਆ, ਇਹ ਸਵਾਲ ਮੈਂ ਤੁਹਾਡੇ ਨਾਲ, ਤੁਸੀਂ ਮੇਰੇ ਨਾਲ ਤੁਹਾਨੂੰ ਕਰਨਾ ਚਾਹੀਦਾ ਹੈ, ਮੈਨੂੰ ਤੁਹਾਡੇ ਨਾਲ ਕਰਨਾ ਚਾਹੀਦਾ ਹੈ। क्यों? इस्लाम का बेसिक फ्रेमवर्क है कि हर शख्स नू स्पिरिचुअली टू एन एक्सटेंट लर्नड होना चाहिए। जबरदस्त, बहुत हर शख्स नू, हर शख्स जेड़ा है, मैं किसी मुफ्ती दा आलिम दा मोहताज नहीं हाँ। पुराने वक्तां दे अंदर बड़े कोई टैक्नीकल इशूज होंदे सन फिक दे, ते लोकी जेड़े ने मुफ्तियां कोल जांदे सन, जो बहुत टैक्नीकल इशू है जेड़े अंदर कोई खास किस्म दी स्पेशलिटी इन्वॉल्वड है, ते मैं किसी मुफ्ती कोल जाना वा। आम तौर ते जेड़ा मेरा रोज़मर्रा दा मैनू इस अहकामात दा दायरा है, वो अहकामात दा नॉलेज मैनू खुद क्यों नहीं है? मैनू खुद सरकारे दो आलम दी सीरत मैं क्यों नहीं पढ़ सकता? मैं क्यों नहीं जिस नबी नू मैं मनना वा ओदी सीरत, उन्हां दे सहाबा दी सीरत, उन्हां दे अहले बैत दी सीरत, who has stopped me from learning? और खास तौर ते इस डे एंड एज दे अंदर ਜਦੋਂ ਇੱਕ ਕਲਿੱਕ ਦੇ ਉੱਤੇ ਤੁਹਾਨੂੰ ਇੰਨੀਆਂ ਕਿਤਾਬਾਂ, ਆਥੈਂਟਿਕ ਕਿਤਾਬਾਂ ਦਸਤਿਆਬ ਨੇ, ਲਾਇਬ੍ਰੇਰੀਜ਼ ਵੀ ਨਹੀਂ ਹੁਣ ਤੁਹਾਨੂੰ ਜਾਣੇ, ਐਸੇ ਸੌਫਟਵੇਅਰਸ ਆ ਗਏ ਨੇ, ਆਨਲਾਈਨ ਸਾਰੀ ਤਫਸੀਰਾਂ ਆ ਗਈਆਂ ਨੇ, ਆਨਲਾਈਨ ਸਹਾਸਤਾਂ ਦੀਆਂ ਕਿਤਾਬਾਂ, ਸੀਰਤ ਦੀਆਂ ਕਿਤਾਬਾਂ, ਮਸਾਦਰ, ਟ੍ਰਾਂਸਲੇਸ਼ਨਸ। ਹੁਣ ਤੇ ਮੇਰੇ ਕੋਲ ਇਹ ਐਕਸਕਿਊਜ਼ ਹੀ ਨਹੀਂ ਹੈ ਕਿ ਮੈਂ ਕਹਾਂ ਮੈਨੂੰ ਨੌਲੇਜ ਨਹੀਂ ਹੈ,
ਤੇ ਗੱਲ ਐ ਵੇ ਕਿ ਤੁਹਾਨੂੰ ਮੈਨੂੰ ਸਾਨੂੰ ਨੌਲੇਜ ਇਖਤਿਆਰ ਕਰਨਾ ਹੈ ਹੂੰ ਔਰ ਸਾਡੀ ਜਿੰਨੀ ਘੱਟ ਡਿਪੈਂਡੈਂਸ ਹੋਏਗੀ ਕਲੈਰਿਕਸ ਦੇ ਉੱਤੇ, ਕਲਰਜੀ ਦੇ ਉੱਤੇ, ਰਿਲੀਜੀਅਸ ਤਬਕੇ ਦੇ ਉੱਤੇ, ਉਹਨਾਂ ਅਸੀਂ ਇੱਕ ਖੁੱਲੇ ਦਿਲ ਨਾਲ, ਇੱਕ ਖੁੱਲੇ ਮਸ਼ਰਬ ਨਾਲ, ਕਿਉਂਕਿ ਸਾਡੇ ਹਾਂ ਹੋਇਆ ਹੈ ਵੇ ਕਿ ਫਿਰਕਾ ਵਾਰੀਅਤ ਦਾ ਜਿੰਨ ਜਿਹੜਾ ਹੈ ਉਹ ਬੋਤਲ ਤੋਂ ਬਾਹਰ ਨਹੀਂ ਆ ਰਿਹਾ ਔਰ ਕਿਤੇ ਨਾ ਕਿਤੇ ਸਾਡਾ ਮਜ਼ਹਬੀ ਤਬਕਾ ਜ਼ਿੰਮੇਦਾਰ ਹੈ। ਇਦਾਂ ਹੀ ਹੈ। ਅਸੀਂ ਸਹਾਬਾ ਤੇ ਅਹਿਲੇ ਬੈਤ ਦੇ ਨਾਂ ਤੇ ਤਕਸੀਮ ਹੋਏ ਆ। ਹਾਏ ਅਸੀਂ ਤੌਹੀਦ ਦੇ ਨਾਮ ਹਾਏ, ਤੇ ਤੇ ਨਾਊਜ਼ ਬਿੱਲਾ ਬਦਮਜ਼ਹਬੀ ਦੇ ਨਾਮ ਦੇ ਉੱਤੇ ਅਸੀਂ ਤਕਸੀਮ ਹੋਏ ਆ। ਉਹ ਸਾਡੇ ਬੜੇ ਪਿਆਰੇ ਬਜ਼ੁਰਗ ਤੇ ਦੋਸਤ ਜਸਟਿਸ ਨਜ਼ੀਰ ਅਹਿਮਦ ਗਾਜ਼ੀ ਸਾਹਿਬ ਅਕਸਰ ਇਹ ਕੋਟ ਕਰਦੇ ਨੇ, ਫਾਰਮਰ ਜਸਟਿਸ ਲਾਹੌਰ ਹਾਈ ਕੋਰਟ, ਕਿ ਇਕਬਾਲ ਕੋਲ ਸਕਾਲਰਸ ਬੈਠੇ ਹੋਏ ਸਨ ਔਰ ਗੁਫ਼ਤਗੂ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਜੀ ਇਸਲਾਮ ਤੇ ਬੜਾ ਸਖਤ ਵਕਤ ਹੈ ਔਰ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਸੀ ਤੇ ਕਿਸੇ ਨੇ ਕਿਹਾ ਉਲਮਾ ਕੀ ਕਰ ਰਹੇ ਨੇ, ਤੇ ਇਕਬਾਲ ਨੇ फरमाया उलमा जो है वो मुसलमान काफिरों की तादाद में इजाफा कर रहे हैं। ਓਹੋ ਅਸੀਂ ਫਤਵੇ ਦੇ ਰਹੇ ਹਾਂ, ਅਸੀਂ ਇਸਲਾਮੋਂ ਬਾਹਰ ਕੱਢੀ ਜਾ ਰਹੇ ਹਾਂ ਸਾਰਿਆਂ ਨੂੰ, ਜਿਹੜਾ ਸਾਨੂੰ ਪਸੰਦ ਨਹੀਂ ਹੈ ਵੀ ਕਾਫਰ ਹੈ, ਵੀ ਕਾਫਰ, ਨਿਕਲ ਜਾਓ ਸਾਰੇ। ਔਰ ਇੱਕ ਫਿਰਕੇ ਦੇ ਅੰਦਰ 600 ਅਸੀਂ ਡੇਢ ਇੱਟ ਦੀਆਂ ਮਸਜਿਦਾਂ ਬਣਾ ਲਈਆਂ। ਹਾਏ 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 ਤੇ ਦੇਖੋ ਇਹ ਸਾਡਾ ਆਪਣਾ ਵੀ ਕੰਮ ਹੈ ਕਿ ਕੁਝ ਚੀਜ਼ਾਂ ਅਸੀਂ ਆਪ ਸਮਝੀਏ, ਅੰਡਰਸਟੈਂਡ ਕਰੀਏ ਔਰ ਦੀਨ ਦਾ ਜਿਹੜਾ ਇੱਕ ਸਕਾਫਤੀ ਪਹਿਲੂ ਹੈ ਜਿਹਦੇ ਅੰਦਰ ਬੜੀ ਗੁੰਜਾਇਸ਼ ਹੈ, ਕਲਚਰਲ ਪਹਿਲੂ ਹੈ, ਬੜੀ ਗੁੰਜਾਇਸ਼ ਹੈ, ਉਹਨੂੰ ਵੀ ਸਮਝੀਏ। ਮੈਂ ਸਰਕਾਰੇ ਦੋ ਆਲਮ ਦਾ ਮਿਲਾਦ ਇਸ ਕਰਕੇ ਨਹੀਂ ਮਨਾਉਂਦਾ ਕਿ ਉਹ ਕੋਈ ਦੀਨ ਦਾ ਪਾਰਟ ਹੈ, ਮੈਂ ਆਪਣੀ ਮੁਹੱਬਤ ਦੇ ਇਜ਼ਹਾਰ ਲਈ ਮਨਾ ਰਿਹਾ। ਇਮਾਮੇ ਆਲੀ ਮਕਾਮ ਦੇ ਜ਼ਿਕਰ ਨੂੰ ਮੈਂ ਸਿਰਫ ਇਸ ਲਈ ਨਹੀਂ ਕਰ ਰਿਹਾ ਕਿ ਦੀਨ ਦਾ ਕੋਈ ਰੁਕਨ ਮਿਸ ਹੋ ਰਿਹਾ, ਨਹੀਂ, ਇਟ ਇਜ਼ ਅ ਹਿਊਮਨ ਸੋਲਿਡੈਰਿਟੀ ਵਿਦ ਦ ਮਜ਼ਲੂਮ। ਇਹ ਐਂਗਲਸ ਅਗਰ ਨਿਕਲ ਜਾਣਗੇ ਤਾਂ ਕੌਮਾਂ ਜਿਹੜੀਆਂ ਨੇ, ਕੌਮਾਂ ਉਹ ਬੰਦੀਆਂ ਨਹੀਂ। ਨਬੀ ਅਲੈਹਿ ਸਲਾਤੁ ਵਸਲਾਮ ਦੇ ਦੌਰ ਦੇ ਅੰਦਰ ਨਬੀ ਅਲੈਹਿ ਸਲਾਤੁ ਵਸਲਾਮ ਨੇ ਡੇਜ਼ ਨੂੰ ਅਬਜ਼ਰਵ ਕੀਤਾ, ਠੀਕ ਹੈ ਨਾ ਜੀ। ਯੌਮੇ ਬਦਰ ਜਿਸ ਦਿਨ ਲੜੀ ਗਈ ਉਹਨੂੰ ਯੌਮੇ ਫੁਰਕਾਨ ਕਿਹਾ ਗਿਆ, ਉਹ ਅਬਜ਼ਰਵ ਹੋਈ, ਉਹਨੂੰ ਯੌਮੇ ਫੁਰਕਾਨ ਦੇ ਦਰਜੇ ਦੇ ਉੱਤੇ ਯਾਦ ਰੱਖਿਆ ਗਿਆ। ਨਬੀ ਅਲੈਹਿ ਸਲਾਤੁ ਵਸਲਾਮ ਦੇ ਜਦੋਂ ਚੱਚਾ ਜਨਾਬ ਅਬੀ ਤਾਲਿਬ ਔਰ ਆਪਦੀ ਜ਼ੌਜਾ ਬੀਬੀ ਖਦੀਜਾ ਅਲ ਕੁਬਰਾ ਸਲਾਮੁੱਲਾਹ ਅਲੈਹਾ ਦਾ ਵਿਸਾਲ ਹੋਇਆ, ਆਪਣੇ ਪੂਰੇ ਸਾਲ ਨੂੰ ਆਮੁਲ ਹੁਜ਼ਨ ਡਿਕਲੇਅਰ ਕਰ ਦਿੱਤਾ, ਈਅਰ ਆਫ ਗ੍ਰੀਫ, ਈਅਰ ਆਫ ਸੈਡਨੈਸ। ਤੇ ਇਹ ਜਿਹੜੇ ਤਹਿਜ਼ੀਬੀ ਸਕਾਫਤੀ ਤਕਾਜ਼ੇ ਨੇ, ਦੀਨ ਉਹਨਾਂ ਨੂੰ ਵੀ ਰਿਕਗਨਾਈਜ਼ ਕਰਦਾ ਹੈ। ਤੇ ਇਹ ਜਿਹੜੀਆਂ ਮਾਮਲਾਤ ਨੇ, ਸਬੀਲਾਂ ਅਗਰ ਕੋਈ ਲਾਉਂਦਾ ਹੈ, ਬੜੀ ਅੱਛੀ ਗੱਲ ਹੈ। ਇਮਾਮੇ ਆਲੀ ਮਕਾਮ ਦੀ ਯਾਦ 'ਚ ਇੱਕ ਸੋਲੀਡੈਰਿਟੀ ਹੈ, ਲੋਕਾਂ ਨੂੰ ਇਮਾਮ ਪਾਕ ਦੀ ਯਾਦ ਆਉਂਦੀ ਹੈ। At least we're recalling the incident and we're recalling the people ਜਿਹੜੇ ਸਾਡੇ ਅੱਛਾ ਤਰੀਕਾ ਹੈ, Exactly. ਅੱਛਾ ਤਰੀਕਾ ਹੈ, ਠੀਕ ਹੈ। ਇਹਦੇ ਤੇ ਕੋਈ ਉਹ ਬਿਦਤ ਵਾਲਾ ਬੈਰੋਮੀਟਰ ਇਹਦੇ ਤੇ ਲੱਗਦਾ ਹੀ ਨਹੀਂ, ਇਹਨੂੰ ਕਿਉਂ ਅਸੀਂ ਬਿਦਤ ਕਵਾਂ। ਖੂਬਸੂਰਤ ਤੇ ਜ਼ਬਰਦਸਤ ਗੱਲ ਕੀਤੀ ਪ੍ਰੋਫੈਸਰ ਸਾਹਿਬ ਇੱਕ ਗੱਲ, ਇੱਕ ਸ਼ੈ ਤੇ ਮੈਨੂੰ ਰੋਸ਼ਨੀ ਥੋੜੀ ਜਿਹੀ ਚਾਹੀਦੀ। ਇਹ ਜਿਹੜਾ ਆਪਾਂ ਪਾਰਟਿਕੂਲਰ ਵਰਡ ਯੂਜ਼ ਕਰਨੇ ਆ, ਅਹਿਲੇ ਤਸ਼ਈ ਜਾਂ ਸ਼ੀਆ, ਇਹ ਵਰਡ ਬੇਸਿਕਲੀ ਇਹ ਇਜਾਦ ਕਿੱਥਾਂ ਦੀ ਹੈ, ਮਤਲਬ ਕਿ ਸ਼ੀਅਤ ਦਾ ਆਗਾਜ਼ ਕਿੱਥੋਂ ਹੋਇਆ, ਇਹ ਕੀ ਬੈਕਗ੍ਰਾਉਂਡ ਹੈ? ਦੇਖੋ ਇਹ ਤਾਰੀਖ ਦੀਆਂ ਬੜੀਆਂ ਬਾਰੀਕ ਬਹਿਸਾਂ ਨੇ, ਠੀਕ ਹੈ। ਸ਼ੀਆ ਦਾ ਮਤਲਬ ਹੁੰਦਾ ਹੈ ਗਰੋਹ, ਠੀਕ ਹੈ। ਸ਼ੀਆ ਗਰੋਹ ਨੂੰ ਕਹਿੰਦੇ ਨੇ। ਸ਼ੀਆ ਦਾ ਲਫ਼ਜ਼ ਜਿਹੜਾ ਹੈ ਕੁਰਾਨੇ ਕਰੀਮ ਦੇ ਅੰਦਰ ਵੀ ਮੌਜੂਦ ਹੈ, ਠੀਕ ਹੈ। ਤੇ ਅਰਬ ਵਰਲਡ ਦੇ ਅੰਦਰ ਜੋ ਜਿਹਦੇ ਨਾਲ ਕੁਰਬਤ ਇਖਤਿਆਰ ਕਰਦਾ ਸੀ ਉਹਨੂੰ ਕਹਿੰਦੇ ਸਨ, ਜਾਂ ਮੁਹੱਬਤ ਕਰਦਾ ਸੀ ਉਹਨੂੰ ਕਹਿੰਦੇ ਸਨ ਫਲਾਣੇ ਬੰਦੇ ਦਾ ਸ਼ੀਆ ਹੈ, ਉਹਦਾ ਗਰੁੱਪ ਦਾ ਪਾਰਟ ਹੈ। ਓਕੇ, ਠੀਕ ਹੈ। ਇੱਕ ਜਨਰਲ ਜੀ ਟਰਮ ਸੀ, ਕੋਈ ਫਿਰਕਾ ਨਹੀਂ ਸੀ, ਫਿਕ ਨਹੀਂ ਸੀ ਉਸ ਦਰਜੇ ਦੇ ਅੰਦਰ, ਠੀਕ ਹੈ। ਯਾਨੀ ਉਹ ਦੋ ਗਰੋਹ ਨੇ ਤੇ ਮੌਲਾ ਅਲੀ ਨੂੰ ਅਗਰ ਕੋਈ ਫੋਲੋ ਕਰ ਰਿਹਾ ਹੈ ਜਾਂ ਉਹਨਾਂ ਦੀ ਫੌਜ ਦੇ ਅੰਦਰ ਸ਼ਾਮਿਲ ਹੈ ਤਾਂ ਕਹਿੰਦੇ ਨੇ ਸ਼ੀਆਤੇ ਅਲੀ। ਇਸੇ ਤਰ੍ਹਾਂ ਕਿਸੇ ਨੂੰ ਕੋਈ ਹੋਰ ਸ਼ਖਸੀਅਤ ਪਸੰਦ ਸੀ ਤਾਂ ਕਹਿੰਦੇ ਨੇ ਸ਼ੀਆਤੇ ਫਲਾਨਾ, ਠੀਕ ਹੋ ਗਿਆ ਨਾ, ਇਹ ਉਹਦਾ ਪਾਰਟ ਹੈ। ਇਹ ਕੋਈ ਫਿਰਕਾ ਜਾਂ ਫਿਕ ਨਹੀਂ ਸੀ, ਠੀਕ ਹੈ। ਔਰ ਜਿਹੜੀ ਸੁੰਨੀ ਟਰਮ ਹੈ, ਇਹ ਸੁੰਨੀ ਟਰਮ ਬਾਅਦ ਦੇ ਅੰਦਰ ਡਿਵੈਲਪ ਹੋਈ, ਅਗਰ ਅਸੀਂ ਇਹਦੀ ਤਾਰੀਖ ਦੇ ਅੰਦਰ ਜਾਈਏ, ਠੀਕ ਹੈ। ਬਨੂ ਅਬਾਸ ਦੀ ਜਦੋਂ ਹੁਕਮਰਾਨੀ ਸੀ, ਤੁਸੀਂ ਜਾਣਦੇ ਹੋ ਖਿਲਾਫਤ ਰਾਸ਼ਿਦਾ ਦੇ ਅੰਦਰ ਕੋਈ ਸ਼ੀਆ ਸੁੰਨੀ ਟਰਮ ਐਗਜ਼ਿਸਟ ਨਹੀਂ ਕਰਦੀ, ਠੀਕ ਹੈ। ਸ਼ੀਆ ਦਾ ਇੱਕ ਵਰਡ ਜਿਹੜਾ ਟੂਵਰਡਸ ਦੀ ਐਂਡ, ਯਾਨੀ ਕਿਉਂਕਿ ਮੁਸਲਮਾਨਾਂ ਦੇ ਅੰਦਰ ਆਪਸ ਦੇ ਕੁਝ ਇਖਤਲਾਫਾਤ ਹੋਏ, ਮੁਸਲਮਾਨਾਂ ਦੀ ਆਪਸ ਦੇ ਅੰਦਰ ਜੰਗੋ ਜਦਲ ਹੋਈ, ਜਿਹੜੀ ਸਿਵਲ ਵਾਰਸ ਅਸੀਂ ਜਿਹਨੂੰ ਕਹਿੰਦੇ ਆ, ਤੇ ਉਹਦੇ ਅੰਦਰ ਫਿਰ ਇਹ ਮੁਖਤਲਿਫ ਸ਼ੀਆ ਫਲਾਨਾ ਇਹ ਟਰਮਸ ਇਸਤੇਮਾਲ ਹੋਈਆਂ, ਮਗਰ ਇਹ ਬਤੌਰ ਫਿਕ ਇਸਤੇਮਾਲ ਨਹੀਂ ਹੋਈ, ਠੀਕ ਹੈ। ਬਨੂ ਉਮਈਆ ਦਾ ਦੌਰ ਅਹਿਲੇ ਬੈਤ ਰਸੂਲ ਲਈ ਬੜਾ ਮੁਸ਼ਕਿਲ ਦੌਰ ਸੀ, ਬਿਲਕੁਲ। ਔਰ ਅਹਿਲੇ ਬੈਤ ਰਸੂਲ ਯਾਨੀ ਬਾਕੀ ਜਿਹੜੇ ਫਰਜ਼ੰਦਾਨ ਅਹਿਲੇ ਬੈਤ ਸਨ, ਇਮਾਮ ਜ਼ੈਨੁਲ ਆਬਦੀਨ ਦੀ ਔਲਾਦ ਔਰ ਦੀਗਰ, ਉਹਨਾਂ ਦੀ ਸ਼ਹਾਦਤਾਂ ਹੁੰਦੀਆਂ ਰਹੀਆਂ। ਇਹ 90 ਸਾਲ ਇਹ ਸਿਲਸਿਲਾ ਚੱਲਦਾ ਰਿਹਾ। ਔਰ ਫਿਰ ਬਨੂ ਅਬਾਸ ਜਿਹੜੇ ਨੇ ਖਿਲਾਫਤ ਇਕਤਦਾਰ ਦੇ ਉੱਤੇ ਮੁਤਮੱਕਨ ਹੋਏ। ਬਨੂ ਅਬਾਸ ਨੇ ਆਗਾਜ਼ ਦੇ ਅੰਦਰ ਉਹ ਅਹਿਲੇ ਬੈਤ ਦੇ
ਮਿਸ਼ਨ ਦੇ ਨਾਲ ਸਨ ਕਿ ਅਸੀਂ ਅਹਿਲੇ ਬੈਤ ਤੇ ਬੜਾ ਜ਼ੁਲਮ ਹੋਇਆ ਠੀਕ ਹੈ ਤੇ ਅਸੀਂ ਅਹਿਲੇ ਬੈਤ ਦੇ ਨਾਲ ਆ ਠੀਕ ਹੈ ਤੇ ਕਾਲੇ ਝੰਡੇ ਲੈ ਕੇ ਉਹਨਾਂ ਨੇ ਬਨੂ ਉਮਈਆ ਦੇ ਖਿਲਾਫ ਖਰੂਜ ਕੀਤਾ ਔਰ ਬਨੂ ਉਮਈਆ ਨੂੰ ਟੌਪਲ ਕਰਕੇ ਉਹ ਹੁਕਮਰਾਨ ਬਣ ਗਏ। ਠੀਕ ਹੈ ਲੇਕਿਨ ਬਨੂ ਅਬਾਸ ਵੀ ਬਾਅਦ 'ਚ ਜਿਹੜੇ ਬਨੂ ਫਾਤਿਮਾ ਸਨ ਜਾਂ ਮੌਲਾ ਅਲੀ ਦੀ ਔਲਾਦ ਸੀ ਉਹਨਾਂ ਨਾਲ ਉਹ ਟਸਲ ਉਹਨਾਂ ਦੀ ਬਰਕਰਾਰ ਰਹੀ ਔਰ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਇੱਕ ਐਸੀ ਰਿਲੀਜੀਅਸ ਆਈਡੀਓਲੋਜੀ ਵੀ ਚਾਹੀਦੀ ਹੈ, ਇੱਕ ਐਸੀ ਟਰਮ ਵੀ ਚਾਹੀਦੀ ਹੈ ਕਿ ਅਸੀਂ ਆਪਸ 'ਚ ਜਦੋਂ ਸਾਡਾ ਕਲੈਸ਼ ਦੁਨਿਆਵੀ ਹੋਏਗਾ ਤੇ ਅਸੀਂ ਉਹਨੂੰ ਇੱਕ ਮਜ਼ਹਬੀ ਰੰਗ ਵੀ ਦੇ ਸਕੀਏ। ਠੀਕ ਹੋ ਗਿਆ। ਤੇ ਇੱਥੇ ਉਹ ਜ਼ਮਾਨਾ ਆਇਆ ਹੈ ਕਿ ਇਹ ਟਰਮਾਂ ਹੁਣ ਜਿਸ ਤਰ੍ਹਾਂ ਅੱਜ ਅਸੀਂ ਇਹ ਟਰਮ ਬੋਲਨੇ ਆ ਸੁੰਨੀ ਤੇ ਸ਼ੀਆ, ਇਹ ਟਰਮਾਂ ਫਿਰ ਡਿਵੈਲਪ ਹੋਈਆਂ ਨੇ। ਠੀਕ ਹੋ ਗਿਆ। ਕਿਉਂਕਿ ਬਨੂ ਅਬਾਸ ਨੇ ਤੇ ਦੀਗਰ ਲੋਕਾਂ ਨੇ ਫਿਰ ਉਹ ਟਰਮ ਇਸਤੇਮਾਲ ਕੀਤੀ ਕਿ ਅਸੀਂ ਅਹਿਲੇ ਸੁਨਨਤ ਆ, ਅਸੀਂ ਪ੍ਰੋਫਿਟ ਦੀ ਸੁਨਨਤ ਨੂੰ ਮੰਨਦੇ ਆ। ਦੂਜਿਆਂ ਨੇ ਕਿਹਾ ਜੀ ਨਹੀਂ ਅਸੀਂ ਤੇ ਅਲੀ ਦੇ ਗਰੋਹ ਵਾਲੇ ਆ, ਤੇ ਉਹ ਫਿਰ ਇਹ ਟਰਮਾਂ ਫਿਰ ਇਸ ਤਰ੍ਹਾਂ ਬਣ ਗਈਆਂ। ਲੇਕਿਨ ਹੈਵਿੰਗ ਸੈਡ ਦੈਟ ਮੈਂ ਅੱਜ ਕਹਾਂਗਾ ਕਿ ਇਹ ਟਰਮਾਂ ਐਗਜ਼ਿਸਟ ਕਰਦੀਆਂ ਨੇ, ਸਾਨੂੰ ਇਹ ਟਰਮਾਂ ਨੂੰ ਟੋਲਰੇਟ ਕਰਨਾ ਹੈ ਔਰ ਸਾਨੂੰ ਉਮਤ ਨੂੰ ਇਕੱਠੇ ਕਰਨਾ ਹੈ, ਯੂਨਾਈਟ ਕਰਨਾ ਹੈ। ਉਮਤ ਨੂੰ ਅਸੀਂ ਦੇਖੋ ਹਰ ਫਿਰਕੇ ਦੇ ਕੋਲ ਕੋਈ ਨਾ ਕੋਈ ਦਲਾਇਲ ਨੇ, ਐਗਜ਼ੈਕਟਲੀ ਉਹਨਾਂ ਕੋਲ ਆਰਗੂਮੈਂਟਸ ਨੇ, ਉਹਨਾਂ ਕੋਲ ਆਪਣੇ ਆਪਣੇ ਦਲਾਇਲ ਨੇ, ਰੀਜ਼ਨਿੰਗ ਹੈ। ਵਜਾ ਫਰਮਾ ਰਹੇ ਹੋ। ਅਹਿਲੇ ਸੁन्नत ਦੇ ਆਪਣੇ ਬੜੇ ਮੁਹਕਮ ਦਲਾਇਲ ਨੇ, ਅਹਿਲੇ ਤਸ਼ਯ्युअ ਕੋਲ ਵੀ ਆਪਣੇ ਦਰਜੇ ਤੇ ਮੁਹਕਮ ਦਲਾਇਲ ਹੋਣਗੇ। ਹੁਣ ਅਸੀਂ ਇਖਤਲਾਫੀ ਬਿਆਨੀਏ ਨਹੀਂ ਫੈਲਾਣੇ। ਮੈਂ ਇੱਥੇ ਦਰਾੜ ਉਂਝੀ ਪਈ ਹੈ ਹੋਰ ਮਜ਼ੀਦ ਫੈਲ ਜਾਣੀ ਔਰ ਮੈਂ ਇੱਥੇ ਗੱਲ ਕਰਕੇ ਚਲਾ ਜਾਵਾਂ ਮੈਂ ਵਾਇਰਲ ਤੇ ਹੋ ਜਾਵਾਂਗਾ ਤੇ ਕੱਲ ਸਰਕਾਰ ਦੀ ਵਾਰਗਾਹ ਦੇ ਅੰਦਰ ਹਾਜ਼ਰ ਹੋਵਾਂ ਤੇ ਕਹੋਗੇ ਮੇਰੀ ਉਮਤ ਨੂੰ ਤੋੜ ਕੇ ਆਏ, ਕੀ ਫਾਇਦਾ ਚੰਦ ਟਕਿਆਂ ਲਈ। ਅੱਲਾਹ ਰੱਬੁਲ ਇੱਜ਼ਤ ਹੈ ਮੈਨੂੰ ਕਹਿਣ ਕਿ ਯਾਰ ਮੇਰੇ ਨਬੀ ਦੀ ਉਮਤ ਨੂੰ ਤੋੜ ਕੇ ਆਏ। ਤੇ ਹੁਣ ਠੀਕ ਹੈ ਐਜੂਕੇਟਿਡ ਅੰਦਾਜ਼ ਦੇ ਅੰਦਰ ਅਗਰ ਕਨਵਰਸੇਸ਼ਨ ਕਰ ਸਕਦੇ ਹੋ ਤਾਂ ਕਰ ਲਵੋ, ਔਰ ਅਗਰ ਲੋਕ ਅਫੈਂਸ ਲੈਂਦੇ ਨੇ ਤੇ ਨਾ ਕਰੋ, ਇਖਤਲਾਫੀ ਮੌਜ਼ੂਆਤ ਨਾ ਛੇੜੋ। ਇਹ ਮੈਂ ਦਿਲੋਂ ਕਹਿ ਰਿਹਾ ਤੁਹਾਨੂੰ। ਮੈਂ ਰਮਜ਼ਾਨ ਟ੍ਰਾਂਸਮਿਸ਼ਨਾਂ ਦੇਖਣਾ ਵਾ ਤੇ ਇਖਤਲਾਫੀ ਮੌਜ਼ੂਆਤ ਦੇ ਉੱਤੇ ਐਂਕਰ ਇੱਕ ਮੌਲਵੀਆਂ ਦੀ ਕੁਸ਼ਤੀ ਕਰਾ ਰਹੇ ਨੇ। ਫਿਰਕੇ ਦਾ ਮੌਲਵੀ ਦੂਜੇ ਫਿਰਕੇ ਦਾ ਮੌਲਵੀ ਇੱਕ ਮਸਲਾ ਦੇ ਦਿੰਦੇ ਨੇ ਤੇ ਉੱਥੇ ਇਹਦੇ ਤੇ ਬਾਹਰ ਆ ਜਾਓ। ਤੁਹਾਨੂੰ ਜੋ ਮਸਲਾ ਪਸੰਦ ਹੈ, ਦੇਖੋ ਹਰ ਕਿਸੇ ਨੂੰ ਕਿਸੇ ਨਾ ਕਿਸੇ ਫਿਕ ਨੂੰ ਉਹ ਫੋਲੋ ਕਰਦਾ, ਮੈਂ ਵੀ ਫੋਲੋ ਕਰਨਾ, ਤੁਸੀਂ ਵੀ ਕਰਦੇ ਹੋ, ਸਭ ਕਰਦੇ। ਤੁਹਾਡਾ ਦਿਲ ਜਿੱਥੇ ਲੱਗ ਗਿਆ ਉਹਨੂੰ ਫੋਲੋ ਕਰੋ। ਇਖਤਲਾਫੀ ਮਸਾਇਲ ਨੂੰ ਪਬਲਿਕ ਮਤ ਕਰੋ, ਜ਼ਬਰਦਸਤ ਇਤਿਹਾਦ ਵਾਲੀ ਗੱਲ ਕਰੋ। ਕਿਉਂਕਿ ਉਮਤ ਨੂੰ ਹੁਣ ਜਿਹੜਾ ਚੈਲੰਜ ਹੈ ਨਾ, ਉਹ ਚੈਲੰਜ ਇਹ ਨਹੀਂ ਹੈ। ਚੈਲੰਜ ਮਿਡਲ ਈਸਟ ਦੇ ਅੰਦਰ ਦੇਖੋ, ਉਹਨਾਂ ਨੇ ਜਿਨ੍ਹਾਂ ਨੂੰ ਮਾਰਿਆ ਹੈ ਜਾਂ ਜਿਨ੍ਹਾਂ ਨੂੰ ਉਹ ਮਾਰ ਰਹੇ ਨੇ, ਉਹ ਸ਼ੀਆ ਸੁੰਨੀ ਦੀ ਤਫਰੀਕ ਨਹੀਂ ਕਰਦੇ, ਉਹ ਬਰੇਲਵੀ ਦਿਓਬੰਦੀ ਦੀ ਗੱਲ ਨਹੀਂ ਕਰਦੇ, ਉਹ ਸਲਫੀ ਅਹਿਲੁਲ ਹਦੀਸ ਦੀ ਗੱਲ ਨਹੀਂ ਕਰਦੇ, ਉਹ ਤੁਹਾਨੂੰ ਮੁਸਲਮਾਨ ਸਮਝਦੇ। ਸੋਹਣੀ ਗੱਲ, ਸੋਹਣੀ ਗੱਲ। ਖਵਾਤੀਨੋ ਹਜ਼ਰਾਤ, ਇਹ ਤਫਰਕੇ ਫੈਲਾਣਾ, ਇਹ ਡਿਫਰੈਂਸ ਕ੍ਰੀਏਟ ਕਰਨਾ, ਇਹ ਆਪਸ ਦੇ ਵਿੱਚ ਫੱਡੇ ਕਰਨਾ, ਪ੍ਰੋਫੈਸਰ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ। ਆਪਾਂ ਇਹਨਾਂ ਨੂੰ ਖਤਮ ਕਰਨਾ ਹੈ। ਵੀ ਆਰ ਅ ਯੂਨਾਈਟਿਡ ਨੇਸ਼ਨ। ਆਪਾਂ ਇੱਦਾਂ ਰਹਿਣਾ, ਕਿਉਂਕਿ ਜਦੋਂ ਕਿਆਮਤ ਆਉਣ ਵਾਲੀ ਹੋਏਗੀ ਨਾ, ਜਾਂ ਕਿਆਮਤ ਨੇ ਆਉਣਾ, ਤੁਸੀਂ ਵੇਖ ਲਓ ਗਜ਼ਾ ਫਲਸਤੀਨ ਦੇ ਵਿੱਚ ਕੀ ਕੀ ਹੋ ਰਿਹਾ, ਉੱਥੇ ਕੀ ਕੀ ਵਾਕਿਆਤ ਨੇ ਜਿਹੜੇ ਰੋਨਵਾ ਹੋ ਰਹੇ ਨੇ। ਤੁਸੀਂ ਬੜੀ ਸੋਹਣੀ ਗੱਲ ਕੀਤੀ ਇਸ ਟਾਈਮ, ਤੇ ਆਥੈਂਟਿਕ ਗੱਲ ਕੀਤੀ ਕਿ ਗਾਜਰ ਮੂਲੀ ਕੰਸੀਡਰ ਕਰਿਆ ਜਾਂਦਾ ਮੁਸਲਮਾਨ ਨੂੰ। ਉਹਦੇ ਕੋਲ ਇਹ ਨਹੀਂ ਪੁੱਛਿਆ ਜਾਂਦਾ ਕਿ ਤੇਰਾ ਫਿਰਕਾ ਕੀ ਹੈ, ਤੂੰ ਕਿਹੜੇ ਸੈਕਟ ਨੂੰ ਫੋਲੋ ਕਰਨਾ ਹੈ। ਉਹਨੂੰ ਸਿਰਫ ਇਹ ਵੇਖਿਆ ਜਾਂਦਾ ਇਹ ਮੁਸਲਮਾਨ ਹੈ, ਚਲੋ ਬਈ। ਸਰ ਜੀ ਤੁਸੀਂ ਅੱਜ ਮੇਰੇ ਪਲੇਟਫਾਰਮ ਤੇ ਆਏ ਹੋ, ਹੁਣ ਥੋੜਾ ਜਿਹਾ ਮੈਂ ਆਫ ਟਰੈਕ ਹੋਣ ਲੱਗਾ, ਲੇਕਿਨ there was something in my heart which I always wanted to ask you. ਸਰ ਜੀ, ਇੱਕ ਸਾਡੇ ਬੜੇ ਪਪੂਲਰ ਸ਼ਖਸੀਅਤ, ਉਹ ਵੀ ਪਪੂਲਰ ਸ਼ਖਸੀਅਤ ਨੇ, ਸਮਝ ਗਏ ਤੁਸੀਂ ਮੈਂ ਕਿੰਨਾ ਧਿਆਨ ਲੱਗਾ। ਪਪੂਲਰ ਸ਼ਖਸੀਅਤ ਨੇ ਇੰਜੀਨੀਅਰ ਮਿਰਜ਼ਾ ਸਾਹਿਬ। ਇੰਜੀਨੀਅਰ ਮਿਰਜ਼ਾ ਸਾਹਿਬ ਦਾ ਤੇ ਤੁਹਾਡਾ ਕੁਝ ਸਹਿਮਤ ਇਖਤਲਾਫ ਰਹਿੰਦਾ। ਇਖਤਲਾਫ ਦੀ ਵਜ੍ਹਾ ਕੀ ਹੈ? ਮਤਲਬ ਕਿ ਉਹ ਆਪਣੇ ਦਲਾਇਲ ਦਿੰਦੇ ਨੇ, ਤੁਸੀਂ ਆਪਣੇ ਦਲਾਇਲ ਦਿੰਦੇ ਹੋ, ਤੇ ਉਹ ਮੈਂ ਵੇਖਣਾ ਕਿ ਜ਼ਰਾ ਚਪਕਲਿਸ਼ ਚੱਲਦੀ ਰਹਿੰਦੀ। ਉਹ ਜ਼ਾਹਿਰ ਸੀ ਗੱਲ ਹੈ, ਚਪਕਲਿਸ਼ ਕੋਈ ਪਰਸਨਲ ਤੇ ਨਹੀਂ ਹੈ, ਆਪਣੇ ਇਟਸ ਰਿਲੀਜੀਅਸ ਥਿੰਗ ਨਾ, ਕਿ ਤੁਹਾਨੂੰ ਇਹ ਹੁੰਦਾ ਕਿ ਯਾਰ ਮੈਂ ਇੱਕ ਗੱਲ ਪਰਟੀਕੂਲਰ ਕਰ ਰਿਹਾ, ਉਹ ਇੱਕ ਗੱਲ ਪਰਟੀਕੂਲਰ ਕਰ ਰਹੇ ਨੇ, ਹੁਣ ਇੱਥੇ ਡਿਫਰੈਂਸ ਆ ਰਿਹਾ। ਇਹ ਕੀ ਮਾਜਰਾ ਕੀ ਹੈ? ਦੇਖੋ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਹਾਫਿਜ਼ਾਹੁੱਲਾ, ਅੱਲਾ ਉਹਨਾਂ ਦੇ ਹਸਨਾਤ ਨੂੰ ਕਬੂਲ ਕਰੇ, ਜਿਹੜੇ ਅੱਛੇ ਕੰਮ ਉਹ ਕਰਦੇ ਨੇ, ਅੱਲਾ ਉਹਨਾਂ ਨੂੰ ਕਬੂਲ ਕਰੇ, ਔਰ ਬਹੁਤ ਦੀਨ ਦੀ ਜਿਹੜੀ ਖਿਦਮਤ ਕਰ ਰਹੇ ਨੇ, ਅੱਛੇ ਕੰਮ ਵੀ ਕਰਦੇ ਨੇ। ਸਾਡਾ ਇਖਤਲਾਫ ਨਜ਼ਰੀਆਤੀ ਇਖਤਲਾਫ ਹੈ, ਠੀਕ ਹੈ, ਇੰਟੈਲੈਕਚੁਅਲ ਡਿਫਰੈਂਸ ਹੈ, ਠੀਕ ਹੈ। ਔਰ ਬੁਨਿਆਦੀ ਗੱਲ ਜਿਹੜੀ ਮੈਨੂੰ ਇੰਜੀਨੀਅਰ ਸਾਹਿਬ ਦੀ ਨਾਪਸੰਦ ਹੈ, ਉਹ ਉਹਨਾਂ ਦਾ ਉਹ ਅੰਦਾਜ਼ ਹੈ ਜਿਸ ਅੰਦਾਜ਼ ਨਾਲ ਉਹ ਉਮਤ ਦੇ ਇਕਾਬਰ ਹਸਤੀਆਂ ਨੂੰ, ਸ਼ਖਸੀਆਤ ਨੂੰ ਮੁਖਾਤਬ ਕਰਦੇ ਨੇ, ਔਰ ਉਹਨਾਂ ਨੂੰ ਚੈਲੰਜ ਕਰਦੇ ਨੇ, ਉਹਨਾਂ ਨੂੰ ਰਿਫਿਊਟ ਰਿਬਟ ਕਰਦੇ ਨੇ। ਔਰ ਤਸਵੁਫ ਦੇ ਮਾਮਲੇ ਦੇ ਅੰਦਰ ਜਨਾਬ ਦੀ ਜਿਹੜੀ ਰੀਡਿੰਗ ਹੈ, ਜਨਾਬ ਦੀ ਜਿਹੜੀ ਅੰਡਰਸਟੈਂਡਿੰਗ ਹੈ, ਬਹੁਤ ਐਲੀਮੈਂਟਰੀ ਲੈਵਲ ਦੀ ਹੈ, ਠੀਕ ਹੈ। ਔਰ ਓਵਰਆਲ ਵੀ ਮੈਨੂੰ ਐਟ ਟਾਈਮਸ ਲੱਗਦਾ ਹੈ ਕਿ ਬਹੁਤ ਐਲੀਮੈਂਟਰੀ ਕਨਵਰਸੇਸ਼ਨ ਕਰ ਰਹੇ ਨੇ।
ਲੇਕਿਨ ਬਹਰਹਾਲ ਇਹ ਵੀ ਲੱਗਦਾ ਹੈ ਕਿ ਯਾਰ ਪਾਕਿਸਤਾਨ ਦੇ ਉੱਤਰ ਇਬਤਲਾ ਦਾ ਇੱਕ ਜ਼ਮਾਨਾ ਹੈ, ਔਰ ਇਬਤਲਾ ਦਾ ਜ਼ਮਾਨਾ ਇਸ ਕਰਕੇ ਵੀ ਹੈ ਕਿ ਇੱਕ ਕਹਿਤਰ ਰਜਾਲ ਦੀ ਕੈਫੀਅਤ ਹੈ। ਹਰ ਬੰਦਾ ਮੇਰੇ ਵਰਗਾ ਜਿਹੜਾ ਮਾਈਕ ਫੜਦਾ ਹੈ ਉੱਚੀ ਆਵਾਜ਼ ਨਾਲ ਗੁਫ਼ਤਗੂ ਕਰਕੇ, ਉਹ ਸਮਝਦਾ ਹੈ ਕਿ ਉਹ ਦੀਨ ਦਾ ਬਹੁਤ ਬੜਾ ਸਕਾਲਰ ਹੈ, ਉਹ ਦੀਨ ਦਾ ਇੱਕ ਬਹੁਤ ਬੜਾ ਆਲਿਮ ਹੈ। ਤੇ ਬੁਨਿਆਦੀ ਤੌਰ ਤੇ ਤਸਵੁਫ ਦੇ ਉੱਤੇ ਗੱਲ ਕਰਨ ਲਈ ਤੁਹਾਨੂੰ ਬਰਸਾ ਬਰਸ ਦੀ ਰਿਆਜ਼ਤ ਚਾਹੀਦੀ, ਬਰਸਾ ਬਰਸ ਦਾ ਇਲਮ ਚਾਹੀਦਾ। ਠੀਕ ਹੈ। ਇਹਨਾਂ ਸ਼ਖਸੀਆਤ ਨੂੰ ਸਮਝਣ ਲਈ, ਇਹਨਾਂ ਤੇ ਕਮੈਂਟ ਕਰਨ ਲਈ ਮੈਨੂੰ ਦੁੱਖ ਇਸ ਕਰਕੇ ਹੁੰਦਾ ਹੈ ਕਿ ਤਸਵੁਫ ਦੇ ਉੱਤੇ ਇਸ ਵਕਤ ਦੁਨੀਆ ਭਰ ਦੇ ਅੰਦਰ ਯੂਨੀਵਰਸਿਟੀਜ਼ ਦੇ ਅੰਦਰ, ਐਕੈਡੈਮਿਕ ਇੰਸਟੀਟਿਊਸ਼ਨਸ ਦੇ ਅੰਦਰ, ਕੈਂਬਰਿਜ, ਹਾਰਵਰਡ, ਐਡਨਬਰਾ, ਯੂ ਨੇਮ ਇਟ, ਜਰਮਨੀ, ਫਰਾਂਸ, ਉੱਥੇ ਬੜੀ ਬੜੀ ਤਹਿਕੀਕ ਹੋ ਰਹੀ ਹੈ। ਇਸਲਾਮ ਨੂੰ ਗਾਈ ਈਟਨ ਇੱਕ ਬਹੁਤ ਵੱਡਾ ਸਕਾਲਰ ਹੈ, ਉਹ ਕਹਿੰਦਾ ਹੈ ਕਿ ਜਿਹੜਾ ਇਸਲਾਮ ਯੂਰਪ ਦੇ ਅੰਦਰ ਫੈਲ ਰਿਹਾ ਹੈ ਉਹ ਤਸਵੁਫ ਵਾਲਾ ਬ੍ਰਾਂਡ ਹੈ, ਤਸਵੁਫ ਵਾਲਾ ਬ੍ਰਾਂਡ ਹੈ ਜਿਹੜਾ ਇੰਬਰੇਸ ਹੋ ਰਿਹਾ ਹੈ ਔਰ ਹਿਸਟੋਰਿਕਲੀ ਵੀ ਹੁੰਦਾ ਰਿਹਾ ਹੈ। ਤਾਂ ਜਦੋਂ ਤੁਸੀਂ ਇਹਨਾਂ ਹਸਤੀਆਂ ਨੂੰ ਟਾਰਗੇਟ ਕਰਦੇ ਹੋ, ਤੁਸੀਂ ਖਾਜਾ ਸਾਹਿਬ ਮੋਇਨੁੱਦੀਨ ਚਿਸ਼ਤੀ ਅਜਮੇਰੀ ਨੂੰ ਟਾਰਗੇਟ ਕਰ ਦਿੰਦੇ ਹੋ, ਸ਼ੇਖ ਅਲੀ ਬਿਨ ਉਸਮਾਨ ਅਜਮੇਰੀ ਦਾਤਾ ਸਾਹਿਬ ਨੂੰ ਟਾਰਗੇਟ ਕਰਦੇ ਹੋ, ਸ਼ੇਖ ਅਬਦੁਲ ਕਾਦਰ ਜਿਲਾਨੀ, ਗੌਸੇ ਆਜ਼ਮ ਨੂੰ, ਹੁਜ਼ੂਰ ਗੌਸ ਸਕਲੈਨ ਨੂੰ ਟਾਰਗੇਟ ਕਰਦੇ ਹੋ, ਔਰ ਟਾਰਗੇਟ ਵੀ ਕਰਦੇ ਹੋ ਇਲਹਾਕੀ ਰਵਾਇਤ ਦੇ ਉੱਤੇ। ਇਹ ਬਜ਼ਾਤੇ ਖੁਦ ਇੱਕ ਪੂਰਾ ਪੋਡਕਾਸਟ ਹੈ, ਅਸੀਂ ਇਹਦੇ ਤੇ ਮਲਟੀਪਲ ਪਲੇਟਫਾਰਮਸ ਉੱਤੇ ਗੁਫ਼ਤਗੂ ਕਰ ਚੁੱਕੇ ਹਾਂ ਕਿ ਇੰਜੀਨੀਅਰ ਸਾਹਿਬ ਦੇ ਜਿੰਨੇ ਇਤਰਾਜ਼ਾਤ ਨੇ ਉਹ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚਰਸ 1989 ਦੇ ਅੰਦਰ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਰਿਸਰਚਰ 1978 ਦੇ ਅੰਦਰ, ਅਲੀਗੜ੍ਹ ਯੂਨੀਵਰਸਿਟੀ 1950s ਦੇ ਅੰਦਰ, ਉਹ ਸਾਰੇ ਇਤਰਾਜ਼ਾਤ ਤਸਵੁਫ ਦੇ ਉੱਤੇ ਜੋ ਚੁੱਕਦੇ ਨੇ ਉਹ ਆਲਰੇਡੀ ਆਨਸਰਡ ਨੇ, ਉਹ ਲਿਖੀ ਹੋਈ ਇਬਾਰਤਾਂ ਨੇ, ਐਕੈਡੈਮਿਕਸ ਦੱਸ ਚੁੱਕੀਆਂ ਨੇ। ਇੰਜੀਨੀਅਰ ਸਾਹਿਬ ਮਾਸ਼ਾਅੱਲਾ, ਅੱਲਾ ਉਹਨਾਂ ਦੇ ਹਸਨਾਤ ਨੂੰ ਕਬੂਲ ਕਰੇ, ਤਸਵੁਫ ਦੇ ਉੱਤੇ ਉਹਨਾਂ ਦੀ ਜਿਹੜੀ ਆਮੀਆਨਾ ਸੋਚ ਹੈ, ਐਲੀਮੈਂਟਰੀ ਲੈਵਲ ਹੈ ਉਹਨਾਂ ਦਾ, ਉਹ ਮੈਨੂੰ ਬੜਾ ਹਰਟ ਕਰਦਾ। ਪ੍ਰੋਫੈਸਰ ਸਾਹਿਬ ਆਖਰੀ ਸ਼ੈ ਜੀ, ਮੁਕਾਲਮਾ ਜਾਂ ਡਿਬੇਟ, ਕਿਉਂਕਿ ਜ਼ਾਹਿਰ ਜੀ ਗੱਲ ਹੈ ਜਿੱਦਾਂ ਦੀ ਰਾਏ ਤੁਹਾਡੀ ਉਹਨਾਂ ਦੇ ਬਾਰੇ, ਇਹੋ ਜਿਹੀਆਂ ਕੁਝ ਸ਼ੈਵਾਂ ਤੇ ਰਾਏ ਉਹ ਵੀ ਆਪਣੀ ਇੰਪੋਜ਼ ਕਰਦੇ ਨੇ। ਮਤਲਬ ਕਿ ਇੱਕ ਡਿਬੇਟ ਜਾਂ ਇੱਕ ਕਨਫਰੰਟੇਸ਼ਨ ਜੇ ਹੋ ਜਾਏ ਤੇ ਤੁਸੀਂ ਕਾਲ ਆਊਟ ਕਰਦੇ ਇੰਜੀਨੀਅਰ ਸਾਹਿਬ ਨੂੰ? ਨਹੀਂ, ਮੈਂ ਤਾਂ ਅਲਹਮਦੁਲਿਲਾ, ਦੇਖੋ ਮੇਰਾ ਮਕਸਦ ਇੰਜੀਨੀਅਰ ਸਾਹਿਬ ਜਦੋਂ ਬੁਲਾਉਣਗੇ ਅਸੀਂ ਹਾਜ਼ਰ ਹਾਂ। ਮੇਰੇ ਲਈ ਕੈਮਰਾ ਮੈਟਰ ਨਹੀਂ ਕਰਦਾ, ਕੈਮਰਾ ਨਾ ਵੀ ਹੋਏ ਮੈਂ 1-to-1 ਕਨਵਰਸੇਸ਼ਨ ਕਰਨ ਦੇ ਅੰਦਰ ਵੀ ਇੰਟਰਸਟਿਡ ਹਾਂ। ਮੇਰਾ ਕੋਈ YouTube ਪਲੇਟਫਾਰਮ ਨਹੀਂ ਹੈ, ਮੇਰਾ ਕੋਈ ਆਨਲਾਈਨ ਫਿਲ ਵਕਤ ਹੈ ਹੀ ਨਹੀਂ, ਨਾ ਮੈਂ ਕੋਈ ਆਪਣਾ ਡਿਜੀਟਲ ਫੁੱਟਪ੍ਰਿੰਟ ਲਿਆ ਕਰ ਰਿਹਾ। ਮੈਨੂੰ ਸੂਫੀਆ ਨਾਲ ਜੈਨੂਅਨਲੀ ਮੁਹੱਬਤ ਹੈ, ਮੈਂ ਜੈਨੂਅਨਲੀ ਸਮਝਦਾ ਹੈ ਕਿ ਉਹ ਨਬੀ अलैहिस्सलातु वस्सलाम ਦੇ ਖਾਦਿਮ ਨੇ, ਇਸਲਾਮ ਦੇ ਬਹੁਤ ਵੱਡੇ ਮੁਜਾਹਿਦ ਨੇ, ਔਰ ਉਹਨਾਂ ਦੇ ਖਿਲਾਫ ਜਿਹੜੇ ਨਜ਼ਰੀਆਤ ਨੂੰ ਫੈਲਾਇਆ ਗਿਆ ਹੈ, ਯੂਥ ਨੂੰ ਕੰਟੈਮੀਨੇਟ ਕੀਤਾ ਗਿਆ ਹੈ, ਇਹ ਇੱਕ ਡਿਸਸਰਵਿਸ ਹੈ। ਔਰ ਅਗਰ ਇਲਮੀ ਤੌਰ ਤੇ ਇੰਜੀਨੀਅਰ ਸਾਹਿਬ ਦੇ ਸਾਹਮਣੇ ਅਸੀਂ ਆਪਣਾ ਮਵਾਦ ਰੱਖੀਏ ਔਰ ਉਹਨੂੰ ਇਲਮੀ ਤੌਰ ਤੇ ਦੇਖਣਗੇ ਤਾਂ ਸ਼ਾਇਦ ਉਹ ਵੀ ਰੁਜੂ ਕਰਨਗੇ। ਤੇ ਕਨਫਰੰਟ ਕੀ ਕਰਨਾ ਹੈ, ਅੱਲਾਹ ਤਾਲਾ ਉਹਨਾਂ ਦੇ ਹਸਨਾਤ ਕਬੂਲ ਕਰਨ। ਅਸੀਂ ਇਹ ਕਹੀਏ ਕਿ ਜੀ ਮੈਂ ਆ ਰਿਹਾ, ਜੀ ਮੈਂ ਮੁਨਾਜ਼ਰਾ ਕਰਾਂਗਾ, ਇਹ ਕਰਾਂਗਾ, ਫਲਾਣਾ ਕਰਾਂਗਾ, ਇਹ ਕੋਈ ਸਾਡਾ ਉਹ ਜਾਰਹਾਨਾ ਹੋ ਜਾਂਦੇ ਨੇ ਜ਼ਰਾ ਬੋਲਣ ਦੇ ਵਿੱਚ ਨਾ, ਉਹਨਾਂ ਦਾ ਖਤਰਨਾਕ ਲਹਿਜਾ ਹੋ ਜਾਂਦਾ ਬੋਲਣ। ਨਹੀਂ, ਉਹ ਸਾਡਾ ਵੀ ਦੇਖੋ ਖਤਰਨਾਕ ਲਹਿਜਾ ਹਰ ਕੋਈ ਕਰ ਸਕਦਾ ਹੈ, ਤੇ ਖਤਰਨਾਕ ਲਹਿਜਾ ਆਵਾਜ਼ ਹੀ ਉੱਚੀ ਕਰਨੀ ਉਹਦਾ ਕੀ ਹੈ। ਲੇਕਿਨ ਅਗਰ ਤੁਸੀਂ ਇੱਕ ਡੱਬੇ ਦੇ ਅੰਦਰ ਬੰਦ ਹੋ, ਕਿਸੇ ਦੇ ਨਾਲ ਤੁਸੀਂ ਗੁਫ਼ਤਗੂ ਕਰਨ ਲਈ ਤਿਆਰ ਨਹੀਂ ਹੋ, ਤੇ ਇਹ ਤਾਂ ਵੈਸੇ ਹੀ ਦੱਸਦਾ ਹੈ ਕਿ ਯੂ ਆਰ ਅੱਛਾ ਜੇਲ੍ਹ ਤੋਂ ਬਾਹਰ ਵੀ ਨਹੀਂ ਆਉਂਦੇ, ਜੇਲ੍ਹ ਤੋਂ ਬਾਹਰ ਵੀ ਨਹੀਂ ਆਉਂਦੇ। ਹਾਂ, ਐਬਸੋਲੂਟਲੀ ਇਜ਼ ਅ ਕਾਵਰਡ ਲਾਈਕ ਦੈਟ। ਔਰ ਮਤਲਬ ਇਹ ਕਹਿਣਾ ਕਿ ਜੀ ਤੁਸੀਂ ਮੈਂ ਡਿਬੇਟ ਉਦੋਂ ਕਰਾਂਗਾ, ਤੁਸੀਂ ਆਪਣੇ ਵੱਡੇ ਕੋਲੋਂ ਲਿਖਵਾ ਕੇ ਲੈ ਆਓ, ਤੇ ਭਾਈ ਇਹ ਕੋਈ ਕ੍ਰਿਕਟ ਬੋਰਡ ਥੋੜੀ ਹੈ। ਮੁਫਤੀ ਤਾਰਿਕ ਮਸੂਦ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਕਿ ਜੀ ਮੈਂ ਡਿਬੇਟ ਕਰਨਾ, ਤੇ ਉਹਨਾਂ ਨੇ ਮੁਫਤੀ ਸਾਹਿਬ ਨਾਲ ਵੀ ਨਹੀਂ ਕੀਤੀ। ਮੁਫਤੀ ਤਾਰਿਕ ਮਸੂਦ ਨਾਲ ਭੱਜ ਗਏ, ਮੁਫਤੀ ਹਨੀਫ ਕੁਰੈਸ਼ੀ ਸਾਹਿਬ ਗਏ, ਉਹਨਾਂ ਕੋਲੋਂ ਨਸ ਗਏ। ਤੇ ਮਤਲਬ ਅਗਰ ਇਫ ਆਈ ਐਮ ਕੌਨਫੀਡੈਂਟ ਦੈਨ ਸੋ ਬੀ ਇਟ। ਅਗਰ ਕੋਈ ਮੈਨੂੰ ਕਹੇ ਕਿ ਔਰ ਮੈਂ ਕਿਸੇ ਲੈਵਲ ਦੇ ਉੱਤੇ ਸਪੈਸ਼ਲਿਟੀ ਜਾਂ ਕੌਨਫੀਡੈਂਸ ਹੈ ਮੈਨੂੰ ਆਪਣੀ ਇੰਟੈਲੈਕਚੁਅਲਿਟੀ ਦੇ ਉੱਤੇ, ਮੈਂ ਕਹਾਂਗਾ ਸਰ ਕੱਲ ਨਹੀਂ ਅੱਜ ਆਓ, ਮੇਰੇ ਘਰ ਨਾ ਆਓ, ਆਨਲਾਈਨ ਆ ਜਾਓ, ਭਾਵੇਂ ਮੈਂ ਤਿਆਰ ਹਾਂ, ਕੋਈ ਡਰ ਖੌਫ ਦੀ ਗੱਲ ਨਹੀਂ। ਇਹ ਜਿਹੜਾ ਲਿਖਵਾਉਣ ਵਾਲਾ ਮਸਲਾ ਹੈ ਨਾ, ਇਹ ਉਹਨਾਂ ਦੀ ਜਿਹੜੀ ਉਹ ਲੈਕ ਆਫ ਬਰੇਵਰੀ ਹੈ, ਲੈਕ ਆਫ ਕਰੇਜ ਹੈ, ਇਹਨੂੰ ਜਿਹੜਾ ਉਹ ਐਕਸਪੋਜ਼ ਕਰਦਾ ਹੈ। ਤੇ ਇੰਜੀਨੀਅਰ ਸਾਹਿਬ ਦੇ ਉੱਤੇ ਇਨਸ਼ਾਅੱਲਾ ਅਸੀਂ ਡੀਟੇਲ ਨਾਲ ਕਦੀ ਗੁਫ਼ਤਗੂ ਜ਼ਰੂਰ ਕਰ ਸਕਦੇ ਹਾਂ ਇਨਸ਼ਾਅੱਲਾ। ਪ੍ਰੋਫੈਸਰ ਸਾਹਿਬ ਤੁਸੀਂ ਵਕਤ ਦਿੱਤਾ, ਤਸ਼ਰੀਫ ਲੈ ਕੇ ਆਏ, ਤੇ ਇੱਕ ਇਹੋ ਜਿਹੇ ਟੌਪਿਕ ਤੋਂ ਰੋਸ਼ਨੀ ਪਾਈ ਜਿਹਦੇ ਤੇ ਮੈਂ ਵੀ ਜਾਣਨਾ ਚਾਹੁੰਦਾ ਸੀ ਬਹੁਤ ਸਾਰੀਆਂ ਸ਼ੈਵਾਂ, ਤੇ ਆਮ ਸ਼ੋਰ ਆਡੀਅנס ਵੀ ਜਾਣਨਾ ਚਾਹੀਦੀ ਹੋਏਗੀ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸੋਹਣੇ ਆਦਮੀ ਹੋ, ਬਿਹਤਰੀਨ ਬੰਦੇ ਹੋ, ਤੇ ਅੱਲਾਹ ਤੁਹਾਨੂੰ ਜਜ਼ਾਏ ਖੈਰ ਦੇਵੇ। ਬਹੁਤ ਨਵਾਜ਼ੀ ਸਰ, ਬਹੁਤ ਨਵਾਜ਼ੀ। ਖਵਾਤੀਨੋ ਹਜ਼ਰਾਤ, ਹੁਣ 2 ਮਿੰਟ ਮੈਂ ਤੁਹਾਡੇ ਲਈ ਆਂਗਾ। ਵੇਖੋ ਇਹ ਜਿਹੜਾ ਸਾਨੇਹਾ ਗੁਜ਼ਰਿਆ ਨਾ, ਜ਼ੁਲਮ ਦੀ ਇੰਤਹਾ ਗੁਜ਼ਰੀ ਕਰਬਲਾ ਦੀ, ਇਹ ਦਰਦ ਤੇ ਤਕਲੀਫ ਸਾਂਝਾ ਹੈ, ਮੇਰਾ ਵੀ ਹੈ, ਤੁਹਾਡਾ ਵੀ ਹੈ, ਆਪਾਂ ਸਾਰਿਆਂ ਦਾ। ਕਿਉਂਕਿ ਉਸ ਜੰਗ ਦੇ ਵਿੱਚ ਇਹ ਨਹੀਂ ਸੀ ਪੁੱਛਿਆ ਗਿਆ ਕਿ ਫਿਰਕਾ ਕੀ ਹੈ, ਇਹ ਨਹੀਂ ਸੀ ਪੁੱਛਿਆ ਗਿਆ ਤਾਲੁਕ ਕਿੱਥੋਂ ਤੋਂ, ਸਿਰਫ ਇਹ ਸ਼ੈ ਪਤਾ ਸੀ ਕਿ ਬਈ
ਮੁਸਲਮਾਨ ਨੇ ਇਕਤਦਾਰ ਤੇ ਤਖਤ ਤੇ ਹਾਏ 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 ਇਸ ਸ਼ੈ ਨੂੰ ਅੰਡਰਸਟੈਂਡ ਕਰੋ ਮਤਲਬ ਮੈਂ ਗੱਲ ਕਰਨਾ ਤੇ ਮੇਰੇ I'm having literally I'm having goosebumps at the moment ਅੰਡਰਸਟੈਂਡ ਕਰੋ ਆਪਾਂ ਯੂਨਾਈਟ ਹੋਣਾ ਤਫਰਕੇਬਾਜ਼ੀ ਨਹੀਂ ਕਰਨੀ ਮੈਂ ਚਾਹੁੰਦਾ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਸਵਾਲਾਤ ਸਨ ਮੈਨੂੰ ਰੇਟਿੰਗ ਆ ਜਾਂਦੀ ਠੀਕ ਹੈ ਤੁਹਾਨੂੰ ਮਸਾਲਾ ਲੱਭ ਜਾਂਦਾ ਲੇਕਿਨ ਇਹੋ ਜਿਹੀ ਮੈਂ ਗੱਲ ਕੋਈ ਕਿਉਂ ਨਹੀਂ ਕੀਤੀ ਜਾਂ ਪ੍ਰੋਫੈਸਰ ਸਾਹਿਬ ਨੇ ਇਹੋ ਜਿਹੀ ਕਿਸੇ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਕਿਉਂਕਿ ਵੀ ਡੋਂਟ ਵਾਂਟ ਟੂ ਸਪਰੈਡ ਨੈਗੇਟਿਵਿਟੀ ਆਪਾਂ ਚਾਹੁੰਦੇ ਹਾਂ ਆਪਾਂ ਨੇਸ਼ਨ ਨੂੰ ਯੂਨਾਈਟ ਕਰੀਏ ਬਿਕਾਜ਼ ਅੱਗੇ ਆਉਣ ਵਾਲਾ ਜਿਹੜਾ ਵਕਤ ਹੈ ਨਾ ਉਹਨੇ ਐ ਨਹੀਂ ਪੁੱਛਣਾ ਕਿਹੜੇ ਫਿਰਕੇ ਤੋਂ ਤਾਲੁਕ ਅੱਗੇ ਆਉਣ ਵਾਲਾ ਵਕਤ ਜਾਂ ਤੇ ਮੋਮਿਨ ਦੀ ਸਟੈਂਪ ਲੱਗਣੀ ਜਾਂ ਕਾਫਰ ਦੀ ਸਟੈਂਪ ਲੱਗਣੀ ਬੰਦੇ ਤੇ ਇਹ ਗੱਲ ਯਾਦ ਰੱਖਣਾ ਢੇਰ ਸਾਰੀ ਦੁਆਵਾਂ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਆਪਣੇ ਮੇਜ਼ਬਾਨ ਮੁਹੰਮਦ ਅਰਹਮ ਨਹੀਂ ਨੂੰ ਦਿਓ ਇਜਾਜ਼ਤ ਅੱਲਾਹ ਨੇ ਕੇ ਬਾਦ